ਚੜਨ ਵਾਲਿਓ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ। ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ ਅੱਜ ਦਿਨ ਸੋਮਵਾਰ 1 ਫਰਵਰੀ 2021 ਦਾ ਦਿਨ ਹੈ ਔਰ ਅਸੀਂ ਇੱਕ ਵਾਰ ਫੇਰ ਤੁਹਾਡੇ ਲਈ ਰੇਡੀਓ ਇਨਕਲਾਬ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ ਪਲੈਨਟ 104.6 FM ਦੇ ਮਾਧਿਅਮ ਤੋਂ। ਮੈਂ ਯਾਨੀ ਅਨੂ ਤੁਹਾਡੇ ਨਾਲ ਬਣੀ ਰਵਾਂਗੀ ਠੀਕ 6:30 ਵਜੇ ਤੱਕ। ਮੇਰੇ ਨਾਲ ਸਟੂਡੀਓ 'ਚ ਭਾਰਤੀ ਜੀ ਵੀ ਨੇ ਔਰ ਨਾਲ ਹੀ ਸਾਡੇ ਮਹਿਮਾਨ ਨੇ ਸਾਥੀ ਨਛੱਤਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ। ਤੁਹਾਡਾ ਵੀ ਸਵਾਗਤ ਹੈ ਸਾਥੀ ਜੀ। अस्सलाम वालेकुम। ਤੋ ਸਾਡੇ ਜਿਹੜੇ ਅੱਜ ਮੁੱਖ ਬੁਲਾਰੇ ਰਹਿਣਗੇ ਪੰਜਾਬ ਭਾਰਤ ਤੋਂ ਦਿੱਲੀ ਬਾਰਡਰ ਤੋਂ ਸਾਥੀ ਸ਼ਿੰਗਾਰਾ ਸਿੰਘ ਮਾਨ ਜਿਹੜੇ ਕਿ ਸੈਕਟਰੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਔਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਵੀ ਨੇ। ਤੋ ਜਲਦ ਹੀ ਅਸੀਂ ਉਹਨਾਂ ਨਾਲ ਰਾਬਤਾ ਕਰਾਂਗੇ ਕਿ ਜ਼ਮੀਨੀ ਪੱਧਰ ਤੇ ਕੀ ਹਾਲਾਤ ਨੇ ਕਿਉਂਕਿ ਪਿਛਲੇ ਸੋਮਵਾਰ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਹੋ ਚੁੱਕਿਆ। ਤੋ ਅਸੀਂ ਉਹ ਸਾਰੀ ਜਿਹੜੀ ਗੱਲਬਾਤ ਆ ਵਾਰਤਾਲਾਪ ਉਹਨਾਂ ਨਾਲ ਕਰਾਂਗੇ ਉਹਦਾ ਐਨਾਲਿਸਿਸ ਵੀ ਕਰਾਂਗੇ ਕਿ ਇਹ ਕੀ ਮਤਲਬ ਹੈ ਸਾਰੀਆਂ ਗੱਲਾਂ ਦਾ ਜੋ ਹੋਈਆਂ ਨੇ ਔਰ ਸੰਘਰਸ਼ ਨੂੰ ਇਹਦੇ ਤੋਂ ਫਾਇਦਾ ਨੁਕਸਾਨ ਔਰ ਅੱਗੇ ਕਿਹੜੇ ਪਾਸੇ ਨੂੰ ਆਪਾਂ ਜਾਣਾ। ਤੋ ਇਹ ਸਾਰੀ ਗੱਲਬਾਤ ਰਹੇਗੀ। ਇਹੋ ਹੀ ਅੱਜ ਮੁੱਖ ਸਾਡਾ ਟੌਪਿਕ ਰਹੇਗਾ। ਮੇਰਾ ਖਿਆਲ ਹੈ ਵਿਸਥਾਰ ਰੂਪ 'ਚ ਚਰਚਾ ਮੰਗਦਾ ਹੈ ਸਾਰਾ ਕੁਝ, ਇਸ ਲਈ ਹੋਰ ਕੋਈ ਟੌਪਿਕ ਨਹੀਂ ਹੋਊਗਾ ਅੱਜ ਸਾਡਾ। ਤੋ ਮੇਰਾ ਖਿਆਲ ਹੈ ਭਾਰਤੀ ਜੀ ਆਪਾਂ ਇੱਕ ਗੀਤ ਦੇ ਦੌਰਾਨ ਸਾਥੀ ਜੀ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੋ ਸਾਰੇ ਸਰੋਤਿਆਂ ਨੂੰ ਦਰਖਾਸਤ ਹੈ ਕਿ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣ। ਤੋ ਗੀਤ ਜਿਹੜਾ ਅਸੀਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਸੰਤਰਾਮ ਉਦਾਸੀ ਹੋਰਾਂ ਦਾ ਲਿਖਿਆ ਔਰ ਉਹਨਾਂ ਦੀ ਆਪਣੀ ਆਵਾਜ਼ 'ਚ ਗਾਇਆ ਦਿੱਲੀ ਇਹ ਦਿਆਲਾ ਵੇਖ ਦੇਗ 'ਚ ਉਬਲਦਾ। ਇਸ ਵਕਤ ਮੈਨੂੰ ਲੱਗਦਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਢੁਕਵੇਂ ਨੇ ਇਹ ਸਾਡੇ ਗੀਤ। ਵੈਸੇ ਤਾਂ ਸਦਾ ਬਹਾਰ ਨੇ ਪਰ ਇਸ ਵੇਲੇ ਬਹੁਤ ਜ਼ਿਆਦਾ ਲੋੜ ਹੈ ਇਹੋ ਜਿਹੇ ਗੀਤਾਂ ਦੀ। ਤੋ ਅਸੀਂ 2-4 ਮਿੰਟ 'ਚ ਵਾਪਸ ਤੁਹਾਡੇ ਨਾਲ ਜੁੜ ਜਾਵਾਂਗੇ ਦੋਸਤੋ। ਇਸ ਤਰ੍ਹਾਂ ਹੀ ਤੁਸੀਂ ਸੁਣਦੇ ਰਹਿਣਾ। ਚਾਂਦਨੀ ਚੌਕ ਦੇ ਚਬੂਤਰੇ ਤੇ ਸ਼ਹਾਦਤ ਦੇਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਜ਼ਾਲਮ ਦਿੱਲੀ ਨੂੰ ਇਸ ਤਰ੍ਹਾਂ ਲਲਕਾਰਦੇ ਹਨ। ਦਿੱਲੀ ਏ ਦਿਆਲਾ ਦੇਖ ਦੇਗ 'ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਬ ਤੇਰੀ ਅਜੇ ਮਨ ਮਤੀਆਂ ਕਰੇ ਅਜੇ ਮਨ ਮਤੀਆਂ ਕਰੇ ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੀਦ ਹੈ ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤਨੀ ਬਹਾਦਰਾਂ ਦੇ ਤੇਰੇ ਮਹਿਲੀ ਵੜੇ ਕੇ ਵੜੇ ਦਿੱਲੀ ਏ ਦਿਆਲਾ ਦੇਖ ਦੇਗ 'ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ ਸਿਰਾਂ ਵਾਲੇ ਲੋਕੀ ਬੀਜ ਚੱਲੇ ਹਾਂ ਬੇਓੜਨੀ ਇੱਕ ਦਾ ਤੂੰ ਮੁੱਲ ਭਾਵੇਂ ਰੱਖਦੀ ਕਰੋੜਨੀ ਲੋਕ ਇੰਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂ ਸਿੰਘ ਤੈਥੋਂ ਜਾਣੇ ਨਾ ਫੜੇ ਦਿੱਲੀ ਏ ਦਿਆਲਾ ਦੇਖ ਦੇਗ 'ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤਨੀ ਤਿਲਾਂ ਦੀ ਤਾਂ ਪੂਲੀ ਵਾਂਗੂ ਝਾੜ ਲੈ
ਖੇਤ ਨੀ ਵੇਖ ਕਿਵੇਂ ਨਰਮੇ ਦੇ ਢੇਰਾਂ ਦੇ ਵਿਚਾਲੇ ਲੋਕੀ ਸੌਂਦੇ ਨੇ ਕਰੋੜੇ ਤੇ ਰੜੇ ਦਿੱਲੀਏ ਦਿਆਲਾ ਦੇਖ ਦੇਗ ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ ਸੱਚ ਮੂਰੇ ਸਾ ਤੇਰੇ ਜਾਣਗੇ ਉਤਾਹਾਂ ਨੂੰ ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ ਸੰਗਤਾਂ ਦੀ ਸੱਥ ਵਿੱਚ ਜਦੋਂ ਤੈਨੂੰ ਖੂਨਣੇ ਨੀ ਸੰਗਤਾਂ ਦੀ ਸੱਥ ਵਿੱਚ ਜਦੋਂ ਤੈਨੂੰ ਖੂਨਣੇ ਦੋਸਤੋ ਇਸ ਸਮੇਂ ਸਾਡੇ ਨਾਲ ਫੋਨ ਤੇ ਦਿੱਲੀ ਬਾਰਡਰ ਤੋਂ ਸਾਥੀ ਸ਼ਿੰਗਾਰਾ ਸਿੰਘ ਮਾਨ ਜਿਹੜੇ ਕਿ ਸਕੱਤਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਉਹ ਸਾਡੇ ਨਾਲ ਹੋ ਗਏ ਨੇ ਤਾਂ ਉਹਨਾਂ ਕੋਲੋਂ ਅਸੀਂ ਪਹਿਲਾਂ ਅਪਡੇਟ ਲਵਾਂਗੇ ਔਰ ਫਿਰ ਵਿਸਥਾਰ ਰੂਪ 'ਚ ਜੋ ਕੁਝ ਹੋਇਆ ਪਿਛਲੇ ਇੱਕ ਹਫ਼ਤੇ ਵਿੱਚ ਉਹਦੇ ਬਾਰੇ ਵੀ ਚਰਚਾ ਕਰਾਂਗੇ ਉਹਨਾਂ ਨਾਲ। ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਧੰਨਵਾਦ ਸਾਥੀ, ਤੁਹਾਡਾ ਵੀ ਸਵਾਗਤ ਜੀ ਜਿਹੜੇ ਸਾਡੀ ਗੱਲ ਨੂੰ ਸਾਰੀ ਦੁਨੀਆ ਤੇ ਪਹੁੰਚਾ ਰਹੇ ਹੋ। ਸ਼ੁਕਰੀਆ ਸਾਥੀ, ਸ਼ੁਕਰੀਆ ਜੀ। ਤੋ ਸਾਥੀ ਜੀ ਐਂ ਲੱਗਦਾ ਵੀ ਆ ਇੱਕ ਦੋ ਹਫ਼ਤਿਆਂ ਦੇ ਵਿੱਚ ਸੰਘਰਸ਼ ਦੇ ਵਿੱਚ ਇੱਕ ਬਹੁਤ ਵੱਡੇ ਜਿਹੜੇ ਮੋੜ ਆਏ ਨੇ। ਅਸੀਂ ਮੇਰੇ ਖਿਆਲ ਜਿਹੜਾ 50 ਸਾਲ ਦਾ ਜਿਹੜਾ ਪੈਂਡਾ ਇਹ ਇੱਕ ਦੋ ਹਫ਼ਤਿਆਂ ਦੇ ਵਿੱਚ ਹੀ ਤੈਅ ਕਰ ਲਿਆ। ਸੋ ਅਸੀਂ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿ ਸਾਨੂੰ ਆਪਣੇ ਸੰਘਰਸ਼ ਦੀ ਚੜ੍ਹਦੀ ਕਲਾ ਬਾਰੇ ਦੱਸੋ ਕਿ ਕਿਸ ਤਰੀਕੇ ਦੇ ਨਾਲ ਸੰਘਰਸ਼ ਆਪਣੇ ਪੂਰੇ ਪੈਰਾਂ ਤੇ ਉਸੇ ਤਰੀਕੇ ਨਾਲ ਖੜਾ ਹੈ ਜਿਵੇਂ ਪਹਿਲਾਂ ਸੀਗਾ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੂੰਗਾ ਜੀ। ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਇਹ ਸਾਰੇ ਸਰੋਤਿਆਂ ਨੂੰ ਇਹ ਵਧਾਈ ਵੀ ਦੇਵਾਂਗਾ ਵੀ ਬਿਲਕੁਲ ਇਹ ਪ੍ਰੋਗਰਾਮ ਜਿਹੜਾ ਆਪਣਾ ਅੰਦੋਲਨ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ ਜੀ। ਤੇ ਅਗਲੀ ਗੱਲ ਤੁਹਾਡੀ ਇਸ ਗੱਲ ਨਾਲ ਵੀ ਮੈਂ ਸਹਿਮਤ ਹਾਂ ਵੀ ਕਿਉਂਕਿ ਮੈਨੂੰ 36ਵਾਂ ਸਾਲ ਚੱਲਦਾ ਇਸ ਲਹਿਰ ਦੇ ਵਿੱਚ ਕੰਮ ਕਰਦੇ ਨੂੰ। 1982 ਦੀ ਮੇਰੀ ਮੈਂਬਰਸ਼ਿਪ ਹੈ ਜੀ। ਤੇ ਮੈਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਇੰਨੀ ਚੜ੍ਹਦੀ ਕਲਾ ਤੇ ਇੰਨੀ ਛੇਤੀ ਤੇਜ਼ੀ ਦੇ ਨਾਲ ਇੰਨੇ ਵੱਡੇ ਕਦਮ ਜਿਹੜੇ ਪੁੱਟੇ ਆ, ਜਿਵੇਂ ਤੁਸੀਂ ਕਿਹਾ ਵੀ 50 ਸਾਲਾਂ ਵਾਲਾ ਕਦਮ ਇਹ ਹਫ਼ਤਿਆਂ 'ਚ ਪੁੱਟਿਆ ਲਹਿਰ ਨੇ ਜੀ, ਕਿਸਾਨ ਲਹਿਰ ਨੇ ਜੀ। ਇਸ ਗੱਲ ਨਾਲ ਬਿਲਕੁਲ ਸਹਿਮਤ ਹੈ। ਤੇ ਜਿਹੋ ਜੀ ਚੜ੍ਹਦੀ ਕਲਾ ਤੁਹਾਨੂੰ ਇੱਕੋ ਉਦਾਹਰਨ ਸੁਣਾ ਦਿੰਦਾ ਹੁਣ ਵੀ ਕਿਸਾਨ ਆਪ ਮੁਹਾਰੇ ਥੱਲੇ ਪੰਜਾਬ ਦੇ ਵਿੱਚੋਂ ਅੱਜ ਆ ਰਹੇ ਸੀ ਜੀ। ਜੋ ਮੋਦੀ ਹੁਕੂਮਤ ਦਾ ਆ ਰਿਹਾ ਉਹਨਾਂ ਨੇ ਰਵਾੜਿਆ, ਮਤਲਬ ਰੋਹਤਕ ਆ ਕੇ ਗੱਡੀ ਰੋਕਤੀ, ਰੇਲ ਗੱਡੀ ਤੇ ਜਿਹੜੀ ਜਨਤਾ ਆ ਰਹੀ ਹੈ। ਠੀਕ ਹੈ ਜੀ। ਉੱਥੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਡਟਵਾ। ਉੱਥੇ ਕਹਿੰਦੇ ਵੀ ਇਹ ਇੱਥੋਂ ਅਸੀਂ ਧਰਵਾੜੀ ਨੂੰ ਭੇਜਾਂਗੇ, ਇਹ ਦਿੱਲੀ ਨਹੀਂ ਜਾਂਦੀ, ਬਹਾਦਰਗੜ੍ਹ ਵਿੱਚ ਦੀ ਧਰਵਾੜੀ ਹੋ ਕੇ ਦਿੱਲੀ ਲਿਆਵਾਂਗੇ। ਲੋਕਾਂ ਨੇ ਉਹਦਾ ਡਟਵਾ ਵਿਰੋਧ ਕੀਤਾ। ਜਾਨੀ ਹਾਲਤ ਇਹ ਚੜ੍ਹਦੀ ਕਲਾ ਵਾਲੀ ਗੱਲ ਜਾਨੀ ਉਦਾਹਰਨ ਨਹੀਂ ਹੈ ਇੱਕ ਵੀ। ਉਹ ਗੱਡੀ ਦੀਆਂ ਮੁਹਾਰਾਂ ਮੋੜਤੀਆਂ ਇੱਧਰ ਨੂੰ। ਉਦੋਂ ਬਾਅਦ ਹੋਇਆ ਇਹ ਵੀ ਜਦੋਂ ਜਨਤਾ ਚੜਾ ਲਈ, ਧੋਖੇ ਭਰੀ ਖੇਡ ਆਏ ਕੀਤੀ, ਗੱਡੀ ਤੇ ਜਨਤਾ ਚੜਾ ਕੇ ਉਹਨਾਂ ਨੇ ਉੱਤੋਂ ਦੀ ਘੁਮਾ ਕੇ ਜਾਨੀ ਰਵਾੜੀ ਨੂੰ ਫੇਰ ਚੱਕਤੀ। ਸਰਕਾਰ ਇਸ ਗੱਲ ਤੇ ਆਈ ਹੋਈ ਹੈ, ਜਨਤਾ ਦਾ ਰੌਂ ਰੱਦਾ ਇਹ ਹੈ ਇੱਕ ਗੱਲ। ਦੂਜੀ ਗੱਲ ਜਾਨੀ ਇਹਨਾਂ ਨੇ ਇੰਟਰਨੈਟ ਇੱਥੇ ਬੰਦ ਹੈ, ਠੀਕ ਹੈ ਜੀ, ਬਿਜਲੀ ਬੰਦ ਹੈ ਟਿੱਕਰੀ ਦੀ ਵੱਡੇ ਹਿੱਸੇ ਦੀ, ਪਰ ਇਹਦੇ ਬਾਵਜੂਦ ਜਨਤਾ ਦੇ ਹੌਸਲੇ ਬੁਲੰਦ ਹੈ, ਚੜ੍ਹਦੀ ਕਲਾ ਚ ਹੈ, ਕੋਈ ਗੱਲ ਨਹੀਂ। ਸਰਕਾਰ ਨੇ ਭਰਮ ਪਾਲਿਆ ਵੀ ਸ਼ਾਇਦ ਹਰਿਆਣੇ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਖੜਾ ਕਰਕੇ, ਪੰਜਾਬ ਤੇ ਹਰਿਆਣੇ ਦਾ ਮਸਲਾ ਖੜਾ ਕਰਕੇ ਸ਼ਾਇਦ ਹਰਿਆਣੇ ਦੀ ਮਿਲਦੀ ਹਮਾਇਤ ਨੂੰ ਕੱਟ ਦਿਆਂਗੇ ਜੀ। ਉਹ ਸਿਰਫ ਇੱਕ ਦਿਨ ਪਿਆ। ਉਦੋਂ ਬਾਅਦ ਜਿਵੇਂ ਹਰਿਆਣਾ ਡਟਿਆ, ਖਾਪ ਪੰਚਾਇਤਾਂ ਮਤੇ ਪਾ ਕੇ ਕਰ ਰਹੀਆਂ। ਬਿਲਕੁਲ ਕੱਲ ਜਾਨੀ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰਿਆਣੇ ਦੇ ਵਿੱਚੋਂ ਮਤਲਬ ਚੜ੍ਹਦੀ ਕਲਾ ਚ ਹੋਰ ਕਰਨ ਲਈ ਜਾਨੀ ਬਲ ਮਿਲ ਰਿਹਾ। ਉਹਨਾਂ ਨੇ ਸਾਰੇ ਟਿੱਕਰੀ, ਸਿੰਘੂ, ਕੁੰਡਲੀ ਸਾਰਿਆਂ ਤੇ ਉਹ ਵੱਡੀ ਗਿਣਤੀ ਦੇ ਵਿੱਚ ਤੇ ਹੌਸਲਾ ਦੇ ਰਹੇ ਆ ਵੀ ਕੋਈ ਗੱਲ ਨਹੀਂ, ਕਿਸੇ ਹੁਕੂਮਤ ਨੂੰ ਅਸੀਂ ਮਾਤ ਨਹੀਂ ਪਾਉਣ ਦੇਵਾਂਗੇ ਤੇ ਚੜ੍ਹਦੀ ਕਲਾ ਚ ਸਾਡਾ ਘੋਲ ਜਾਨੀ ਜੋ ਅਸੀਂ ਚਾਹਿਆ ਸੀਗਾ ਵੀ ਇਹ ਪਹਿਲਾਂ ਪੰਜਾਬ ਚੜ੍ਹਦੀ ਕਲਾ ਚ, ਹੁਣ ਹਰਿਆਣਾ ਚੜ੍ਹਦੀ ਕਲਾ ਚ ਜੀ। ਬਿਲਕੁਲ। ਉਸ ਤੋਂ ਬਾਅਦ ਤੀਜੀ ਗੱਲ ਜਾਨੀ ਗਾਜੀਪੁਰ ਦੇ ਵਿੱਚ ਉਹਨਾਂ ਨੇ ਮਤਲਬ ਇਹਦੇ ਤੇ ਸੱਟ ਮਾਰ ਕੇ ਜਾਨੀ ਇਹਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ। ਉਹ ਦਬਾਅ ਪਾਇਆ ਜਦੋਂ ਉਦੋਂ ਬਾਅਦ ਜੋ ਯੂਪੀ ਦੀ ਮਤਲਬ ਇਹ ਹੈਗੀ ਹੈ ਉਦਾਹਰਨ, ਉਹ ਵੀ ਕਮਾਲ ਆ ਵੀ ਉਹਨਾਂ ਨੇ ਵੀ ਮਹਾ ਪੰਚਾਇਤਾਂ ਸੱਦ ਕੇ ਅੱਜ ਵੀ ਵੱਡੀਆਂ ਵੱਡੀਆਂ ਖਬਰਾਂ ਤੇ ਉਹ ਸਰਕਾਰ ਨੂੰ ਉੱਥੇ ਉਹ ਮੋਰਚਾ ਨਹੀਂ ਪੱਟ ਸਕੇ, ਉਹ ਵੀ ਚੜ੍ਹਦੀ ਕਲਾ ਚ ਹੈ। ਇੱਧਰ ਸਾਡੇ ਕੁੰਡਲੀ ਦੇ ਵਿੱਚ ਉਹਨਾਂ ਨੇ ਦੂਜਾ ਪੱਤਾ ਵਰਤ ਕੇ ਵੀ ਉਹ ਸ਼ਾਇਦ ਜਥੇਬੰਦੀਆਂ ਦੇ ਕਿਉਂਕਿ ਉਹਨਾਂ ਸਾਡੇ ਕੁਝ ਗਲਤੀਆਂ, ਸਾਡੇ ਆਗੂਆਂ ਤੋਂ ਕੁਝ ਗਲਤੀਆਂ ਹੋਊਗੀਆਂ ਜੀ। ਬਿਲਕੁਲ।
ਹੋ ਹੀ ਜਾਂਦੀਆਂ ਕਰਦੇ ਕੰਮਾਂ ਚੋਂ ਵੀ ਉਹ ਗਲਤੀਆਂ ਦਾ ਖਮਿਆਜਾ ਵੀ ਸ਼ਾਇਦ ਇਹਨਾਂ ਨੂੰ ਹੁਣ ਵੱਧ ਸੱਟ ਮਾਰ ਦਿਆਂਗੇ। ਉੱਤੇ ਹਮਲਾ ਕਰਾਇਆ ਕੁੰਡਲੀ ਬਾਰਡਰ ਤੇ ਇਹਨਾਂ ਨੇ ਆਪਦੇ RSS ਤੇ ਗੁੰਡਿਆਂ ਤੋਂ, ਪਰ ਇਹਦੇ ਬਾਵਜੂਦ ਵੀ ਉਹ ਸਾਡਾ ਮੋਰਚਾ ਨਹੀਂ ਪੱਟ ਹਟੇ। ਜਦੋਂ ਆਪਾਂ ਨਹੀਂ ਆਪਣੀ DKU ਤੱਕ ਰਾਹਾਂ ਨੂੰ ਪਤਾ ਲੱਗਿਆ, ਅਸੀਂ ਕੱਲ ਹੀ ਉਧਰ ਵੱਡਾ ਜਥਾ ਫਿਰ ਪਰਸੋਂ ਇਦੋਂ ਵੀ ਉਸ ਚੌਂਕੀ ਨੂੰ ਤਕੜੀ ਕਰਨਾ ਭੇਜਿਆ ਤੇ ਉਹ ਵੀ ਬਿਲਕੁਲ ਚੜ੍ਹਦੀ ਕਲਾ ਚ ਹੈ। ਆਈ ਅਸੀਂ ਸਿੰਘੂ ਚ ਲਾਇਆ ਨਾਲ ਹਾਜ਼ਰੀ ਚੜ੍ਹਦੀ ਕਲਾ ਚ। ਹੁਣ ਸਾਡੀ ਅਗਲੀ ਵਿਉਂਤ ਤਾਂ ਹੈਗੀ ਹੈ ਵੀ ਅਸੀਂ ਗਾਜੀਪੁਰ ਵੀ ਇੱਕ ਜਥਾ ਭੇਜਾਂਗੇ, ਭਾਵੇਂ ਇਕੱਠ ਉੱਥੇ ਬਹੁਤ ਹੈ ਹਾਂਜੀ, ਪਰ ਕਿਉਂਕਿ ਇਹ ਚੜ੍ਹਦੀ ਕਲਾ ਚ ਲਿਜਾਣ ਖਾਤਰ ਸਾਡੇ ਮਤਲਬ ਇਹ ਘੋਲ ਨੂੰ ਦੋ ਹੋਰਨਾਂ ਸੂਬਿਆਂ ਦੀ ਜਿਹੜੀ ਕਰੰਗੜੀ ਪੈਣੀ ਹੈ, ਮੁਲਕ ਪੱਧਰਾ ਘੋਲ ਬਣਨਾ ਹੈ, ਇਹ ਉਧਰ ਨੂੰ ਅਸੀਂ ਵੱਧ ਰਹੇ ਹਾਂ। ਹਰਿਆਣਾ, ਪੰਜਾਬ ਤੇ ਰਾਜਸਥਾਨ ਤਾਂ ਸਰਹੱਦਾਂ ਲੱਗਦੀਆਂ ਕਰਕੇ ਛੇਤੀ ਹੋ ਗਿਆ। ਤੇ ਕੱਲ ਤੋਂ ਨਵਾਂ ਗੁੱਲ ਦੇਖੋਗੇ ਤੁਸੀਂ, ਅਸੀਂ ਜਦੋਂ ਗਾਜੀਪੁਰ ਨੂੰ ਇੱਥੋਂ ਜਥਾ ਤੋਰਾਂਗੇ ਤੇ ਉਹ ਯੂਪੀ ਦੇ ਲੋਕਾਂ ਨਾਲ, ਯੂਪੀ ਦੇ ਕਿਸਾਨਾਂ ਦੀ ਕਰੰਗੜੀ ਪੰਜਾਬ ਦੇ ਕਿਸਾਨਾਂ ਦੀ ਜਦੋਂ ਪੈਂਦੀ ਹੈ ਇਹਨੇ ਹੋਰ ਵੀ ਚੜ੍ਹਦੀ ਕਲਾ ਵੱਲ ਜਾਣਾ ਹੈ। ਯਾਨੀ ਆਏ ਕੁੱਲ ਮਿਲਾ ਕੇ ਲੋਕਾਂ ਦੇ ਹੌਸਲੇ ਬੁਲੰਦ ਹੈ, ਇਕੱਠ ਨਹੀਂ ਘਟਾ ਸਕੇ। ਇਹਨਾਂ ਨੇ ਯਤਨ ਕੀਤਾ ਵੀ ਅਸੀਂ ਉਹ, ਕਿਉਂਕਿ 1/26 ਤੋਂ ਬਾਅਦ ਇੱਕ ਵੱਡੇ ਹਿੱਸੇ ਨੇ ਮੁੜਨਾ ਸੀ। ਉਹਦਾ ਕਾਰਨ ਇਹ ਸੀਗਾ ਵੀ ਇੱਕ ਤਾਂ 26 ਤਰੀਕ ਨੂੰ ਮਤਲਬ ਇੱਕ ਲੋਕ ਉਹੀ ਆਏ ਨੇ ਪੰਜਾਬ ਤੋਂ ਜਿਨ੍ਹਾਂ ਨੇ 26 ਵਾਲੀ ਪਰੇਡ 'ਚ ਸ਼ਾਮਲ ਹੋਣਾ, ਬਿਲਕੁਲ ਵੱਡਾ ਹਿੱਸਾ ਸੀ, ਉਹਨੇ ਮੁੜਨਾ ਸੀ। ਦੂਸਰਾ ਜਾਨੀ ਇਹ ਸੀਗਾ ਵੀ ਇੱਕ ਹਿੱਸਾ ਜਿਹੜਾ ਰੋਜ਼ ਸਾਡੇ 5-7 ਹਜ਼ਾਰ ਦਾ ਆਦਾਨ ਪ੍ਰਦਾਨ ਹੁੰਦਾ ਹੈ ਉਹ ਆਦਾਨ ਪ੍ਰਦਾਨ ਰੁਕਿਆ ਹੋਇਆ ਸੀ ਇੱਕ ਹਫ਼ਤੇ ਤੋਂ ਵੀ ਯਾਰ ਹੁਣ 26 ਵਾਲੀ ਪਰੇਡ ਨਿਭਾ ਕੇ ਹੀ ਚੱਲਾਂਗੇ, ਆਪਾਂ 26 ਵਾਲਾ ਨਜ਼ਾਰਾ ਦੇਖ ਕੇ ਹੀ ਚੱਲਾਂਗੇ। ਅੱਜ ਯਾਰ ਕਿਸਾਨਾਂ ਦੀ ਪਰੇਡ ਹੈ ਤੇ ਮੁਲਕ ਦੀ ਹਾਲਤ, ਇੱਕ ਪਾਸੇ ਮੁਲਕ ਦੀ ਹਾਲਤ ਹੈ, ਸਾਡੇ ਕਿਰਤੀ ਲੋਕਾਂ ਦੀ, ਇੱਕ ਪਾਸੇ ਉਹ ਚੰਦਕ ਲੋਕਾਂ ਦੀ ਹਾਲਤ ਹੈ, ਵੀ ਦੋਵੇਂ ਹਾਲਤਾਂ ਨੂੰ ਬਰਾਬਰ ਕਰਾਂਗੇ ਇਹਦੇ ਚ। ਇਸ ਕਰਕੇ ਉਹ ਜੋ ਦੋ ਹਿੱਸੇ ਇਕੱਠੇ ਹੋ ਗਏ, ਵੱਡੀ ਗਿਣਤੀ ਮੁੜੀ, ਸਰਕਾਰ ਨੇ ਭਰਮਪਾਲ ਦਾ ਜ਼ੁਲਮ ਕੀਤਾ ਵੀ ਵੱਡਾ ਹਿੱਸਾ ਮੁੜ ਗਿਆ। ਇਹ ਵੀ ਪ੍ਰਚਾਰ ਕਰਿਆ ਪਰ ਉਹ ਪ੍ਰਚਾਰ ਨੂੰ ਕੋਈ ਅਸਰ ਨਹੀਂ ਹੋਇਆ। ਉਦੋਂ 26 ਨਾਲੋਂ ਅੱਜ ਹੁਣ ਸਾਡੇ ਮੋਰਚਿਆਂ ਤੇ ਦੁੱਗਣਾ ਇਕੱਠ ਹੈ, ਇਸ ਗੱਲੋਂ ਚੜ੍ਹਦੀ ਕਲਾ ਦੇ ਵਿੱਚ ਹੈ, ਕੋਈ ਸਮੱਸਿਆ ਨਹੀਂ ਇਸ ਗੱਲ ਦੀ। ਸਾਰੇ ਤੇ ਇਸ ਗੱਲ ਤੋਂ ਆਸ ਬਣਾਉਂਦੀ ਹੈ ਵੀ ਮੋਦੀ ਹਕੂਮਤ ਨੇ ਇਹਨਾਂ ਦਿਨਾਂ ਦੇ ਵਿੱਚ ਦਾਬ ਪਾ ਕੇ ਇੰਟਰਨੈਟ ਬੰਦ ਕਰ ਦਿਓ, ਬਿਜਲੀ ਬੰਦ ਕਰ ਦਿਓ, ਪਰਚੇ ਪਾ ਦਿਓ ਤੇ 200 ਦੇ ਲਗਭਗ ਫੜੋਫੜੀ ਕਰਕੇ ਅੰਦਰ ਕਰਤੇ ਸਾਡੇ ਨੌਜਵਾਨ ਵੀ ਸ਼ਾਇਦ ਆਏ ਸੱਟ ਮਾਰ ਕੇ ਤੇ ਵੱਡੀਆਂ ਪੁਲਿਸ ਦੀਆਂ ਧਾੜਾਂ ਦੀਆਂ ਲਾ ਕੇ ਮੋਰਚਿਆਂ ਨੂੰ ਨਾਕਾਬੰਦੀ ਕਰਕੇ ਵੀ ਸ਼ਾਇਦ ਇਹ ਹੌਸਲੇ ਡਾਊਨ ਕਰ ਦਿਆਂਗੇ। ਇਹ ਕੁਛ ਨਹੀਂ ਪਤਾ ਚੱਲ ਸਕਿਆ ਮੋਦੀ ਹਕੂਮਤ ਦਾ, ਤੇ ਪ੍ਰੋਗਰਾਮ ਬਿਲਕੁਲ ਚੜ੍ਹਦੀ ਕਲਾ ਚ ਹੈ। ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪੱਤਾ ਵਰਤਣ ਦਾ ਯਤਨ ਕੀਤਾ ਵੀ ਇਹ ਖਾਲਿਸਤਾਨੀ ਹੈ, ਇਹ ਟੁਕੜੇ ਗਏ ਗਏ, ਇਹ ਪਾਕਿਸਤਾਨ ਦੇ ਚੱਕੇ ਹੋਏ ਹੈ, ਇਹ ਵਿਚੋਲ ਗਏ ਹੈ, ਇਹ ਤਾਂ ਮਾਓਵਾਦੀ ਹੈ, ਇਹ ਤਾਂ ਨਕਸਲੀ ਹੈ। ਉਹ ਪੱਤਾ ਵੀ ਕੋਈ ਨਹੀਂ ਚੱਲਿਆ, ਸਿਰਫ ਕਿਸਾਨ ਅੰਦੋਲਨ ਹੈ, ਕਿਸਾਨਾਂ ਦੀ ਲੜਾਈ ਹੈ। ਇਹਨੂੰ ਬਣਾਉਣ ਦੇ ਵਿੱਚ ਵੀ ਇਹ ਆਪਾਂ ਕਾਮਯਾਬ ਆ ਤੇ ਸਰਕਾਰ ਨੂੰ ਫੇਲ ਹੋਇਆ, ਉਹਦੀਆਂ ਸਾਰੀਆਂ ਚਾਲਾਂ ਫੇਲ ਕੀਤੀਆਂ। ਇਹ ਸਾਰੀਆਂ ਚਾਲਾਂ ਫੇਲ ਕਰਕੇ ਵੀ ਸਾਡਾ ਜਿਹੜਾ ਅੰਦੋਲਨ ਹੈ ਚੜ੍ਹਦੀ ਕਲਾ ਚ ਜੀ। ਬਿਲਕੁਲ ਸਾਥੀ ਜੀ, ਮੈਂ ਪੁੱਛਣਾ ਚਾਹਾਂਗਾ, ਮੈਂ ਕੁਦਰਤੀ ਫੋਨ ਮੈਂ ਕੀਤਾ ਮਨਜੀਤ ਸਿੰਘ ਘਰਾਚੋ ਜੀ ਨੂੰ ਜਦੋਂ ਉਹ ਕੁੰਡਲੀ ਬਾਰਡਰ ਵੱਲੋਂ ਜਾ ਰਹੇ ਸੀ, ਰਸਤੇ ਦੇ ਵਿੱਚ ਪੁਲਿਸ ਨੇ ਰੋਕਿਆ। ਉਹ ਵੀ ਸਰੋਤਿਆਂ ਦਾ ਸਾਂਝ ਪਾਓ ਕਿ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੱਕ ਜਾਣ ਵਾਸਤੇ ਵੀ ਜਿਹੜੀ ਪ੍ਰਸ਼ਾਸਨ ਆ ਕਿਸ ਤਰ੍ਹਾਂ ਉਹ ਵਿੱਚ ਜਿਹੜੀ ਅੜਚਨਾ ਪੈਦਾ ਕਰ ਰਿਹਾ ਹੈ। ਬਿਲਕੁਲ ਜੀ ਬਿਲਕੁਲ, ਉਹ ਚਾਹੁੰਦੇ ਹੀ ਨਹੀਂ। ਪਹਿਲੀ ਗੱਲ ਤਾਂ ਇਹਨਾਂ ਨੇ ਆਹ ਵੀ ਜਿਵੇਂ ਇਹ ਬਣਾਉਣ ਦਾ ਯਤਨ ਕੀਤਾ ਵੀ ਗਾਜੀਪੁਰ ਵਾਲਾ ਜਿਹੜਾ ਬਾਰਡਰ ਹੈ, ਗਾਜੀਪੁਰ ਵਾਲਾ ਮੋਰਚਾ ਹੋਰ ਹੈ, ਕੁੰਡਲੀ ਵਾਲਾ ਹੋਰ ਹੈ, ਇਹ ਸਿੰਘੂ ਵਾਲਾ ਹੋਰ ਹੈ, ਇੱਧਰ ਟਿੱਕਰੀ ਵਾਲਾ ਹੋਰ ਹੈ, ਟਿੱਕਰੀ ਵਾਲਾ ਵੀ 2 ਹਿੱਸਿਆਂ ਦਾ ਹੈ, ਇੱਧਰ ਸ਼ਾਹਜਹਾਂਪੁਰ ਵਾਲਾ ਹੋਰ ਹੈ। ਪਰ ਇਹ ਗੱਲ ਨੂੰ ਆਪਾਂ ਸਾਬਤ ਕਰਨ ਲਈ ਸਾਰਾ ਇੱਕ ਹੈ ਇਹ। ਇੱਥੇ ਜਿਹੜੀ ਵੀ ਚੌਂਕੀ ਸਾਡੀ ਕਮਜ਼ੋਰ ਹੋਊਗੀ ਉਹਨੂੰ ਤਕੜਾ ਕਰਾਂਗੇ, ਉਹਨੂੰ ਤਕੜਾ ਕਰਨ ਖਾਤਰ ਅਸੀਂ ਇੱਥੋਂ ਜੋ ਟੁਕੜੀ ਭੇਜੀ ਹੈ। ਇਹ ਵੀ ਮਤਲਬ ਸੱਤੀ ਕੱਪੜੀ ਅੱਗ ਲੱਗੀ ਹੈ ਮੋਦੀ ਹਕੂਮਤ ਨੂੰ, ਜਦੋਂ ਕਿ ਇਹ ਕੋਈ ਅਸੂਲ ਨਹੀਂ। ਅਸੀਂ ਕਹਿੰਦੇ ਆ ਵੀ ਠੀਕ ਹੈ, ਜਿੱਥੇ ਨਾਕੇਬੰਦੀ ਕੀਤੀ ਹੋਈ ਹੈ ਦਿੱਲੀ 'ਚ ਤੁਸੀਂ ਨਹੀਂ ਵੜਨ ਦਿੰਦੇ ਕਿਸਾਨ, ਦਿੱਲੀ ਦੀਆਂ ਸਰਹੱਦਾਂ ਤੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੈ, ਉਹ ਗੱਲ ਸਮਝ ਆਉਂਦੀ ਹੈ। ਪਰ ਪਿਛਲੇ ਪਾਸੇ ਵੀ ਤੁਸੀਂ ਨਾਕੇ ਲਾਓ ਵੀ ਹੋਰ ਇੱਕ ਦੂਜੇ ਨੂੰ, ਇੱਕ ਦੂਜੇ ਦੀ ਹਮਾਇਤ ਤੇ ਦੂਜੇ ਤੋਂ ਦੂਜੇ ਜਾਣ ਦੀ ਹਮਾਇਤ ਤੇ ਰੋਕੋ, ਇਹ ਬਰਦਾਸ਼ਤ ਨਹੀਂ ਕਰਨਗੀਆਂ ਕਿਸਾਨ ਜਥੇਬੰਦੀਆਂ। ਤੇ ਉਹਨਾਂ ਨੇ ਉਹੀ ਕੀਤਾ ਜਦੋਂ ਸਾਡਾ ਟਿੱਕਰੀ ਬਾਰਡਰ ਤੋਂ ਇੱਧਰ ਕੁੰਡਲੀ ਬਾਰਡਰ ਲਈ ਪ੍ਰਵੇਸ਼ ਕਰਨ ਲਈ 10 ਕਿਲੋਮੀਟਰ ਉਹਨਾਂ ਨੇ ਪੂਰੀ ਤਰ੍ਹਾਂ ਚੰਗਾ ਨਾਕਾ ਪੂਰੀ ਤਰ੍ਹਾਂ ਉਹਨਾਂ ਨੇ ਰੋਕਣ ਦਾ ਯਤਨ ਕੀਤਾ ਤੇ ਪੁਲਿਸ ਨੇ ਭੈੜੇ ਸ਼ਬਦ ਬੋਲੇ ਆ, ਗਾਲਾਂ ਕੱਢੀਆਂ ਸਾਡੇ ਵੀ, ਉਹ ਕਸਾ ਦਈਏ ਇਹਨਾਂ ਨੂੰ ਵੀ ਕਸਾ ਕੇ ਇਹ ਚੱਕਰ ਲੈਣ ਤੇ ਇਹ ਸਾਨੂੰ ਮਤਲਬ ਇੱਕ ਹੋਰ ਹਮਲਾ ਕਰਨ ਦਾ ਮੌਕਾ ਮਿਲੇ। ਪਰ ਸਾਡੀ ਕਿਉਂਕਿ ਲੀਡਰਸ਼ਿਪ ਸਿਆਣੀ ਲੀਡਰਸ਼ਿਪ ਸੀ, ਸਹਿਯੋਗ ਅਗਵਾਈ ਸੀ, ਉਹਨਾਂ ਨੇ ਮਤਲਬ ਉਹਨਾਂ ਦਾ ਇਹ ਸਾਰਾ ਕੁਝ ਬਰਦਾਸ਼ਤ ਕਰਦਿਆਂ ਹੋਇਆਂ ਤੇ ਹੌਸਲੇ ਢਾਉਣ ਖਾਤਰ ਉਹਨਾਂ ਨੇ ਮੂਹਰੇ ਖਾਈਆਂ ਪੱਟਣੀਆਂ ਸ਼ੁਰੂ ਕਰਤੀਆਂ। ਜਿਹੜੇ ਰਸਤਿਆਂ ਦੇ ਵਿੱਚ ਸਰਕਾਰਾਂ ਦਾ ਕੰਮ ਦੇਖੋ, JVC ਮਸ਼ੀਨਾਂ ਲਾ ਕੇ ਵੱਡੀਆਂ ਖਾਈਆਂ ਪੱਟਤੀਆਂ। ਪਰ ਸਾਡੇ
ਲੋਕਾਂ ਦੇ ਹੌਸਲੇ ਇੰਨੇ ਬੁਲੰਦ ਆ, ਐਡੀ ਸਾਡੀ ਸੁਲਝੀ ਹੋਈ ਲੀਡਰਸ਼ਿਪ ਆ, ਉਹਨਾਂ ਨੇ ਆਖਿਆ ਵੀ ਆਪਾਂ ਇੱਥੇ ਉੱਧਣ ਦੀ ਬਜਾਏ ਜੀ ਇਹ ਆਪਣੇ ਮਿਸ਼ਨ ਤੋਂ ਭੜਕਾਉਣਾ ਚਾਹੁੰਦੇ, ਆਪਾਂ ਆਪਦਾ ਮਿਸ਼ਨ ਨੂੰ ਪੂਰੇ ਤਰ੍ਹਾਂ ਉਤਰਨ ਦਾ ਖਾਤਰ ਉਹਨਾਂ ਨੇ ਰਸਤਾ ਬਦਲਿਆ, ਪਰ ਆਪਦੇ ਮਿਸ਼ਨ ਤੇ ਆਪਦੇ ਮੰਜ਼ਿਲ ਤੇ ਪਹੁੰਚੇ ਆ। ਉੱਥੇ ਜਾ ਕੇ ਕੁੰਡਲੀ ਬਾਰਡਰ ਦੇ ਵਿੱਚ ਜਾ ਕੇ ਆਪਣਾ ਜੱਥਾ ਪ੍ਰਵੇਸ਼ ਕੀਤਾ, ਉਹਨਾਂ ਨੂੰ ਹੋਰ ਹੌਸਲਾ ਮਿਲਿਆ, ਉਹ ਚੜ੍ਹਦੀ ਕਲਾ ਚ ਕੀਤਾ ਹੈ। ਇਹ ਨਰਦਵੀ ਜਣੀ ਜੇ ਕਹਿਣਾ ਹੋਵੇ ਉਹ ਸਰਕਾਰ ਦੀ ਸਾਡੇ ਉਸ ਕਾਫਲੇ ਨੇ ਬੁਰੀ ਤਰ੍ਹਾਂ ਕੁੱਟੀ ਹੈ, ਉਹ ਚਾਲ ਉਹਦੀ ਸਰਕਾਰ ਦੀ ਫੇਲ ਹੋਈ ਹੈ। ਉਹ ਸਾਰੇ ਸੰਸਾਰ ਦੇ ਵਿੱਚ ਇਸ ਗੱਲ ਦੀ ਮੋਦੀ ਹਕੂਮਤ ਦੀ ਤੋਏ ਹੋਈ ਹੈ, ਥੂ ਹੋਈ ਹੈ ਇਸ ਗੱਲ ਕਰਕੇ। ਜਾਣੀ ਉਹ ਵੀ ਇਸ ਕਿਸਮ ਦਾ ਮਾਮਲਾ ਆਈ ਜੇ ਸਰਕਾਰ ਇਸ ਕਿਸਮ ਦੇ ਡਿੱਕੇ ਡਾਉਣੇ ਚਾਹੂਗੀ ਤਾਂ ਉਹ ਲੋਕ ਬਰਦਾਸ਼ਤ ਨਹੀਂ ਕਰਨਗੇ। ਲੋਕ ਕਿਉਂਕਿ ਲੋਕ ਸਮਝ ਚੁੱਕੇ ਆ ਇਹ ਇਸ ਘੋਲ ਨੂੰ ਕੋਈ ਹੋਰ ਰੰਗਤ ਦੇਣਾ ਚਾਹੂਗਾ, ਕਿਸਾਨੀ ਤੋਂ ਉੱਪਰ ਭਾਵੇਂ ਧਰਮ ਦਾ ਮਾਮਲਾ ਚਾਹੇ ਹੋਰ ਮਾਮਲਾ, ਉਹ ਵੀ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ। ਮੈਂ ਉਹਨਾਂ ਵੀਰਾਂ ਨੂੰ ਵੀ ਚਾਹੂੰਗਾ ਵੀ ਜਿਹੜੇ ਕੋਈ ਹੋਰ ਮੰਗਾਂ ਮਸਲਿਆਂ ਦੀ ਗੱਲ ਕਰਨਗੇ ਜਾਂ ਹੋਰ ਇਹਨੂੰ ਧਰਮ ਦੀ ਰੰਗ ਦੇਣ ਦੀ ਗੱਲ ਕਰਨਗੇ ਜਾਂ ਕਿਸੇ ਹੋਰ ਰਾਜ ਕਰਨ ਦੀ ਗੱਲ ਕਰਨਗੇ, ਉਹ ਇਹ ਅੰਦੋਲਨ ਉਹਨਾਂ ਨੂੰ ਇਜਾਜ਼ਤ ਨਹੀਂ ਦੇਊਗਾ। ਬਿਲਕੁਲ ਚੜ੍ਹਦੀ ਕਲਾ ਚ ਜੀ ਉਹ ਇਹ ਕਹਾਣੀ ਸੀਗੀ ਉਹ ਟਿੱਕਰੀ ਤੋਂ ਕੁੰਡਲੀ ਤੱਕ ਜਾਣ ਦੀ। ਬਿਲਕੁਲ ਸਾਥੀ ਜੀ, ਆਪਾਂ ਬਿਲਕੁਲ 26 ਜਨਵਰੀ ਜਿਹੜਾ ਘਟਨਾਕ੍ਰਮ ਆ ਉੱਤੇ ਵੀ ਆਵਾਂਗੇ। ਉਸ ਤੋਂ ਪਹਿਲਾਂ ਸਾਥੀ ਜੀ ਮੈਂ ਚਾਹੂੰਗਾ ਕਿ ਸਰੋਤਿਆਂ ਨੂੰ ਦੱਸੋ ਅਸਲ ਦੇ ਵਿੱਚ ਜਿਹੜੀ ਮੀਡੀਆ ਨੇ ਜਿਹੜਾ ਭਾਰਤ ਦਾ ਮੋਦੀ ਦਾ ਜਿਹੜਾ ਗੋਦੀ ਮੀਡੀਆ ਹੈ, ਜਿਹੜੀਆਂ ਉਹਨਾਂ ਨੇ ਤਸਵੀਰਾਂ ਜਾਂ ਜਿਹੜੀਆਂ ਵੀਡੀਓ ਨਹੀਂ ਦਿਖਾਈਆਂ ਕਿਉਂਕਿ ਉਹਨਾਂ ਨੇ ਸਿਰਫ ਤੇ ਸਿਰਫ ਲਾਲ ਕਿਲੇ ਤੇ ਹੀ ਫੋਕਸ ਕੀਤਾ। 26 ਜਨਵਰੀ ਵਾਲੇ ਦਿਨ ਲੋਕਾਂ ਦਾ ਜਲਾਓ ਕਿਹੋ ਜਿਹਾ ਸੀਗਾ, ਕਿਸ ਤਰੀਕੇ ਨਾਲ ਉਹ ਸਾਡੀ ਮਾਰਚ ਰਹੀ? ਦੇਖੋ ਜੀ, ਇਹ ਅਸੀਂ ਕਹਾਂਗੇ ਇੱਕ ਹੱਦ ਤੱਕ ਮੋਦੀ ਹਕੂਮਤ ਸਾਜ਼ਿਸ਼ ਘੜ ਕੇ ਉਸ ਦਿਨ ਦੀਆਂ ਤਸਵੀਰਾਂ ਕੁਝ ਹੱਦ ਤੱਕ ਨਾ ਦਿਖਾਉਣ ਦੇ ਵਿੱਚ ਜਿਹੜੀ ਦੁਨੀਆ ਦੇ ਸਾਹਮਣੇ ਇੱਕ ਹਕੀਕਤ ਕਿਰਤੀ ਲੋਕਾਂ ਦੇ ਭਾਰਤ ਦੀ ਦਿਖਾਉਣੀ ਸੀ, ਉਹ ਦਿਖਾਉਣ ਦੇ ਵਿੱਚ ਮੋਦੀ ਹਕੂਮਤ ਉਹਨੂੰ ਕਾਮਯਾਬ ਹੋਈ ਹੈ। ਘੱਟ ਦਿਖੀਆਂ ਘੱਟ ਦਿਖੀਆਂ ਕਿਉਂ? ਕਿਉਂਕਿ ਸਾਜ਼ਿਸ਼ ਦੇ ਤਹਿਤ ਉਹਨਾਂ ਨੇ ਲਾਲ ਕਿਲੇ ਵਾਲੀ ਉਹ ਘਟਨਾ ਆਪ ਸਾਜ਼ਿਸ਼ ਰਚ ਕੇ ਆਪ ਉਹ ਕਰਵਾਈ ਜੀ। ਤੇ ਫਿਰ ਸਾਰਾ ਫੋਕਸ ਮੋਦੀ ਮੀਡੀਆ ਵੀ ਸਾਰਾ ਮੀਡੀਆ ਨੇ ਉਹ ਸਾਰਾ ਲਾਲ ਕਿਲੇ ਤੇ ਫੋਕਸ ਕਰਤਾ। ਲੱਖਾਂ ਟਰੈਕਟਰਾਂ ਨੇ ਮਾਰਚ ਕੀਤਾ, ਸਾਰੀਆਂ ਸੜਕਾਂ ਤੇ ਜਾਬਤੇ 'ਚ ਰਹਿ ਕੇ ਕੀਤਾ, ਅਮਨ ਅਮਾਨ ਨਾਲ ਕੀਤਾ। ਉਹ ਤਸਵੀਰ ਨਹੀਂ ਗਈ ਉਨੀ ਸਾਰੇ ਦੇਸ਼ ਵਿਦੇਸ਼ ਦੇ ਵਿੱਚ। ਇਸ ਕਰਕੇ ਉਹ ਜਾਣਬੁੱਝ ਕੇ, ਕਿਉਂਕਿ ਸਾਰਾ ਫੋਕਸ ਜਿਹੜਾ ਗੋਦੀ ਮੀਡੀਆ ਸੀ ਉਹ ਤਾਂ ਲਾਲ ਕਿਲੇ ਤੇ ਹੋ ਗਿਆ। ਉਹ ਜੀ ਦੇਸ਼ ਦਾ ਅਪਮਾਨ ਹੋ ਗਿਆ, ਇਹ ਰਾਸ਼ਟਰ ਦਾ ਅਪਮਾਨ ਹੋ ਗਿਆ, ਤਿਰੰਗੇ ਦਾ ਅਪਮਾਨ ਹੋ ਗਿਆ। ਇਹ ਸੋਚ ਸਮਝ ਕੇ ਅਸੀਂ ਸਮਝਦੇ ਹਾਂ ਵੀ ਲੋਕ ਮੋਦੀ ਹਕੂਮਤ ਨਾਲੋਂ ਲੋਕ ਵੱਧ ਪਿਆਰ ਕਰਦੇ ਆ ਰਾਸ਼ਟਰ ਨੂੰ, ਲੋਕ ਵੱਧ ਤਿਰੰਗੇ ਨੂੰ ਪਿਆਰ ਕਰਦੇ ਆ, ਲੋਕ ਵੱਧ ਰਾਸ਼ਟਰ ਦੇ ਅਸਲ ਹੱਕਦਾਰ ਹੈਗੇ ਆ। ਕੱਲਾ ਮੋਦੀ ਜਾਂ ਭਾਜਪਾ ਹੀ ਨਹੀਂ ਇਹ ਰਾਸ਼ਟਰ ਦੀ ਹੱਕਦਾਰ। ਠੀਕ ਆ, ਇਹ ਵਕਤੀ ਹੈ, ਉਹ ਵੀ ਉਹਨਾਂ ਨੇ ਕੱਢਤਾ। ਉਹ ਉਸ ਦਿਨ ਦੀਆਂ ਤਸਵੀਰਾਂ ਜਿਹੜਾ ਖਾਸ ਕਰਕੇ ਮੋਦੀ ਮੀਡੀਆ ਚਾਹੁੰਦਾ ਸੀ, ਉਹ ਮੋਦੀ ਦਾ ਗੋਦੀ ਮੀਡੀਆ ਉਹਨੇ ਉਹ ਭਰਮ ਪਾਲਿਆ। ਟੁੱਟ ਜੂਏ ਵੀ ਹੌਲੀ ਹੌਲੀ। ਠੀਕ ਹੈ, ਤੇਰਾ ਇੱਕ ਵਾਰੀ ਹਕੂਮਤਾਂ ਕੋਲੇ ਵੱਡੇ ਸਾਧਨ ਹੁੰਦੇ ਆ, ਉਹ ਇਹ ਮੀਡੀਆ ਦਾ ਸਾਧਨ ਵੀ ਉਹਨਾਂ ਕੋਲੇ ਵੱਡਾ ਹੈ। ਇਧਰੋਂ ਤਾਂ ਹੁਣ ਤੁਸੀਂ ਦੇਖ ਲਓ, ਨੈਟ ਬੰਦ ਕਰਕੇ, ਭਲਾ ਨੈਟ ਬੰਦ ਕਰਨ ਦਾ ਮਕਸਦ ਕੀ ਹੈ? ਵੀ ਲੋਕਾਂ ਕੋਲੇ ਅਸਲੀ ਤਸਵੀਰ ਨਾ ਜਾਵੇ। ਜੀ ਬਿਲਕੁਲ ਬਿਲਕੁਲ ਆਪਦੀ ਤਸਵੀਰ ਦਿਖਾ ਰਹੇ ਆ। ਹਾਂ, ਪਰ ਸਾਨੂੰ ਲੋਕਾਂ ਤੇ ਭਰੋਸਾ, ਲੋਕ ਇਤਿਹਾਸ ਦੇ ਸਿਰਜਣਹਾਰ ਹੁੰਦੇ ਆ, ਇਤਿਹਾਸ ਸਿਰਜਣਗੇ, ਲੋਕ ਸਿਰਜਿਆ ਜਾ ਰਿਹਾ। ਇਹ ਚਾਲ ਵੀ ਮੋਦੀ ਦੀ ਕੁਛ ਦਿਨ ਦੀ ਖੇਡ ਹੈ। ਕਰ ਦੇਣਗੇ, ਲੋਕਾਂ ਕੋਲੇ ਆਪਦੇ ਸਾਧਨ ਹੈਗੇ ਆ ਬਥੇਰੇ। ਪ੍ਰਚਾਰ ਤੁਹਾਡੇ ਵਰਗੇ ਵੀਰ ਬੈਠੇ ਆ ਜਿਹੜੀ ਸਾਡੀ ਗੱਲ ਦੁਨੀਆ 'ਚ ਪਹੁੰਚਾ ਰਹੇ ਆ। ਇਹ ਤਸਵੀਰ ਨੂੰ ਤੁਹਾਡੇ ਵਰਗੇ ਇਹੋ ਜਿਹੇ ਚੈਨਲਾਂ ਤੇ, ਇਹੋ ਜਿਹੇ ਰੇਡੀਓ ਤੇ, ਇਹੋ ਜਿਹੇ ਪ੍ਰੋਗਰਾਮਾਂ ਤੇ ਸਾਨੂੰ ਭਰੋਸਾ ਜਿਹੜੇ ਲੋਕਾਂ ਦੇ ਆ, ਲੋਕ ਪੱਖੀ ਹੈ, ਪੱਤਰਕਾਰ ਬੈਠੇ ਆ। ਉਹ ਕੋਈ ਨਹੀਂ, ਉਸ ਸਮੇਂ ਦੀ ਖੇਡ ਹੁੰਦੀ ਹੈ। ਇਹ ਮੋਦੀ ਹਕੂਮਤ ਵੀ ਇਹ ਕੁੱਲ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਦੂਗਾ। ਇਹ ਬਿਲਕੁਲ ਨਹੀਂ ਹੋ ਸਕਦਾ। ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚੂਗੀ। ਜੀ ਬਿਲਕੁਲ ਬਿਲਕੁਲ ਸਾਥੀ ਜੀ, 26 ਜਨਵਰੀ ਵਾਲੀ ਘਟਨਾਕ੍ਰਮ ਤੇ ਆਉਣ ਤੋਂ ਪਹਿਲਾਂ ਇੱਕ ਮੈਂ ਹੋਰ ਸਵਾਲ ਕਰਨਾ ਚਾਹੁੰਦਾ ਕਿ ਜੋ ਲਾਲ ਕਿਲੇ ਦਾ ਕਾਂਡ ਹੋਇਆ, ਕਿਉਂਕਿ ਜਿਹੜੇ ਆਪਣੇ ਕਿਸਾਨੀ ਜਥੇਬੰਦੀਆਂ ਦੇ ਆਗੂ ਨੇ ਉਹ ਕੁੱਟਾਂ ਵੀ ਖਾ ਚੁੱਕੇ ਨੇ, ਸਰੀਰ ਦੇ ਅੰਗ ਵੀ ਤੜਵਾ ਚੁੱਕੇ ਨੇ, ਸ਼ਹੀਦੀਆਂ ਵੀ ਪ੍ਰਾਪਤ ਕਰ ਚੁੱਕੇ ਨੇ। ਉਹਨਾਂ ਤੇ ਪਰਚੇ ਹੋਣਾ ਨਵੀਂ ਗੱਲ ਨਹੀਂ, ਪਰ ਜਿਹੜੇ ਇਹ 44-50 ਦੇ ਕਰੀਬ ਜਿਹੜੇ ਪਰਚੇ ਹੁਣ ਤੱਕ ਹੋ ਚੁੱਕੇ ਆ ਜਥੇਬੰਦੀਆਂ ਦੇ ਆਗੂਆਂ ਦੇ, ਉਹ ਮਸਲਾ ਥੋੜਾ ਸਰੋਤਿਆਂ ਦਾ ਸਾਂਝਾ ਕਰੋ ਜੀ। ਦੇਖੋ ਜੀ, ਇਹ ਸਰਕਾਰ ਕੋਲੇ ਹਥਿਆਰ ਹੀ ਹੁੰਦੇ ਆ। ਆਪਾਂ ਕਹਿੰਦੇ ਹੁੰਦੇ ਆ ਬਲ ਦੀ ਨੀਤੀ, ਛਲ ਦੀ ਨੀਤੀ। ਇਹ ਬਲ ਦੀ ਨੀਤੀ ਦੇ ਅੰਗਨ ਇਹਨਾਂ ਨੇ ਪਰਚੇ ਪਾਉਣੇ ਹੁੰਦੇ ਆ, ਕੁੱਟ ਕਟਾਪਾ ਕਰਨਾ ਹੁੰਦਾ ਹੈ, ਜੇਲ੍ਹਾਂ 'ਚ ਸੁੱਟਣਾ ਹੁੰਦਾ ਹੈ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੇਰੇ ਤੇ 45 ਪਰਚੇ ਪਹਿਲਾਂ ਪੰਜਾਬ ਦੇ ਪਏ ਹੋਏ ਆ। ਠੀਕ ਹੈ ਜੀ, ਹਾਂਜੀ। ਹੁਣ ਇਹਦੇ ਨਾਲ ਕੀ ਕਰ ਦੇਣਗੇ? ਇਹਦੇ ਨਾਲ ਕੀ ਕਰ ਦੇਣਗੇ? 5-4 ਦਿੱਲੀ ਦੇ ਪੈ ਜਾਣਗੇ, ਜਿਹੜੀਆਂ 36 FIR ਹੈ। ਜੇ 38 'ਚ ਵੀ ਦਰਜ ਕਰ ਦੇਣਗੇ, ਪਹਿਲਾਂ ਪੰਜਾਬ ਸਰਕਾਰ ਨੇ ਵੀ 4 FIR ਇਕੱਠੀਆਂ ਚੰਡੀਗੜ੍ਹ ਦੀਆਂ ਕੀਤੀਆਂ ਸੀ, ਚੰਡੀਗੜ੍ਹ ਦੀਆਂ ਤਰੀਕਾਂ ਭੁਗਤੀਆਂ ਸੀ ਸਾਲਾਂ ਬੱਧੀ। ਤੇ
ਉਹ ਜੇਲ੍ਹ ਕੋਈ ਨਹੀਂ ਪੰਜਾਬ ਦੀ ਜਿਹੜੀ ਰਹਿੰਦੀ ਹੈ ਦੇਖਣ ਨੂੰ। ਤੇ ਹੁਣ ਇਹ ਤਿਹਾੜ ਜੇਲ੍ਹ ਦਿਖਾਉਣ ਨੂੰ ਫਿਰਦੇ ਹੋਣਗੇ, ਦੇਖ ਲਾਂਗੇ, ਕੋਈ ਗੱਲ ਨਹੀਂ। ਦੂਜਾ ਹਾਂ, ਜਿੱਥੋਂ ਤੱਕ ਤਸ਼ੱਦਦ ਦਾ ਮਾਮਲਾ ਹੈ ਇਹ ਵੀ ਸਰਕਾਰ ਕੋਲੇ ਹੁੰਦਾ, ਇਹ ਵੀ ਕਰਕੇ ਦੇਖ ਲਵੇ, ਕੋਈ ਗੱਲ ਨਹੀਂ। ਪਰ ਜਿਹੜੇ ਲੋਕ ਕਿਸੇ ਮੰਜ਼ਿਲ ਨੂੰ ਲੈ ਕੇ ਤੁਰਦੇ ਹੁੰਦੇ ਆ, ਇਹ ਗੱਲਾਂ ਇਹ ਨਹੀਂ ਦਬਾ ਸਕਦੀਆਂ ਹੁੰਦੀਆਂ। ਪਰਚੇ ਪੁਰਚੇ ਪੈਂਦੇ ਰਹਿਣਗੇ, ਪੈਂਦੇ ਆਏ ਆ ਚਲੇ ਜਾਣਗੇ, ਪਰਚੇ ਹੋਰ ਪਾ ਲੈਣਗੇ। ਕਿਉਂਕਿ ਜਿਹੜੇ ਲੋਕਾਂ ਨੇ ਮਿਸ਼ਨ ਮੰਨ ਲਿਆ, ਲੋਕਾਂ ਦੀ ਲੜਾਈ ਲੜਨੀ ਆ, ਉਹ ਮਿਸ ਕੇ ਤੁਰੇ ਹੋਇਆ ਭਰਾ ਜੀ, ਪਰਚੇ ਵੀ ਪੈਣਗੇ, ਇਹਨਾਂ ਦਾ ਤਸ਼ੱਦਦ ਵੀ ਝੱਲਣਾ ਪਊਗਾ, ਦੋਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਕਿਉਂਕਿ ਜੇ ਲੋਕਾਂ ਦੀ ਆਵਾਜ਼, ਲੋਕਾਂ ਦੀ ਲੜਾਈ ਲੜਨੀ ਆ, ਪਹਿਲਾਂ ਸਾਡਾ ਵਿਰਸਾ ਹੈ, ਤਾਂ ਸਾਡੇ ਗੁਰੂਆਂ ਪੀਰਾਂ ਨੇ, ਸਾਡੇ ਭਗਤ ਸਰਾਭਿਆਂ ਨੇ, ਇਹ ਜੇ ਹੱਸ ਕੇ ਸਾਡੇ ਨੌਜਵਾਨ ਫਾਂਸੀਆਂ ਤੇ ਚੜ੍ਹ ਗਏ, ਭਗਤ ਸਿੰਘ ਵਰਗੇ 19 ਸਾਲ ਦੀ ਉਮਰ ਦੇ ਵਿੱਚ ਸਰਾਭਾ ਆਪਦੀ ਜ਼ਿੰਦਗੀ ਨਿਛਾਵਰ ਕਰ ਗਿਆ ਲੋਕਾਂ ਖਾਤਰ, ਤੇ ਚੜ੍ਹਦੀ ਕਲਾ 'ਚ ਗਏ ਆ। ਜੇ ਫਾਂਸੀਆਂ ਨੇ ਉਹਨਾਂ ਨੂੰ ਦਿਲਾ ਸਕੀਆਂ, ਸਾਡੇ ਗਦਰੀ ਬਾਬਿਆਂ ਨੇ ਐਡੇ ਐਡੇ ਕੁੱਬ ਪੈ ਗਏ ਉਹਨਾਂ ਦੇ ਵਿੱਚ ਪਿੰਜਰਿਆਂ 'ਚ ਬੰਦ ਕਰਕੇ, ਉਹਨਾਂ ਦੇ ਹੌਸਲਿਆਂ ਨੂੰ ਜਿੰਨੀ ਇਹ ਦਿਲਾ ਸਕੇ, ਤਾਂ ਅੱਜ ਵੀ ਇਹ ਮਤਲਬ ਜਿੰਨਾ ਮਰਜ਼ੀ ਜ਼ਬਰ ਕਰ ਗਏ, ਇਹ ਜ਼ਬਰ ਦਾ ਜਿਹੜਾ ਕੁਹਾੜਾ ਹੈ ਜਾਂ ਇਹ ਪਰਚੇ ਪੁਰਚੇ ਪਾਏ ਆ ਜਿਹੜੇ ਇਹਨਾਂ ਨੇ, ਇਹ ਭੁਲੇਖਾ ਇਹਨਾਂ ਦਾ, ਇਹ ਘੋਲ ਨੂੰ ਨਹੀਂ ਦਬਾ ਸਕਣਗੇ। ਕੋਈ ਗੱਲ ਨਹੀਂ, ਹੋਰ ਪਾ ਲੈਣ ਪਰਚੇ, ਜਿੰਨੇ ਮਰਜ਼ੀ ਗ੍ਰਿਫਤਾਰੀਆਂ ਕਰ ਲੈਣ, ਕਿਉਂਕਿ ਲੋਕ ਆਏ ਹੋਏ ਲੜਾਈ ਦੇ ਮੈਦਾਨ ਤੇ। ਇਹ ਚੰਦ ਲੋਕਾਂ ਦੀ ਖੇਡ ਨਹੀਂ। 50 ਤੇ ਪਰਚੇ ਪਾਏ ਆ ਇਹਨਾਂ ਨੇ, 22 ਨੇ, 200 ਤੇ FIR ਦਰਜ ਕੀਤੀਆਂ, 38 ਹੈ, ਕਰ ਲੈਣ ਜਿੰਨੇ ਮਰਜ਼ੀ। ਲੋਕ ਆਏ ਹੋਏ ਆ, ਇਹਦੇ ਨਾਲ ਕਿਤੇ ਘੋਲ ਨਹੀਂ ਦਬਦੇ ਹੁੰਦੇ। ਲੋਕ ਲਹਿਰ ਬਣ ਚੁੱਕੀ ਆ ਹੁਣ, ਕੱਲਾ ਕਿਸਾਨ ਲਹਿਰ ਨਹੀਂ, ਹੁਣ ਲੋਕ ਲਹਿਰ ਬਣ ਚੁੱਕੀ ਹੈ। ਲੋਕ ਲਹਿਰਾਂ ਨੂੰ ਦਬਾਉਣਾ ਖਾਲਾ ਜੀ ਦਾ ਵਾੜਾ ਨਹੀਂ, ਜਾਬਰ ਨੂੰ ਹਾਰਨਾ ਪੈਂਦਾ ਹੁੰਦਾ, ਮੋਦੀ ਹਕੂਮਤ ਨੂੰ ਹੀ ਹਾਰਨਾ ਪੈਣਾ। ਕੋਈ ਮਾਮਲੇ ਨਹੀਂ ਪਰਚਾ ਪੁਰਚਿਆਂ ਦਾ, ਕੋਈ ਪਰਵਾਹ ਨਹੀਂ ਸਾਨੂੰ ਇਸ ਗੱਲ ਦੀ। ਅਸੀਂ ਤਾਂ ਇਹ, ਸਾਡੀ ਤਾਂ ਜਥੇਬੰਦੀ 'ਚ ਇਹ ਹੁੰਦਾ ਵੀ ਜਿੰਨੇ ਪਰਚੇ ਪੈਂਦੇ ਆ ਉਹਨੇ ਸਾਡੇ ਤਾਂ ਐਂ ਕਹਿੰਦੇ ਇੱਕ ਸਟਾਰ ਹੋਰ ਲੱਗ ਗਿਆ। ਠੀਕ ਹੈ ਜੀ। ਤੇ ਜਦੋਂ ਕਹਾਂ ਵਾਲੀ ਗੱਲ ਇਹ ਹੁੰਦੀ ਹੈ, ਹਾਂ, ਜਦੋਂ ਕੋਈ ਜੇਲ੍ਹ ਜਾਂਦਾ ਫਿਰ ਉਹ ਤੁਸੀਂ ਐਂ ਕਹਿੰਦੇ ਭਾਈ ਆ 4 ਮਹੀਨੇ 5 ਮਹੀਨੇ ਲਵਾ ਲੇ, ਤੇ ਭਾਈ ਆਰਾਮ ਕਰਿਆ ਇਹ। ਹੁਣ ਮੈਨੂੰ 4 ਮਹੀਨੇ ਗੰਦਰ ਕਾਂਡ ਵੇਲੇ ਫੜ ਕੇ ਅੰਦਰ ਰੱਖਿਆ ਤੇ ਹੌਸਲੇ ਡਾਉਣ ਖਾਤਰ ਕਰਨਾ, ਇੱਕ ਕੇਸ 'ਚ ਜ਼ਮਾਨਤ ਕਰਾ ਲੈਂਦਾ ਸੀ, ਡਿਊਟੀ 'ਚੋਂ ਫੜ ਕੇ ਫੇਰ ਅੰਦਰ ਭੇਜ ਦਿੰਦੇ ਸੀ ਵੀ ਇਹ ਡਾਉਣ ਹੋਣ। ਉਦੋਂ ਕੰਮ ਕੀਤਾ ਮਿੱਤਰੋ, ਇਹ ਅੱਜ ਵੀ ਕੋਈ ਗੱਲ ਨਹੀਂ, ਸਾਰਾ ਕੁਛ ਹੱਸ ਕੇ ਜਰਾਂਗੇ, ਕੋਈ ਪਰਵਾਹ ਨਹੀਂ। ਬਿਲਕੁਲ, ਜ਼ਿੰਦਾਬਾਦ ਜੀ, ਜ਼ਿੰਦਾਬਾਦ ਸਾਥੀ ਜੀ। ਸੋ ਸਾਥੀ ਜੀ, ਆਪਾਂ ਜਿਹੜਾ ਇਹ 26 ਜਨਵਰੀ ਨੂੰ ਜਿਹੜਾ ਸਾਡੇ ਸੰਘਰਸ਼ ਨੂੰ ਢਾਹ ਲਾਉਣ ਲਈ ਮੋਦੀ ਨੇ ਜਿਸ ਤਰੀਕੇ ਦੀ ਪਲੈਨਿੰਗ ਕੀਤੀ, ਇਹਨੂੰ ਆਪਾਂ 2 ਹਿੱਸਿਆਂ 'ਚ ਵੰਡ ਲਾਂਗੇ। ਕਿਉਂਕਿ ਇੱਕ ਹਿੱਸਾ ਦੀਪ ਸਿੱਧੂ ਤੇ ਉਹਦੇ ਜਿਹੜੇ ਮਗਰ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਨੇ, ਤੇ ਦੂਸਰਾ ਹਿੱਸਾ ਜਿਹੜਾ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ, ਜਿਹੜੀ ਸਰਵਰ ਸਿੰਘ ਪੰਧੇਰ ਤੇ ਸਤਨਾਮ ਪੰਨੂ, ਇਹਨਾਂ ਦਾ ਰੋਲ। ਸੋ ਸਾਥੀ ਜੀ, ਸਰੋਤਿਆਂ ਨਾਲ ਸਾਂਝ ਪਾਓ, ਆਪਣੇ ਕੋਲੇ ਖੁੱਲਾ ਟਾਈਮ ਹੈ, ਕਿ ਕਿਸ ਤਰੀਕੇ ਦੇ ਨਾਲ ਸਿੰਘੂ ਬਾਰਡਰ ਦੇ ਉੱਪਰ 25 ਤਰੀਕ ਨੂੰ ਇਹ ਜਿਹੜੀ ਗੁੰਡਾ ਬ੍ਰਿਗੇਡ ਹੈ, ਕਿਸ ਤਰੀਕੇ ਨਾਲ ਉਹ ਸਟੇਜ ਤੇ ਕਬਜ਼ਾ ਕਰਦੀ ਹੈ, ਔਰ ਲੋਕਾਂ ਨੂੰ ਕਿਸ ਤਰੀਕੇ ਨਾਲ ਇਹ ਗੁੰਮਰਾਹ ਕਰਦੇ ਨੇ। ਔਰ ਇਹਨਾਂ ਦਾ ਸ਼ੁਰੂ ਤੋਂ ਲੈ ਕੇ ਜਦੋਂ ਦਾ ਸੰਘਰਸ਼ ਸ਼ੁਰੂ ਹੋਇਆ ਆ, ਉਦੋਂ ਤੋਂ ਤੁਸੀਂ ਉਹਨਾਂ ਨੂੰ ਵਾਚ ਕਰਦੇ ਆਏ ਹੋ। ਇਹਨਾਂ ਤੇ ਤੁਸੀਂ ਅੱਖ ਰੱਖੀ ਹੋਈ ਹੈ, ਬਾਜ਼ ਅੱਖ ਰੱਖੀ ਹੋਈ ਹੈ। ਸੋ ਉਹ ਸਾਰੀ ਗੱਲਬਾਤ ਸਰੋਤਿਆਂ ਨਾਲ ਸਾਂਝੀ ਕਰੋ। ਬਿਲਕੁਲ ਜੀ, ਦੇਖੋ ਜਦੋਂ ਪੰਜਾਬ ਦੇ ਵਿੱਚ ਇਹ ਘੋਲ ਸ਼ੁਰੂ ਹੋਇਆ ਜੀ, ਨਾਕੇਬੰਦੀ ਸ਼ੁਰੂ ਹੋਈ ਹੈ, ਜਿਹੜਾ ਸ਼ੰਭੂ ਬੈਰੀਅਰ ਤੇ ਦੀਪ ਸਿੱਧੂ ਦਾ ਮੋਰਚਾ ਲੱਗਿਆ ਹੋਇਆ ਸੀ, ਉਦੋਂ ਦਾ ਹੀ ਸਾਡੀਆਂ ਨਜ਼ਰਾਂ 'ਚ, ਕਿਸਾਨ ਲਹਿਰ ਦੀਆਂ ਨਜ਼ਰਾਂ 'ਚ ਉਹ ਵਿਵਾਦ ਦੇ ਘੇਰੇ 'ਚ ਆਏ। ਕਿਉਂਕਿ ਉਹਨਾਂ ਨੇ ਯਤਨ ਕੀਤਾ ਵੀ ਇੱਥੇ ਹੋਰ ਮੰਗਾਂ ਘਸੇੜ ਦਿਓ, ਪੰਜਾਬ ਦੀਆਂ ਮੰਗਾਂ ਘਸੇੜ ਦਿਓ, ਕਿਸਾਨੀ ਵਾਲੀਆਂ ਮੰਗਾਂ, ਕਿਸਾਨ ਅੰਦੋਲਨ ਕਮਜ਼ੋਰਾ ਪੈ ਗਏ ਜੀ। ਅਸੀਂ ਤਾਂ ਦੇਖੋ ਆਪਦੀ ਜਥੇਬੰਦੀ ਵੀ ਕਈ ਏਕਤਾ ਗਰਾਹਾਂ ਦਾ ਹੀ ਪੱਖ ਰੱਖਾਂਗੇ ਇੱਥੇ, ਦੂਜੀਆਂ ਜਥੇਬੰਦੀਆਂ ਅਸੀਂ ਤਾਂ ਉਦੋਂ ਤੋਂ ਲੈ ਕੇ ਉਸ ਗੱਲ ਨੂੰ, ਉਹਨਾਂ ਚੀਜ਼ਾਂ ਨੂੰ, ਉਹ ਹਲਕਿਆਂ ਨੂੰ ਆਪਦੀਆਂ ਸਟੇਜਾਂ ਤੇ ਆਪਦੇ ਘੋਲਾਂ ਦੇ ਨੇੜੇ ਨਹੀਂ ਫੜਕਣ ਦਿੱਤਾ। ਅਸੀਂ ਸਮਝ ਗਏ ਵੀ ਇਹਨਾਂ ਦੀ ਨੀਤ ਹੋਰ ਹੈ। ਪਰ ਕਿਉਂਕਿ ਉਦੋਂ ਪੰਜਾਬ ਦੇ ਵਿੱਚ ਵੀ 3 ਥੜੇ ਕੰਮ ਕਰਦੇ ਆ, ਉੱਥੇ 3 ਸੈਂਟਰ ਉੱਭਰੇ ਹੋਏ ਸੀਗੇ। ਇੱਕ 30 ਕਿਸਾਨ ਜਥੇਬੰਦੀਆਂ ਦਾ ਸੈਂਟਰ ਉੱਭਰ ਗਿਆ ਜੀ ਜਦੋਂ ਲੜਾਈ ਸਿਖਰਾਂ ਤੇ ਗਈ ਹੈ, 30 ਜਾਂ 31 ਕਹਿ ਲਓ। ਇੱਕ ਸੈਂਟਰ ਸਾਡਾ BKU ਏਕਤਾ ਗੁਰਾਹਾਂ ਦਾ ਉੱਭਰਿਆ ਜੀ। ਇੱਕ ਸੈਂਟਰ ਉਹਨਾਂ ਸਾਥੀਆਂ ਦਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦਾ, ਸਤਨਾਮ ਪੰਨੂ ਤੇ ਸਰਵਣ ਪੰਧੇਰ ਵਰਗਿਆਂ ਦਾ ਜੀ। ਇਹ ਤਿੰਨੇ ਸੈਂਟਰਾਂ ਨੇ ਆਪਸ ਵਿੱਚ ਤਾਲਮੇਲ ਬਣਾ ਕੇ ਜਾਨੀ ਘੋਲ ਚਲਾਇਆ, ਜਿਹਦੇ ਵਧੀਆ ਸਿੱਟੇ ਨਿਕਲਦੇ ਰਹੇ ਆ ਤੇ ਇੱਥੋਂ ਤੱਕ ਘੋਲ ਨੂੰ ਇਹ ਲੈ ਕੇ ਆਂਦਾ ਜੀ। ਹਾਂ, ਉਧਰ ਜਿਹੜੀ ਸਮੱਸਿਆ ਸਿੰਘੂ ਦੇ ਵਿੱਚ ਆਈ, ਜੋ ਉਹਨਾਂ ਲੋਕਾਂ ਨੂੰ ਮਤਲਬ 25 ਤਰੀਕ ਵਾਲੀ ਘਟਨਾ ਵਾਪਰੀ ਆ, ਸਟੇਜ ਤੇ ਕਬਜ਼ਾ ਕਰਨ ਦਾ ਮੌਕਾ ਮਿਲਿਆ, ਉਹ ਉਧਰੋਂ ਅਸਲ ਵਿੱਚ ਉਹਨਾਂ ਲੋਕਾਂ ਨੂੰ ਉਹ ਉਸ ਤਰ੍ਹਾਂ ਨਖੇੜ ਨਹੀਂ ਸਕੇ ਜਿਹੜਾ ਉਹਨਾਂ ਨੂੰ ਮੌਕਾ ਮਿਲ ਹੋਇਆ। ਉਹਦੇ ਵਿੱਚ ਹੀ ਕਿਉਂਕਿ ਬੋਲਦੇ ਰਹੇ ਉਹਨਾਂ ਦੇ ਜਿਹੜੇ ਉਹਨਾਂ ਦੇ ਬੰਦੇ ਸੀ, ਉਹਨਾਂ ਦੇ ਨੁਮਾਇੰਦੇ ਸੀ, ਉਸ
ਇੱਕੋ ਸ਼ਰਾਰਤੀ ਅਨਸਰਾਂ ਦੇ ਕਹਿ ਲਈਏ ਜਾਂ ਜਿਹੜੇ ਉਹ ਗੜਬੜੀ ਫੈਲਾਉਣਾ ਚਾਹੁੰਦੇ ਸੀ, ਉਹਨਾਂ ਦੇ ਨੁਮਾਇੰਦੇ ਵਿੱਚ ਹੀ ਹਾਜ਼ਰ ਰਹੇ ਆ। ਵਿੱਚ ਹਾਜ਼ਰ ਰਹਿਣ ਦਾ ਇੱਕ ਕਾਰਨ ਬਣ ਗਿਆ, ਉਹਨਾਂ ਨੇ 25 ਤਰੀਕ ਨੂੰ ਉਹਨਾਂ ਦੀ ਸਟੇਜ ਤੇ ਕਬਜ਼ਾ ਕਰਕੇ ਆਪਦਾ ਉਹ ਐਲਾਨ ਵੀ ਯਾਰ ਅਸੀਂ ਆਪਾਂ ਹੁਣ ਐਂ ਕਰਾਂਗੇ, ਲਾਲ ਕਿਲੇ ਨੂੰ ਜਾਵਾਂਗੇ, ਉਹ ਜਿਹੜੀ ਉਹ ਆਪਦੀ ਇੱਕ ਹੱਦ ਤੱਕ ਉਹ ਗੱਲ ਆਪਦੀ ਗੱਲ ਦੇ ਵਿੱਚ ਕਾਮਯਾਬ ਹੋ ਗਏ। ਅਗਲੇ ਦਿਨ ਉਹ ਜੋ ਸਾਡੇ ਸਿੱਟੇ ਸੀ, ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜੀ, ਉਹ ਕੁਛ ਉਹਨਾਂ ਦੇ ਹਲਕੇ ਇੱਧਰ ਵੀ ਉਹਨਾਂ ਨੇ ਆਪਦੇ ਅੱਡੇ ਬਣਾ ਕੇ ਆਪਦਾ ਪ੍ਰਚਾਰ ਜਾਰੀ ਰੱਖਿਆ ਨੌਜਵਾਨਾਂ ਨੂੰ, ਕਿਉਂਕਿ ਇੱਕ ਨਵਾਂ ਹਿੱਸਾ ਵੱਡਾ ਆਇਆ। ਇੱਕ ਤਾਂ ਇਹਦੇ ਚ ਇਹ ਗੱਲ ਆ ਵੀ ਨੌਜਵਾਨ ਪੀੜ੍ਹੀ ਆਈ ਹੋਈ ਹੈ, ਜਿਹੜੀ ਖੁਸ਼ੀ ਦੀ ਗੱਲ ਹੈ, ਤੇ ਨੌਜਵਾਨ ਪੀੜ੍ਹੀ ਨਵਾਂ ਹਿੱਸਾ ਆਇਆ ਹੋਇਆ, ਜਿਹੜੇ ਉਸ ਤਰ੍ਹਾਂ ਸਮਝਾ ਨਾ ਲਏ ਸੀ, ਉਹਨਾਂ ਦਾ ਪੱਧਰ ਨਹੀਂ ਹੁੰਦਾ, ਉਹ ਸਮਝ ਨਹੀਂ ਸਕਦੇ ਇਹਨਾਂ ਦੀਆਂ ਚਾਲਾਂ ਨੂੰ। ਇਹ ਕਿਉਂਕਿ ਉਹ ਨਵੇਂ ਹਿੱਸੇ ਨੂੰ ਕਿਹੜਾ ਗੁੰਮਰਾਹ ਕਰਨ ਦੇ ਵਿੱਚ ਕਾਮਯਾਬ ਹੋ ਗਏ, ਵੱਡੇ ਹਿੱਸੇ ਨੂੰ, ਜਿਹਦਾ ਕਰਕੇ ਉਹ ਇਹਦੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੇ ਵਿੱਚ ਕਾਮਯਾਬ ਹੋ ਗਏ ਇੱਕ ਵਾਰੀ ਮਾਮੂਲੀ ਜੀ। ਇਸ ਕਰਕੇ ਇੱਧਰ ਸਾਡੇ ਵਾਲੇ ਮਾਰਚ ਦੇ ਵਿੱਚ ਵੀ ਉਹਨਾਂ ਨੇ ਡਿੱਕੇ ਪਾਉਣ ਦਾ ਯਤਨ ਕੀਤਾ ਜੀ, ਪਰ ਅਸੀਂ ਨਾ ਉਹਨਾਂ ਨੂੰ ਸਟੇਜ ਵਰਤਨ ਦਿੱਤੀ ਹੈ, ਨਾ ਅਸੀਂ ਉਹਨਾਂ ਨੂੰ ਅਗਵਾਈ ਦਿੱਤੀ ਹੈ। ਇਸ ਕਰਕੇ ਜਾਣੀ ਉਹ ਥੋੜਾ ਜਿਹਾ ਟਪੜਾ ਖਾਣ ਦੇ ਵਿੱਚ ਅਸੀਂ ਕਹਾਂਗੇ ਉਹ ਆਗੂ ਥੋੜਾ ਜਿਹਾ ਟਪੜਾ ਖਾ ਗਏ ਚੱਲਦੇ ਚੱਲਦੇ। ਇਹਦੇ ਕਰਕੇ ਜਾਣੀ ਇਹ ਸਮੱਸਿਆਵਾਂ ਪੈਦਾ ਹੋਊਗਾ ਜਿਹੜਾ ਇਹ ਹੋਇਆ। ਇਸ ਕਰਕੇ ਕੋਈ ਗੱਲ ਨਹੀਂ, ਸੰਭਲ ਜਾਂਦੇ ਹੁੰਦੇ ਆ ਕਈ, ਜਿਵੇਂ ਸਿਆਣਿਆਂ ਦੀ ਕਹਾਵਤ ਆ ਵੀ ਭਾਈ ਦੂਜਾ ਕੋਈ ਕਈ ਗੱਲਾਂ ਤਜਰਬੇ ਚੋਂ ਵੀ ਸਾਹਮਣੇ ਸਾਂਝੀਆਂ ਆ ਜਾਂਦੀਆਂ, ਅਕਲ ਆ ਜਾਂਦੀ ਹੈ ਜੇ ਕਹਿ ਲਈਏ, ਜਾਂ ਸਾਨੂੰ ਸਪਸ਼ਟ ਵੱਧ ਤਸਵੀਰ ਹੋ ਜਾਂਦੀ ਹੈ। ਐਂ ਜਾਨੀ ਹੋਇਆ ਉਹ 25 ਦੀ ਇੱਕ ਤਾਂ ਉਹ 25 ਵਾਲੀ ਘਟਨਾ ਦੀ ਤਾਂ ਇਹੀ ਤਸਵੀਰ ਹੈ ਜੀ। ਤੇ ਅਗਲਾ ਮੇਰਾ ਖਿਆਲ ਹੈ ਵੀ ਫਿਰ ਆਪਾਂ 26 ਵਾਲੀ ਤੇ ਜਦੋਂ ਆਉਣੇ 26 ਨੂੰ ਜੋ ਉਹ ਕਰਿਆ ਬਿਲਕੁਲ ਉੱਤੇ ਪਹੁੰਚਾਂਗੇ ਨੂੰ, ਫਿਰ ਉਸ ਸੇਧ ਦੇ ਵਿੱਚ ਉਹ ਉਧਰ ਕਰਕੇ ਉਹ ਆਪਾਂ ਗਾਂਹ ਆਉਣੇ ਆ ਸਰਬਣ ਭੰਦੇਰ ਅਰਗਿਆਂ ਦੀ ਵਾਲੀ ਗੱਲ ਤੇ, ਉਹਦਾ ਪਿੱਛਾ ਕਰਕੇ ਉਧਰ ਨੂੰ ਕਰਕੇ ਉਹ ਆਪਦੀ ਕਮਿਸ਼ਨ ਦੇ ਵਿੱਚ ਜੇ ਕਹਿਣਾ ਹੋਵੇ ਉਧਰ ਨੂੰ ਕਾਮਯਾਬ ਹੋਏ ਆ। ਇੱਧਰ ਸਾਡੇ ਵਾਲੇ ਕਿਉਂਕਿ ਇੱਧਰ ਟਿੱਕਰੀ ਤੇ ਵੀ ਵੱਡਾ ਸੀ, ਇੱਥੇ ਵੱਡਾ ਅਸੀਂ ਦੋ ਮਤਲਬ ਇੱਥੇ ਬਣਾਏ ਸੀ ਰੂਟ ਸੀ ਜਿਹੜੇ, ਇੱਕ ਤਾਂ ਬੀਕੇ ਜੀ ਅਗਰਾਹਾਂ ਦਾ ਰੂਟ ਸੀ, ਇੱਕ ਸਾਂਝਾ ਰੂਟ ਟਿੱਕਰੀ ਤੋਂ ਜਿਹੜਾ ਜਿੱਥੇ ਨਾਕਾ ਲੱਗੇ ਉਧਰ ਵੀ ਜਾਣਾ ਸੀ। ਜਿਹੜਾ ਟਿੱਕਰੀ ਤੋਂ ਨਾਕਾ ਲੱਗਣਾ ਸੀ ਉਹਦਾ ਵੱਡਾ ਹਿੱਸਾ ਉਧਰ ਜਾਨੀ ਉਹਨਾਂ ਦੇ ਕਲਾਵੇ ਚ ਉਹਨਾਂ ਨੇ ਲੈ ਲਿਆ, ਕਿਉਂਕਿ ਉੱਥੇ ਉਹਨਾਂ ਨੂੰ ਪੈਰ ਧਰਾ ਵੱਧ ਸੀ ਉਹਨਾਂ ਦਾ, ਉਸ ਲੋਕਾਂ ਦਾ ਜਿਹੜੇ ਸ਼ਰਾਰਤੀ ਲੋਕ ਸੀ, ਜਾਨੀ ਜੇ ਆਖਣਾ ਸਰਕਾਰ ਦੀ ਸਾਜ਼ਿਸ਼ ਧਾੜੇ ਸੀਗੇ ਜਿਹੜੇ, ਬਿਲਕੁਲ ਉਹਨੇ ਉਧਰ ਵੱਧ ਗੁੰਮਰਾਹ ਕੀਤਾ। ਇੱਧਰ ਜਿਹੜਾ ਬੀਕੇਯੂ ਦਾ ਅਗਰਾਹਾਂ ਦਾ ਰੂਟ ਸੀ ਇਹਦੇ ਚ ਵਿਗੜ ਪਾਇਆ ਉਹਨਾਂ ਨੇ, ਪਰ ਬਹੁਤ ਥੋੜਾ ਪੈਣ ਦਿੱਤਾ, ਇੱਧਰ ਆਪਾਂ ਕੋਈ ਘਟਨਾਵਾਂ ਨਹੀਂ ਵਾਪਰਨ ਦਿੱਤੀ। ਇਸ ਕਰਕੇ ਜਾਨੀ ਇਹ ਆਪਾਂ ਸਫਲ ਰਹੇ ਆ ਇਸ ਮਾਮਲੇ ਦੇ ਵਿੱਚ। ਉਹ ਨੌਜਵਾਨਾਂ ਨੂੰ ਵੀ ਸਾਂਭਿਆ, ਉਹਨਾਂ ਨੂੰ ਪੱਲੇ ਵੀ ਪਾਈ ਗੱਲ, ਬਹੁਤ ਵੱਡੇ ਨੌਜਵਾਨਾਂ ਦੇ ਹਿੱਸੇ ਦੇ ਸਮਝ ਵੀ ਆਈ। ਜਿਵੇਂ ਮੈਂ ਥੋੜਾ ਜਿਹਾ ਪਿੱਛੇ ਜਾਵਾਂ, 26 ਤਰੀਕ ਨੂੰ ਵੀ ਇਹ ਘਟਨਾਵਾਂ ਵਾਪਰੀਆਂ ਜੀ, ਜਦੋਂ 26 ਨਵੰਬਰ ਨੂੰ ਇੱਧਰ ਅਸੀਂ ਆਏ ਆ, ਕਿਉਂਕਿ 26 ਨਵੰਬਰ ਨੂੰ ਸਾਰੀਆਂ ਜਥੇਬੰਦੀਆਂ ਦਾ ਫੈਸਲਾ ਇਹ ਸੀ ਵੀ ਇੱਕ ਵਾਰੀ ਹਰਿਆਣੇ ਦੇ ਬਾਰਡਰਾਂ ਤੇ ਜਿੱਥੇ ਕੋਈ ਰੋਕਣਗੇ ਸਰਕਾਰ ਉੱਥੇ ਰੋਕਾਂਗੇ ਬਿਲਕੁਲ, ਉੱਥੇ ਜੰਗ ਦਿਹਾੜੀ ਲਾ ਕੇ ਪੂਰੀ ਗੱਲ ਫੇਰ ਆਵਾਂਗੇ। ਉਹ ਹਿੱਸੇ ਨੇ 26 ਨੂੰ ਵੀ ਜੀ ਲੀਡਰਸ਼ਿਪ ਦੀ ਮਤਲਬ ਮਰਜ਼ੀ ਤੋਂ ਬਿਨਾਂ ਲੀਡਰਸ਼ਿਪ ਨੂੰ ਲੰਘ ਕੇ ਨਾਕੇ ਤੋੜ ਕੇ ਅੱਗੇ ਵਧੇ ਆ। ਉਹਦੇ ਵੀ ਜਾਏ ਕਹਿਣਾ ਹੋਵੇ ਆਪਣੇ ਨਾਕੇ ਖੜੇ ਸੀ, ਖਨੌਰੀ ਵਾਲਾ ਤੇ ਇੱਧਰ ਡੱਬ ਵਾਲੀ ਵਾਲਾ ਹਾਂਜੀ, ਦੂਜੇ ਨਾਕੇ। ਆਪਾਂ ਫਿਰ ਫੈਸਲਾ ਕਰਕੇ ਵੀ ਹੁਣ ਇਹ ਬਣਦਾ ਹੈ, ਆਪਾਂ ਫਿਰ ਬਕਾਇਦਾ ਫੈਸਲਾ ਕਰਕੇ ਸਰਕਾਰ ਨੂੰ ਚੈਲੰਜ ਕਰਕੇ ਉਹਨਾਂ ਲੋਕਾਂ ਨੂੰ ਵੀ ਚੈਲੰਜ ਕਰਕੇ ਵੀ ਆ ਜਾਓ ਜਿਹੜੇ ਉਸ ਗੱਲ ਤੇ ਕੁਝ ਵੀ ਵਾਪਰ ਸਕਦਾ ਹੈ। ਆ 12-13 ਘੰਟੇ ਪਏ, ਆਪਾਂ ਰਾਤ ਨੂੰ ਐਲਾਨ ਕੀਤਾ 9 ਵਜੇ ਤੋੜਾਂਗੇ, 11 ਵਜੇ ਤੋੜਾਂਗੇ, 11 ਵਜੇ ਤੋੜ ਕੇ ਆਪਾਂ ਨਾਕੇ ਆਏ ਆ। ਉਹ ਅੰਸ਼ ਉਦੋਂ ਵੀ ਸਾਹਮਣੇ ਆਇਆ, ਪਰ ਅਸੀਂ ਇਸ ਜ਼ਾਬਤੇ ਨੂੰ, ਇਹਦੀ ਪਵਿੱਤਰਤਾ ਨੂੰ ਆਪ ਬਹੁਤ ਦਬਾਅ ਝੱਲਿਆ। ਇੱਥੋਂ ਤੱਕ ਵੀ ਮੇਰੇ ਉਸ ਨੌਜਵਾਨ ਕੁਛ ਡਾਂਗਾ ਨੂੰਗਾ ਵੀ ਮਾਰ ਕੇ ਉਹਦੇ ਡੱਬ ਵਾਲੀ ਵੀ ਅਸੀਂ ਨਾਕਾ ਤੋੜਾਂਗੇ, ਤੁਸੀਂ ਹੁੰਨੇ ਕੌਣ ਆ ਰੋਕਣ ਵਾਲੇ। ਅਸੀਂ ਆਪਾਂ ਇੱਧਰ ਕੋਈ ਦੋਵੇਂ ਨਾਕੇ ਉਹਦੇ ਟੁੱਟ ਨਹੀਂ ਦਿੱਤੇ। ਅਗਲੇ ਦਿਨ ਫਿਰ ਆਪਾਂ 27 ਤਰੀਕ ਨੂੰ ਇਹ ਨਾਕੇ ਫੈਸਲਾ ਕਰਕੇ ਤੋੜੇ ਆ। ਇਹੀ ਇੱਥੇ ਉਦੋਂ ਬਾਅਦ ਇਸ 26 ਨੂੰ ਵਾਪਰੇ। ਇਸ 26 ਨੂੰ ਸਾਡੇ ਤੇ ਵੀ ਦਬਾਅ ਬਣਾਇਆ ਇਹਨਾਂ ਨੇ ਵੀ ਤੁਸੀਂ ਉੱਧਰ ਚੱਲੋ, ਲਾਲ ਕਿਲੇ ਬੰਨੀ ਚੱਲੋ। ਇੱਕ ਬਹਾਨਾ ਉਹ ਵੀ ਬਣਾਉਂਦੇ ਸੀ ਵੀ ਤੁਸੀਂ ਉਹ ਪਿੱਛੇ ਕਾਹਤੋਂ ਫੈਸਲਾ ਕਰ ਲਿਆ, ਜਦੋਂ ਆਪਾਂ ਮਤਲਬ ਜਿਹੜੀ ਸਰਦ ਸਰੋਵਰ ਆ ਜਿਹੜੀ ਉਹ ਦਿੱਲੀ ਦੀ ਉਹ ਲਈ ਹੋਈ ਸੀ, ਜਿਹਨੂੰ ਰਿੰਗ ਰੋਡ ਕਹਿ ਦਈਏ ਦਿੱਲੀ ਦੀ ਪੰਜਾਬੀ ਚ ਨਾ ਰਿੰਗ ਰੋਡ, ਵੀ ਤੁਸੀਂ ਰਿੰਗ ਰੋਡ ਤੋੜੇ ਕਿਉਂ ਫੈਸਲਾ ਕਰਿਆ? ਕਿਉਂਕਿ ਉਹ ਮੋਰਚੇ ਨੇ ਫੈਸਲਾ ਕਰ ਲਿਆ ਸੀ ਧਿਆਨ ਚ ਰੱਖ ਕੇ ਵੀ ਸਰਕਾਰ ਚਾਹੁੰਦੀ ਹੈ ਵੀ ਕੋਈ ਸਰਕਾਰ ਨਾਲ ਇਹ ਭੇੜ ਚਾਹੁਣ ਤੇ ਸਾਨੂੰ ਸੱਟ ਮਾਰਨ ਦਾ ਫੈਸਲਾ ਮੌਕਾ ਮਿਲ ਜੇ। ਪਰ ਅਸੀਂ ਉਹਨੂੰ ਧਿਆਨ ਚ ਰੱਖਦੇ ਵੀ ਫੈਸਲਾ ਹੋਇਆ, ਉਹ ਸਾਨੂੰ ਪਤਾ ਹੈ ਵੀ ਇਹ ਜਜ਼ਬਾਤਾਂ ਦੇ ਮੇਚ ਦੀ ਹੈ ਨਹੀਂ, ਪਰ ਸਰਕਾਰ ਦੀ ਇਹ ਚਾਲ ਕੁੱਟਣ ਖਾਤਰ ਆਪਾਂ ਇਹੀ ਮਨਜ਼ੂਰ ਕੀਤਾ ਜੋ ਸਰਕਾਰ ਨੇ ਰੂਟ ਦਿੱਤਾ, ਉਸੇ ਰੂਟ ਤੇ ਹੀ ਬਾਤ ਕਰਾਂਗੇ, ਉਸੇ ਰੂਟ ਤੋਂ। ਉਹ ਤੁਹਾਡਾ ਜਿੱਦਾਂ ਵੱਡਾ ਇਕੱਠ ਹੈ, ਜਿੰਨਾ ਮਰਜ਼ੀ ਉਹ ਲੁਕੋ ਲੈਣ, ਲੁਕਦਾ ਨਹੀਂ ਜੀ। ਅਕਸਰ ਲੋਕ ਹੈ, ਲੋਕ ਲੁਕਦੇ ਨਹੀਂ, ਵਕਤੀ ਲੁਕ ਜਾਣਗੇ। ਇਸ ਕਰਕੇ ਆਪਾਂ ਇਹਦੇ ਵਿੱਚ ਕਾਮਯਾਬ ਹੋਏ ਹਾਂ। ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਨੂੰ ਭਰੋਸਾ ਪੂਰੇ ਕਾਮਯਾਬ ਹੋਵਾਂਗੇ ਤੇ ਚੜ੍ਹਦੀ ਕਲਾ 'ਚ ਹੀ ਰਹਾਂਗੇ, ਚੜ੍ਹਦੀ ਕਲਾ 'ਚ ਰਹੂਗਾ ਅੰਦੋਲਨ। ਤੇ
ਆਖਰ ਹੈ, ਲੰਮਾ ਹੋ ਸਕਦਾ ਇਹ, ਪਰ ਜਿੱਤ ਕੇ ਰਹੂਗਾ। ਬਿਲਕੁਲ ਸੱਚ ਜੀ, ਮੈਂ 26 ਤਰੀਕ ਨੂੰ ਹੀ ਥੋੜਾ ਜਿਹਾ ਹੋਰ ਐਕਸਪੈਂਡ ਕਰਨਾ ਚਾਹੂੰਗਾ ਕਿ ਜੋ ਕੁਝ ਮੀਡੀਆ ਦੇ ਵਿੱਚ ਬਾਹਰ ਉੱਠ ਕੇ ਆ ਰਿਹਾ ਹੈ ਕਿ ਸਰਕਾਰ ਦੀ ਪਲੈਨਿੰਗ ਕਿੰਨੀ ਜ਼ਬਰਦਸਤ ਸੀਗੀ, ਕਿ ਕਿਵੇਂ ਉਹਨਾਂ ਦੇ ਵਾਸਤੇ ਨਾਕੇ ਖੋਲੇ ਗਏ, ਜਿਹੜੀ ਲਾਲ ਕਿਲੇ ਦੀ ਜਿਹੜੀ ਸਿਕਿਉਰਿਟੀ ਹੈ ਉਹਨੂੰ ਬਿਲਕੁਲ ਨਾ ਦੇ ਬਰਾਬਰ ਉੱਥੇ ਸਿਕਿਉਰਿਟੀ ਸੀਗੀ, ਔਰ ਜਿਹੜੀਆਂ ਜਥੇਬੰਦੀਆਂ ਦੀਆਂ ਜਿਹੜੀਆਂ ਰੈਲੀਆਂ ਸੀਗੀਆਂ ਉਹਨਾਂ ਦੇ ਵਿੱਚ ਵਿਘਨ ਪਾਇਆ ਗਿਆ। ਸੋ ਇਹ ਜਿਹੜਾ ਇਹ ਬੀਜੇਪੀ ਦਾ ਪਲਾਨ ਸੀਗਾ ਸਾਰੇ ਦਾ ਸਾਰਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਬੀਜੇਪੀ ਦਾ ਇਹ ਹੁਣ ਨਹੀਂ ਪਿਛੋਕੜ ਪਿਆ, ਇਹ ਸਾਜ਼ਿਸ਼ ਘੜੇ ਹੈ। ਬੀਜੇਪੀ ਸਾਜ਼ਿਸ਼ ਕਰਦੀ ਹੈ, ਲੋਕਾਂ ਨੂੰ ਗੁੰਮਰਾਹ ਕਰਦੀ ਹੈ। ਦੇਖੋ 2016 ਦੇ ਵਿੱਚ ਇਹਨਾਂ ਨੇ JNU ਦੇ ਵਿੱਚ ਇੱਕ ਘਟਨਾਕ੍ਰਮ ਕੀਤਾ ਸੀ, ਉਦੋਂ ਵੀ ਇੱਕ ਚਰਚਾ ਚੱਲੀ ਦੇਸ਼ ਦੇ ਵਿੱਚ। ਕਨ੍ਹਈਆ ਕੁਮਾਰ ਉਸ ਵਿਦਿਆਰਥੀ ਜਥੇਬੰਦੀ ਦਾ ਆਗੂ ਸੀ, ਉਹਦੇ ਤੇ ਉਹਨਾਂ ਨੇ ਬਲੇਮ ਲਾ ਕੇ ਆਪਦੇ ਬੰਦੇ ਖੜੇ ਕਰਕੇ ਉਦੋਂ ਸਾਜ਼ਿਸ਼ ਤੇ ਰਚੀ। ਮੈਂ ਜਿਹੜੀ ਇੰਨੇ ਅੱਧੇ ਮਿੰਟ ਦੇ ਵਿੱਚ ਇੱਕ ਉਦਾਹਰਨ ਦੇਵਾਂਗਾ ਜੀ। ਬਿਲਕੁਲ ਪੁਲਵਾਮਾ ਵਰਤਾਇਆ, ਹਾਂ, ਉਹ ਵੀ ਦੇਸ਼ ਦੇ ਵਿੱਚ ਪੂਰੀ ਚਰਚਾ ਵੀ ਇਹਨਾਂ ਦੀ ਆਪ ਦੀ ਖੇਡ ਹੀ ਹੈ, ਸਾਜ਼ਿਸ਼ ਹੈ। ਇਹ ਕਰਕੇ ਅਸਲ ਵਿੱਚ ਵੀ ਕਸ਼ਮੀਰ ਤੇ ਸੱਟ ਮਾਰਨੀ ਸੀ, ਉਹ ਕਰਨਾ ਸੀ, ਦੁਬਾਰੇ ਗੱਦੀ ਹਥਿਆਉਣੀ ਸੀ। ਉਹ ਸਾਜ਼ਿਸ਼ਾਂ ਦੇ ਤਹਿਤ ਇਹ ਕਰਦੇ ਆ ਰਹੇ ਆ। ਕਸ਼ਮੀਰ ਤੇ ਕਰਿਆ, ਫਿਰ ਉਦੋਂ ਬਾਅਦ ਇਹਨਾਂ ਨੇ ਹੀਨ ਬਾਗ ਵਾਲਾ ਮੋਰਚਾ ਸੀ, ਸਾਜ਼ਿਸ਼ ਘੜ ਕੇ ਕਰੋਨਾ ਦੀ ਆੜ ਦੇ ਵਿੱਚ ਉੱਥੇ ਸਾਜ਼ਿਸ਼ ਘੜ ਕੇ ਉਹਨੂੰ ਫੇਲ ਕਰਨ ਦਾ ਯਤਨ ਕੀਤਾ। ਆ ਵੀ ਉਹ ਉਸੇ ਕੜੀ ਦਾ ਹਿੱਸਾ ਵੀ ਸਾਜ਼ਿਸ਼ ਹੈ ਇੱਕ। ਪਹਿਲਾਂ ਤੋਂ ਸਾਜ਼ਿਸ਼ ਬਣਾਈ ਇਹਨਾਂ ਨੇ, ਆਪਦੇ ਚਹੇਤੇ ਪੈਦਾ ਕੀਤੇ, ਉੱਥੋਂ ਸਾਰਾ ਕੁਝ ਕਰਿਆ। ਹੁਣ ਇੱਥੋਂ ਤੁਸੀਂ ਲਾਓ ਹਿਸਾਬ ਵੀ ਸਾਡੀਆਂ ਟਰਾਲੀਆਂ ਨੂੰ ਪੁਲਿਸ ਅਗਵਾ ਕਰਕੇ ਦੱਸਦੀ ਆ ਵੀ ਆ ਜਾਂਦਾ ਰਸਤਾ, ਠੀਕ ਹੈ ਜੀ, ਲਾਲ ਕਿਲੇ ਨੂੰ। ਹਾਂ, ਏਦੂ ਵੱਡੀ ਸੱਚ ਕੀ ਹੋ ਸਕਦੀ ਹੈ? ਸਾਡੇ ਵਾਲੇ ਪਾਸੇ ਬੈਰੀਕੇਡ ਲਾਉਂਦੀ ਹੈ ਪੁਲਿਸ, ਜਿਹੜਾ ਪ੍ਰਸ਼ਾਸਨ ਨੇ ਆਪਦੇ ਤੌਰ ਤੇ ਮਨਜ਼ੂਰ ਕੀਤਾ ਹੋਇਆ ਰੂਟ ਹੈ, ਉਹਦੇ ਤੇ ਨਾਕਾ ਲਾਉਂਦੀ ਹੈ। ਫਿਰ ਐਂ ਦੱਸਦੀ ਹੈ ਵੀ ਲਾਲ ਕਿਲੇ ਨੂੰ ਆਹ ਰਸਤਾ ਕਿਹੜਾ। ਏਦੂ ਵੱਡੀ ਸਾਜ਼ਿਸ਼ ਨੰਗੀ ਕੀ ਹੋ ਜੂਗੀ ਬੀਜੇਪੀ ਦੀ? ਐਂ ਉਹਨਾਂ ਨੇ ਸਾਜ਼ਿਸ਼ ਦੇ ਤਹਿਤ ਉਹ ਕੀਤਾ। ਦੂਸਰੀ ਗੱਲ ਜਿਹੜੀ ਹੈਗੀ ਹੈ, ਜਿਹੜਾ ਉਹਨਾਂ ਨੂੰ ਮੌਕਾ ਮਿਲ ਗਿਆ, ਉਹ ਮੌਕਾ ਮਿਲ ਗਿਆ ਸਾਡੇ ਸਾਥੀ ਜਿਹੜੇ ਸਰਵਣ ਭੰਦੇਰ ਜਾਂ ਸਤਨਾਮ ਪੰਨੂ ਜੀ ਨੇ, ਜਿਹੜਾ ਉਹ ਗਲਤੀ ਤਪਲਾ ਖਾ ਗਏ ਵੀ ਅਸੀਂ ਤਾਂ ਮੋਰਚੇ ਦੀ ਗੱਲ ਨਹੀਂ ਮੰਨਦੇ, ਅੱਜ ਤਾਂ ਰਿੰਗ ਰੋਡ ਤੇ ਹੀ ਮਾਰਚ ਕਰਾਂਗੇ ਜੀ। ਉਹ ਰਿੰਗ ਰੋਡ ਦਾ ਤਾਂ ਉਹਨਾਂ ਨੂੰ ਕਿਹਨੇ ਜਾਣਦੇ, ਰਿੰਗ ਰੋਡ ਦਾ ਬਹਾਨਾ ਬਣ ਇਹ ਗਿਆ ਵੀ ਉਹ ਸਾਰਾ ਕੁਝ ਲਾਲ ਕਿਲੇ ਨੂੰ ਲੈ ਕੇ ਚੱਕ ਕੇ ਉਹਨਾਂ ਨੂੰ ਇੱਕ ਮੌਕਾ ਮੇਲ ਹੋ ਗਿਆ। ਉਹ ਸਾਡੇ ਵੀਰਾਂ ਤੋਂ ਜਾਨੀ ਇੱਕ ਕਿਸਮ ਦੀ ਗਲਤੀ ਹੋ ਗਈ। ਚਲੋ ਅਸੀਂ ਕਹਿੰਦੇ ਵੀ ਕੋਈ ਗੱਲ ਨਹੀਂ, ਕਰਦਿਆਂ ਤੋਂ ਗਲਤੀਆਂ ਹੁੰਦੀਆਂ ਗਈਆਂ। ਦੇਖੋ ਸਾਡੀ ਪੰਜਾਬੀ ਦੀ ਕਹਾਵਤ ਆ ਵੀ ਭਾਈ ਜਿਹੜਾ ਹਲ ਨਹੀਂ ਜੋੜੂ ਉਹ ਬਲਦ ਕਿੱਥੋਂ ਡੰਗੂਗਾ, ਜਿਹੜੇ ਨੇ ਹਲ ਸਿੱਖਣਾ ਹੈ ਹਲ ਜੋੜਨਾ ਤੋਂ ਬਲਦ ਵੀ ਡੰਗੇ ਜਾਣਗੇ। ਇਸ ਤਰ੍ਹਾਂ ਦਾ ਹੋਇਆ। ਉਹ ਕੋਈ ਗੱਲ ਨਹੀਂ, ਇਹ ਸੰਭਲ ਗਏ, ਕੋਈ ਗੱਲ ਨਹੀਂ, ਆਉਂਦੇ ਦਿਨਾਂ ਚ ਹੋਰ ਸੰਭਲ ਜਾਣਾ। ਤੇ ਇਹ ਸਾਜ਼ਿਸ਼ ਨੰਗੀ ਚਿੱਟੀ ਹੋ ਗਈ ਹੈ ਬੀਜੇਪੀ ਦੀ, ਇਹ ਕੋਈ ਰੌਲਾ ਨਹੀਂ। ਬਿਲਕੁਲ ਸਾਥੀ ਜੀ, ਜਿਵੇਂ ਸਾਥੀ ਤੁਸੀਂ ਪਹਿਲਾਂ ਵੀ ਆਪਣੀ ਗੱਲਬਾਤ 'ਚ ਕਿਹਾ ਕਿ ਇਹ ਸਪਸ਼ਟ ਤੌਰ ਦੇ ਉੱਪਰ ਸਿਰਫ ਤੇ ਸਿਰਫ ਕਿਸਾਨਾਂ ਦਾ ਘੋਲ ਹੈ। ਇਸ ਨੂੰ ਜਿਹੜਾ ਪੰਜਾਬ ਦਾ SYL ਵਾਲਾ ਪਹਿਲਾ ਮਸਲਾ ਚੱਕਿਆ ਗਿਆ, ਉਸ ਤੋਂ ਬਾਅਦ ਇਹਨੂੰ ਖਾਲਿਸਤਾਨੀ ਜਿਹੜਾ ਮਸਲਾ ਬਣਾਇਆ ਗਿਆ ਵੀ ਇਹ ਖਾਲਿਸਤਾਨ ਲੈਣ ਦਾ ਮਸਲਾ ਹੈ ਆ। ਔਰ ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਨੇ, ਜਿਹੜੀਆਂ ਬਾਹਰ ਸਿੱਖ ਫॉर ਜਸਟਿਸ ਵਰਗੀਆਂ, ਉਹ ਐਲਾਨ ਕਰਦੀਆਂ ਨੇ ਕਿ ਇਹਨੇ $2 ਮਿਲੀਅਨ ਦੇਵਾਂਗੇ ਜਿਹੜਾ ਝੰਡਾ ਚੜਾ ਕੇ ਆਊਗਾ। ਬਹੁਤ ਜ਼ਿਆਦਾ ਮੈਨੂੰ ਸਾਥੀ ਜੀ ਇੱਕ ਮੈਂ ਤੁਹਾਡੇ ਕੋਲ ਸਵਾਲ, ਕਿਉਂਕਿ ਜਥੇਬੰਦੀਆਂ ਨੇ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਕਦਮ ਲਿਆਇਆ ਕਿ ਮੋਦੀ ਤੋਂ ਗਾਹਾਂ ਜਿਹੜੀ WTO ਤੇ ਵਰਲਡ ਬੈਂਕ ਵਰਗੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਹੈ। ਸੋ ਮੈਨੂੰ ਕਦੇ ਐਂ ਲੱਗਦਾ ਹੁੰਦਾ ਹੈ ਕਿ ਜਿਹੜਾ ਇਹ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਵਿਘਨ ਪਾ ਰਹੀਆਂ ਨੇ, ਉਹ ਕਿਸੇ ਨਾ, ਕਿਉਂਕਿ ਹੈ ਤੇ ਉਹ ਅਮਰੀਕਾ ਦੇ ਉਹਨਾਂ ਮੁਲਕਾਂ 'ਚ ਬੈਠੀਆਂ ਹੋਈਆਂ ਨੇ। ਇਹ ਜਿਹੜੀਆਂ ਸਿੱਖ ਫॉर ਜਸਟਿਸ ਵਰਗੀਆਂ ਸੰਸਥਾਵਾਂ ਨੇ, ਇਹ ਇਹਨਾਂ ਦੇ ਇਦਾਂ ਤਾਂ ਨਹੀਂ ਹੋ ਰਿਹਾ ਵੀ ਜਿਹੜਾ ਇਹ ਸਰਮਾਇਆ ਜਿਹੜਾ ਇਹਨਾਂ ਨੂੰ ਸਪੋਰਟ ਕਰਨ ਵਾਸਤੇ ਆ ਰਿਹਾ, ਅਸਲ ਦੇ ਵਿੱਚ ਕਿਤੇ ਉਹ WTO ਵਰਗੇ ਜਿਹੜੇ ਸੰਸਥਾਵਾਂ ਨੇ ਉਹ ਇਹਨਾਂ ਦੇ ਪਿੱਛੇ ਹੋਣ? ਕੋਈ ਰੌਲਾ ਹੀ ਨਹੀਂ ਜੀ। ਇਹਨਾਂ ਦਿਨਾਂ ਦੇ ਵਿੱਚ ਪਿਛਲੇ, ਹੁਣ ਮੇਰੇ ਡੇਟ ਨਹੀਂ ਯਾਦ ਕਿਉਂਕਿ ਅਨਪੜ੍ਹ ਹੋਣ ਕਰਕੇ ਡੇਟਾਂ ਯਾਦ ਨਹੀਂ ਰਹਿੰਦੀਆਂ ਜੀ। ਕੌਮਾਂਤਰੀ ਮੁਦਰਾ ਕੋਸ਼ ਦਾ ਬਿਆਨ ਲੱਗਿਆ ਵੀ ਜੋ ਮੋਦੀ ਹੁਕੂਮਤ ਨੇ ਪੈਂਤੜਾ ਲਿਆ ਹੋਇਆ, ਜੋ ਇਹ ਕਾਨੂੰਨ ਲਿਆਂਦੇ ਆ, ਬਹੁਤ ਵਧੀਆ, ਠੀਕ ਹੈ, ਦੇਸ਼ ਨੂੰ ਇੱਧਰ ਹੀ ਜਾਣਾ ਚਾਹੀਦਾ। ਹੁਣ ਇਹ ਗੱਲ ਕੀ ਦਿਖਾਉਂਦੀ ਹੈ? ਕੌਮਾਂਤਰੀ ਮੁਦਰਾ ਕੋਸ਼ ਦਾ ਬਿਆਨ ਇਹਨਾਂ ਦਿਨਾਂ ਚ ਆਉਣਾ, ਮੋਦੀ ਦਾ ਥਾਪੜਾ ਦੇਣਾ ਤੇ WTO, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ, ਇਹ ਤਿੰਨੇ ਸੰਸਥਾਵਾਂ ਵੱਡੀਆਂ ਮਗਰ ਖੜੀਆਂ। ਕੋਈ ਰੌਲਾ ਹੀ ਨਹੀਂ ਇਸ ਗੱਲ ਦਾ। ਇਹਨਾਂ ਦੀ ਤਾਕਤ ਹੈ। ਮੋਦੀ ਦੀ ਇਕੱਲੇ ਦੀ ਕੀ ਹੈ ਜੀ? ਐਡਾ ਅੜੇ
ਮੋਦੀ ਆੜੀ ਇਸ ਗੱਲ ਤੇ ਰਿਹਾ ਵੀ ਮੇਰੇ ਮਗਰ ਵੱਡੀਆਂ ਤਾਕਤਾਂ ਹੈਗੀਆਂ, ਸਾਮਰਾਜੀ ਮੁਲਕ ਹੈਗੇ ਆ, ਉਹਨਾਂ ਦੀਆਂ ਉਹ ਸੰਸਥਾਵਾਂ ਹੈਗੀਆਂ ਵੀ ਆਹ ਮੈਂ ਇਕੱਲੇ ਦੇਸ਼ ਦੇ ਲੋਕਾਂ ਨੂੰ ਕੀ ਗੌਲਦਾ। ਇਸ ਕਰਕੇ ਮੋਦੀ ਨੂੰ ਐਡੀ ਕਰਨ ਦਾ ਮਤਲਬ ਹੀ ਇਹ ਹੈ ਵੀ ਇਹਦੇ ਮਗਰ ਵੱਡੀਆਂ ਤਾਕਤਾਂ ਖੜੀਆਂ ਹੈ। ਇਸ ਕਰਕੇ ਹੀ ਹੁਣ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਡੀਆਂ ਸ਼ਕਤੀਆਂ ਨੂੰ ਨਿਸ਼ਾਨਾ ਬਣਾਇਆ। ਉਸ ਦਿਨ ਅਸੀਂ ਇਹਨਾਂ ਦੇ ਵੱਡੇ ਦਿਓ ਕੱਢ ਪੂਤਲੇ ਬਣਾ ਕੇ ਵੱਡੇ ਸਾਡੇ ਉਸ ਦਿਨ ਜਿੱਦਾਂ ਇਹਨਾਂ ਦਾ ਬਿਆਨ ਆਇਆ, ਅਗਲੇ ਦਿਨ ਅਸੀਂ ਸਾਡੀ ਸਟੇਜ ਤੋਂ ਤਾਂ ਵੱਡਾ ਪੂਤਲਾ ਬਣਾ ਕੇ ਉਹਦਾ ਦੂਜਾ ਕੌਮਾਂਤਰੀ ਮੁਦਰਾ ਕੋਸ਼ ਦਾ ਤੇ ਤਿੰਨੇ ਸੰਸਥਾਵਾਂ ਦਾ ਨਾਂ ਪਾ ਕੇ ਬਕਾਇਦਾ ਉਹਦਾ ਪੂਤਲਾ ਫੂਕਿਆ ਤੇ ਲੋਕਾਂ ਦੇ ਖਿਲਾਫ ਜਿਹੜਾ ਉਹ ਬਿਆਨ ਆਇਆ ਤੇ ਲੋਕਾਂ ਦਾ ਗੁੱਸਾ ਗਿਆ, ਉਹਨਾਂ ਨੂੰ ਨਿਸ਼ੇਧਿਤ ਹੋਇਆ ਗੁੱਸਾ। ਇਹ ਤਸਵੀਰ ਸਾਫ਼ ਹੋਈ ਆ ਵੀ ਅਸਲ ਵਿੱਚ ਪਿੱਛੇ ਜਿਹੜੀਆਂ ਇਹ ਵੱਡੀਆਂ ਤਾਕਤਾਂ ਖੜੀਆਂ ਹੈ, ਇਹਦਾ ਕਰਕੇ ਉਹ ਲੋਕਾਂ ਤੇ ਇਕੱਠੀ ਪਾਉਣਾ ਚਾਹੁੰਦੇ ਆ ਤੇ ਆਹ ਗੱਲ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਵੀ ਵੱਡਾ ਸਰਮਾਇਆ ਲਾਉਂਦੇ ਆ ਉਹ ਲੋਕਾਂ ਦੇ ਜੇ ਲੋਕਾਂ ਤੇ ਇਕੱਠੀ ਪਾ ਕੇ ਰੱਖਣੀ ਹੈ, ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ ਹੈ, ਲੋਕਾਂ ਦੀ ਕਿਰਤ ਸ਼ਕਤੀ ਲੁੱਟਦੇ ਰਹਿਣਾ, ਲਗਾਤਾਰ ਲੁੱਟ ਦਾ ਰਾਜ ਕਾਇਮ ਰੱਖਣਾ ਹੈ, ਤਾਂ ਹੀ ਰਹਿ ਸਕੂਗਾ ਉਹ। ਜਿੱਥੇ ਲਾਲਚ ਦੇਣ ਦਾ ਲੋੜ ਪੈਂਦਾ ਉਹ ਸਰਮਾਇਆ ਛੱਡ ਦਿੰਦੇ ਆ, ਲਾਲਚ ਦਿੰਦੇ ਆ। ਜਿੱਥੇ ਐ ਜ਼ਬਰ ਕਰਨ ਦਾ ਲੋੜ ਪਵੇ ਉਹ ਬਲ ਪਿਛਲ ਵਾਲੀ ਨੀਤੀ ਆਪਾਂ ਜਦੋਂ ਸ਼ੁਰੂ ਕੀਤੀ ਦੀ ਗੱਲ ਵਰਤਦੀਆਂ ਸਰਕਾਰਾਂ, ਇਹ ਉਸੇ ਦਾ ਸੱਚਾਈ ਹੈ ਜੀ। ਬਿਲਕੁਲ। ਹਾਂਜੀ ਮੇਰੇ ਖਿਆਲ ਸਾਥੀ ਨਛੱਤਰ ਸਿੰਘ ਬੈਠੇ ਨੇ ਆਪਣੇ ਨਾਲ, ਉਹ ਤੁਹਾਡੇ ਕੋਲੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਸਾਥੀ ਜੀ। ਹਾਂਜੀ ਪ੍ਰਧਾਨ ਜੀ, ਨਛੱਤਰ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਮੋਗਾ ਬੀਕੇ ਏਕਤਾ ਗ੍ਰਾਮ। ਤੇ ਮੇਰੀ ਤਾਂ ਇੱਕ ਤਾਂ ਮੇਰਾ ਇਹ ਸਵਾਲ ਆ ਮੁੜ ਕੇ ਵੀ ਜਿਸ ਵਕਤ 25 ਤਰੀਕ ਦੀ ਰਾਤ ਨੂੰ ਇਹਨਾਂ ਨੇ ਜਿਹੜੀਆਂ ਸੀਗੀਆਂ ਸਾਡੀਆਂ 32 ਜਥੇਬੰਦੀਆਂ ਦੀ ਜਿਹੜੀ ਸੀਗੀ ਵੀ ਉਹ ਉਹਨਾਂ ਦਾ ਜਿਹੜੀ ਕਮੇਟੀ ਫਿਰ ਰੱਦ ਕੀਤੀ ਆ ਤੇ 5 ਮੈਂਬਰੀ ਕਮੇਟੀਆਂ ਨੇ ਚੁਣੇ ਆ। ਉਸ ਵਕਤ ਇਹ ਬਲਬੀਰ ਸਿੰਘ ਰਾਜੇਵਾਲਾ ਵਗੈਰਾ ਇਹ ਨੇੜੇ ਬੈਠੇ ਸੀ ਉਹਨਾਂ ਦੇ ਮੁੜ ਕੇ ਕਿ ਉਸੇ ਥਾਂ ਤੇ ਤਾਂ ਹੋ ਰਿਹਾ ਸੀਗਾ ਵੀ ਉਸ ਵਕਤ ਕੀ ਇਹਨਾਂ ਨੇ ਕੋਈ ਤੁਹਾਡੇ ਨਾਲ ਗੱਲ ਰਾਤ ਨੂੰ ਸਾਂਝੀ ਕੀਤੀ ਆ ਵੀ ਜੇ ਸਵੇਰ ਨੂੰ ਮੁੜ ਕੇ ਜਿਹੜਾ ਹੈਗਾ ਵੀ ਭਾਈ ਆ ਨਵਾਂ ਪੰਗਾ ਪੈ ਰਿਹਾ ਮੁੜ ਕੇ ਵੀ ਜੇ ਇਸ ਪਾਸੇ ਨੂੰ ਇਹ ਜਿਹੜੇ ਹੈਗੇ ਆ ਵੀ ਇਹ ਸਾਡੇ ਤੋਂ ਵਿਰੁੱਧ ਖੜ ਜਦੋਂ ਆਹ ਕੰਮ ਕਰ ਗਏ ਤਾਂ ਸਾਡੇ ਜਿਹੜੇ ਖਿਲਾਫ ਜਾ ਸਕਦੇ ਆ ਵੀ ਇੱਕ ਤਾਂ ਮਤਲਬ ਇਹ ਜਾਣੇ ਵੀ ਜੇ ਤੁਹਾਡੇ ਤੋਂ ਗੱਲ ਕੀਤੀ ਹੁੰਦੀ ਤਾਂ ਮੈਨੂੰ ਲੱਗਦਾ ਵੀ ਐਂ ਕੀਤਾ ਜਾ ਸਕਦਾ ਵੀ 26 ਦੀ ਜੇ ਭਾਵੇਂ ਇੱਕ ਰਾਤ 'ਚ ਕੱਟ ਕੇ 27 ਨੂੰ ਜਾਇਆ ਜਾਂਦਾ ਤਾਂ ਘੱਟੋ ਘੱਟ ਵੀ ਇਹ ਨਰਦ ਕੁੱਟੀ ਜਾ ਸਕਦੀ। ਇੱਕ ਤਾਂ ਮੇਰਾ ਇਹ ਸਵਾਲ ਆ ਜੀ। ਚਲੋ ਇਹ ਤੇ ਕਰ ਲਓ ਇਹ ਤੁਹਾਡਾ ਠੀਕ ਹੈ। ਸਾਡੇ ਹਾਂ ਇਹ ਕੀ ਕਰ ਲੈਂਦੇ ਆਪਾਂ। ਦੇਖੋ ਸਾਨੂੰ ਨਹੀਂ ਦੱਸੀ ਇਹਨਾਂ ਨੇ ਜਾਣਕਾਰੀ, ਸਗੋਂ ਅਸੀਂ ਉਲਟਾ ਇਹਨਾਂ ਨੂੰ ਕਿਹਾ ਸੀ ਵੀ ਆ ਜਿਹੜੀ ਘਟਨਾ ਵਾਪਰ ਗਈ ਤੁਹਾਡੀ ਸਟੇਜ ਤੇ ਕਬਜ਼ਾ ਹੋ ਗਿਆ ਇੱਕ ਹਿਸਾਬ ਨਾਲ, ਇਹਨੂੰ ਤੁਸੀਂ ਗੰਭੀਰਤਾ ਨਾਲ ਲਓ। ਇਹ ਸੋਚਣ ਵਿਚਾਰਨ ਦਾ ਮਾਮਲਾ ਹੈਗਾ, ਪਰ ਕਿਉਂਕਿ ਉਧਰ ਜਥੇਬੰਦੀਆਂ ਬਾਹਲੀਆਂ ਉਹਨਾਂ ਦਾ ਆਪਸ ਵਿੱਚ ਦੀ ਰਾਏ ਬਣਾਉਣ ਚ ਟਾਈਮ ਲੱਗਦਾ ਹੈ, ਕਿਵੇਂ ਕਰਨਗੇ ਉਹ ਇੱਧਰ ਹੋ ਜਾਣੀ ਉਹ ਇੱਧਰ ਰਿਪੋਰਟ ਤਾਂ ਕਈ ਗੱਲਾਂ ਵਿੱਚ ਹੈਗੀਆਂ। ਚਲੋ ਇਹੋ ਜਿਹੇ ਮਾਮਲੇ ਤੇ ਆਪਾਂ ਕਰਨਾ ਜਿਹੜੇ ਉਦਾਹਰਨਾਂ ਹੈਗੀਆਂ ਕੁਛ ਉਹ ਜਿਹੜਾ ਮਤਲਬ ਇਹ 32 ਜਥੇਬੰਦੀਆਂ ਦਾ ਪਲੇਟਫਾਰਮ ਬਣਿਆ ਹੋਇਆ ਉਹਨਾਂ ਦੀਆਂ ਕੁਛ ਸਮੱਸਿਆਵਾਂ ਆਪਦੀਆਂ ਉਹ ਛੇਤੀ ਕਰਿਆ ਉਧਰੋਂ ਫੈਸਲੇ ਨਹੀਂ ਹੁੰਦੇ, ਛੇਤੀ ਕਰਿਆ ਇੱਧਰ ਜਿਹੜਾ ਇੱਧਰ ਤਰਜੀਹ ਦੇਣੀ ਹੁੰਦੀ ਹੈ ਜਥੇਬੰਦੀ ਨੂੰ ਵੀ 3 ਸੈਂਟਰ ਹੈ, ਸੈਂਟਰ ਨੂੰ ਮੰਨ ਲੈਣਾ ਹੈ ਵੀ ਇਹ ਵੀ ਇੱਕ ਵੱਖਰੇ ਸਾਡੇ ਸਾਥੀ ਹੈ। ਉਹ ਸਾਥੀਆਂ ਨਾਲ ਜਿਹੜਾ ਹੁੰਦਾ ਰੋਲ ਉਹ ਰੋਲ 'ਚ ਕਿਤੇ ਕਮਜ਼ੋਰੀ ਹੈ, ਨਹੀਂ ਤਾਂ ਉਹ ਕਰਦੇ ਇਹਦਾ ਸਾਂਝਾ ਹੱਲ ਕੱਢਿਆ ਜਾ ਸਕਦਾ ਸੀਗਾ। ਉਹ ਅਸੀਂ ਤਾਂ ਇਹ ਸੱਦਾ ਦੇਣ ਤੋਂ ਪਹਿਲਾਂ ਵੀ ਸੁਝਾਅ ਦਿੱਤਾ ਸੀ ਵੀ ਅਸਲ ਵਿੱਚ ਸੱਦੇ ਬਾਰੇ ਸੋਚਣਾ ਚਾਹੀਦਾ ਆਪਾਂ ਨੂੰ, ਕਿਉਂਕਿ ਸੱਦਾ ਆਉਣ ਤੋਂ ਬਾਅਦ ਜਿਹੋ ਜਿਹੇ ਉੱਥੋਂ ਉਹਨਾਂ ਸਾਡੇ ਸਾਥੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਚੱਕਵੇਂ, ਉਹ ਬਿਆਨ ਪਹਿਲਾਂ ਆਉਣੇ ਸ਼ੁਰੂ ਹੋ ਗਏ ਸੀ ਲਾਲ ਕਿਲੇ ਤੇ ਝੰਡਾ ਚੜਾਵਾਂਗੇ ਅਸੀਂ ਜੀ ਇਹ ਕਰਾਂਗੇ ਜੋ ਕਰਾਂਗੇ ਉਹ ਕਰਾਂਗੇ, ਗੱਲਾਂ ਤਾਂ ਪਹਿਲਾਂ ਸਾਂਭੀਆਂ ਜਾਂਦੀਆਂ, ਸਾਂਭਿਆ ਜਾ ਸਕਦਾ ਸੀ। ਪਰ ਠੀਕ ਹੈ ਉਹ ਉਹਨਾਂ ਦੀ ਸਮੱਸਿਆ, ਮੈਂ ਉਹਨਾਂ ਬਾਰੇ ਬਾਹਲਾ ਨਹੀਂ ਕਹੂੰਗਾ ਕਿਉਂਕਿ ਅੱਜ ਦੀ ਘੜੀ ਫਿਲਹਾਲ ਇਹ ਕਹਿਣਾ ਠੀਕ ਨਹੀਂ, ਘੋਲ ਦੇ ਪੱਖ 'ਚ ਨਹੀਂ ਜਾਣਾ। ਉਹ ਮਤਲਬ ਠੀਕ ਹੈ ਕੁੱਲ ਮਿਲਾ ਕੇ ਵਧੀਆ ਹੈ। ਜੇ ਬਾਅਦ ਦੇ ਵਿੱਚ ਵੀ ਜੋ ਰਾਜੇਵਾਲ ਜੀ ਨੇ ਜਾਂ ਹੋਰਾਂ ਨੇ ਉਹਨਾਂ ਨੇ ਮੌਕਾ ਸਾਂਭਿਆ ਉਹ ਚੰਗਾ ਹੀ ਹੈ, ਚੰਗੇ ਕਦਮ ਹੀ ਹੈ, ਇਹ ਚੰਗੇ ਪਾਸੇ ਨੂੰ ਗੱਲ ਹੈ। ਛੋਟੀਆਂ ਮੋਟੀਆਂ ਦੇਖੋ ਕਰਦਿਆਂ ਤੋਂ ਸਮੱਸਿਆਵਾਂ ਆਉਂਦੀਆਂ ਹੁੰਦੀਆਂ ਉਹ ਕਰਦੇ ਰਵਾਂਗੇ ਹੱਲ, ਐਡੀ ਗੱਲ ਨਹੀਂ ਕੋਈ ਜਿਹੜੀ ਵੀ ਜ਼ਿਆਦਾ ਫਿਕਰਮੰਦੀ ਵਾਲੀ ਇਹ ਵੱਡੀ ਗੱਲ ਹੈ। ਇਹ ਗੱਲ ਤੁਹਾਡੀ ਠੀਕ ਹੈ ਵੀ ਸਾਨੂੰ ਪਹਿਲਾਂ ਕਨਵੇ ਨਹੀਂ ਕਰਿਆ, ਇੱਕ ਵਾਰੀ ਨਹੀਂ ਪਹਿਲਾਂ ਵੀ ਇੱਕ ਘਟਨਾ ਵਾਪਰ ਗਈ ਜਿੱਦੇ ਅਮਿਤ ਸ਼ਾਹ ਜੀ ਨਾਲ ਇਹ ਮੀਟਿੰਗ ਕਰਕੇ ਆਉਂਦੇ ਆ ਉਦੋਂ ਵੀ ਸਾਨੂੰ ਨਹੀਂ ਦੱਸਿਆ ਇਹਨਾਂ ਨੇ। ਉਸ ਗੱਲ ਨੇ ਵੀ ਇਸ ਘੋਲ ਨੂੰ ਇੱਕ ਵਾਰੀ ਰਾਸਤਾ ਫਲਾਈ ਸੀ, ਉਹ ਇਕੱਲੇ ਗੱਲ ਕਰਿਆ ਵੀ ਇੱਧਰ ਇੱਕ ਸੈਂਟਰ ਹੈ ਉਹ ਦੋਨੇ ਸੈਂਟਰ ਗਏ ਨਹੀਂ ਉਹ ਕਿਉਂਕਿ ਕੁਛ ਗੱਲਾਂ ਪਿੱਛੇ ਜਿਹੜੇ ਤੁਹਾਡੇ ਵਰਗੇ ਸਰੋਤੇ ਬੈਠੇ ਉਹਨਾਂ ਨੂੰ ਸ਼ੰਕੇ ਖੜੇ ਹੋ ਜਾਂਦੇ ਆ ਕੁਛ ਗੱਲਾਂ ਰਹਿ ਜਾਂਦੀਆਂ ਫਰਕ ਕੋਈ ਐਡੀ ਗੱਲ ਨਹੀਂ ਕਰ ਲਾਂਗੇ ਸੂਤੇ ਵੀ ਘੋਲਾਂ 'ਚ ਇਹ ਦੇਖੋ ਘੋਲਾਂ ਦੇ ਮੈਦਾਨ ਇਹੋ ਜਿਹੇ ਹੁੰਦੇ ਉਹਦੇ 'ਚ ਸਾਰਾ ਕੁਛ ਹੀ ਸਬਕ ਮਿਲਦੇ ਆ ਸਿੱਖਣ ਨੂੰ, ਹੁਣ ਸਾਈਆਂ ਵੀ ਮਿਲਦੀਆਂ, ਹੁਣ ਸਾਈਆਂ ਆਉਂਦੀਆਂ ਵੀ ਆ, ਫਰਕ ਸ਼ੱਕ ਰਹਿੰਦੇ ਵੀ ਆ, ਫਰਕ ਸ਼ੱਕ ਦੂਰ ਵੀ ਕਰ ਲਏ ਜਾਂਦੇ ਆ, ਐਡੀ ਗੱਲ ਨਹੀਂ ਕੋਈ। ਜੇ ਕੋਈ ਉਦੇ ਮਾੜਾ ਮੋਟਾ 25 ਨੂੰ ਸਾਂਝੀ ਗੱਲ ਕਰਨ ਦਾ ਫਰਕ ਰਹਿ ਗਿਆ ਅਸੀਂ ਕਰ ਲਾਂਗੇ ਸੂਤ, ਐਡੀ ਫਿਕਰਮੰਦੀ ਵਾਲੀ ਗੱਲ ਨਹੀਂ ਕੋਈ।
ਨਹੀਂ ਉਹ ਇਦਾਂ ਹੈਗਾ ਮਤਲਬ ਕਿ ਸਾਡੀ ਅਸੀਂ ਉਹ ਤਾਂ ਸਾਨੂੰ ਪਤਾ ਵੀ ਸਾਂਝੇ ਲੜ ਰਹੇ ਹਾਂ ਮੁੜ ਕੇ ਅਸੀਂ ਉਹੋ ਜਿਹਾ ਕੋਈ ਸਵਾਲ ਨਹੀਂ ਕਰਦੇ ਪਰ ਇਦਾਂ ਹੁੰਦਾ ਮੁੜ ਕੇ ਵੀ ਜਿਹੜੀ ਜੇਕਰ ਕੋਈ ਸਾਡੇ ਤੇ ਜਦੋਂ ਅਸੀਂ ਇੱਥੇ ਰੇਡੀਓ ਸਟੇਸ਼ਨ ਤੇ ਬਹਿੰਦੇ ਸਾਡੇ ਤੇ ਸਵਾਲ ਹੁੰਦੇ ਆ ਉਹ ਫਿਰ ਅਸੀਂ ਥੋੜੀ ਬਹੁਤ ਤਾਂ ਥੋੜੀ ਜਿਹੀ ਮਤਲਬ ਹੈਗਾ ਵੀ ਅਪਡੇਟ ਲਈ ਆ ਵੀ ਹਾਂ ਨਹੀਂ ਤੁਹਾਡੀ ਗੱਲ ਦਰੁਸਤ ਹੈ। ਜੇ ਪਹਿਲਾਂ ਕੋਈ ਗੱਲ ਦੀ ਪੇਸ਼ਬੰਦੀ ਹੋ ਜੇ ਪਹਿਲਾਂ ਸਾਂਝਾ ਨਿਰਣਾ ਬਣ ਜੇ ਉਹਦਾ ਫਾਇਦਾ ਹੋ ਜਾਂਦਾ ਹੈ ਤਾਂ ਠੀਕ ਹੈ ਗੱਲ ਹੈ। ਹਾਂ ਹਾਂਜੀ ਤੇ ਦੂਜਾ ਹੈਗਾ ਇਹ ਮੁੜ ਕੇ ਵੀ ਗਾਂ ਸਾਨੂੰ ਲੱਗ ਰਿਹਾ ਮੁੜ ਕੇ ਵੀ 2 ਤਰੀਕ ਦੀ ਮੀਟਿੰਗ ਮਿਲ ਰਹੀ ਆ ਉਹਦੇ ਵਿੱਚ ਵੀ ਸਾਡੇ ਜਿਹੜੇ ਬੰਦੇ ਆ ਉਹ ਤਕਰੀਬਨ ਸਾਰਿਆਂ ਉੱਤੇ ਤਾਂ ਮਤਲਬ ਕੇਸ ਹੈਗੇ ਆ ਤੇ FIR ਦਰਜ ਆ ਇਹਦਾ ਕੀ ਬਣੂਗਾ? ਹਾਂਜੀ ਦੇਖੋ ਇਹਦਾ ਹੁਣ ਆਪਣੀ ਜਥੇਬੰਦੀ ਵੱਲੋਂ ਤਾਂ ਆਪਾਂ ਪੈਂਤਰਾ ਲਿਆ ਹੋਇਆ ਕੋਲੋਂ ਜੋ ਸਾਂਝਾ ਬਣੂ ਉਹਦੇ ਤੇ ਫੁੱਲ ਚੜਾਵਾਂਗੇ ਬਈ ਯਾਰ ਪਹਿਲਾਂ ਇਹ ਮੀਟਿੰਗ ਕਰਨ ਤੋਂ ਪਹਿਲਾਂ ਇਹ ਮੀਟਿੰਗ ਕਰਨ ਦਾ ਮੋਦੀ ਹੁਕੂਮਤ ਦਾ ਬਾਹ ਨੂੰ ਮਰੋੜਾ ਦੇ ਕੇ ਜਿਹੜਾ ਕਹਿੰਦੇ ਹੁੰਦੇ ਦਾਅ ਪਾ ਕੇ ਮੀਟਿੰਗ ਕਰਨ ਦਾ ਸਵਾਲ ਹੈ ਵੀ ਸਾਡੀਆਂ ਸ਼ਰਤਾਂ ਮੰਨੋ। ਇਸ ਹਾਲਤ ਦੇ ਵਿੱਚ ਮੀਟਿੰਗ ਹੋਣੀ ਸੰਭਵ ਹੀ ਨਹੀਂ। ਜੇ ਹੋਊਗੀ ਉਹਦੇ ਸਿੱਟੇ ਨਹੀਂ ਸਹੀ ਨਿਕਲਣਗੇ। ਠੀਕ ਹੈ ਇਧਰੋਂ ਤਾਂ ਦੇਖੋ ਆਪਣੀ ਤਾਂ ਪੋਜੀਸ਼ਨ ਹੈਗੀ ਆ ਬੀਪੀਜੇ ਚੌਗਰਾਹਾਂ ਦੀ ਵੀ ਉਹ ਜਿੰਨੇ ਇਹਨਾਂ ਨੇ ਕਦਮ ਲਏ ਹੋਏ ਆ ਜ਼ਬਰ ਦੇ ਬੰਦੇ ਫੜੇ ਹੋਏ ਆ ਸਾਰੇ ਉਹ ਰਿਹਾ ਕਰਨ ਆਹ ਨੈਟ ਬੰਦ ਕੀਤਾ ਹੋਇਆ ਇਹਨੂੰ ਚਾਲੂ ਕਰਨ ਅੱਜ ਰੇਲ ਗੱਡੀ ਬੰਦ ਕਰਨ ਦੀ ਗੱਲ ਸਾਹਮਣੇ ਆ ਗਈ ਰੇਲ ਗੱਡੀ ਬੰਦ ਕੀਤੀ ਆ ਉਹ ਚਾਲੂ ਕਰਨ ਸਾਡੀ ਬਿਜਲੀ ਕੱਟੀ ਹੋਈ ਆ ਉਹ ਚਾਲੂ ਕਰਨ ਸਾਡੇ ਘੱਟੋ ਘੱਟ 200 ਨੌਜਵਾਨ ਫੜੇ ਹੋਏ ਆ ਇਹ ਤੋਂ ਪਹਿਲਾਂ ਇਹ ਮੰਨ ਰਹੇ ਆ ਕਿੰਨਿਆਂ ਤੇ ਕੇਸ ਹੈ ਕੇਸ ਰੱਦ ਹੋਣੇ ਚਾਹੀਦੇ ਆ ਜਿੰਨੇ ਵੀ ਨੌਜਵਾਨ ਫੜੇ ਆ ਅਸੀਂ ਕਹਿੰਦੇ ਉਹ ਵੀ ਕਿਉਂ ਨਾ ਹੋਵੇ ਕਿਉਂਕਿ ਗੁੰਮਰਾਹ ਹੋ ਕੇ ਜਾਵੜੇ ਨੌਜਵਾਨ ਤਾਂ ਸਾਡੇ ਹੀ ਆ ਉਹ ਬਿਲਕੁਲ ਅਸੀਂ ਕਹਿੰਦੇ ਸਾਰੇ ਦੇ ਸਾਰੇ ਉਹ ਰਿਹਾ ਹੋਣੇ ਚਾਹੀਦੇ ਆ। ਆਹ ਕਦਮ ਲਵੇ ਮੋਦੀ ਹੁਕੂਮਤ ਗੱਲਬਾਤ ਦਾ ਸਹੀ ਤਾਂ ਉਦੋਂ ਨਿਕਲੂਗਾ। ਆਪਣੀ ਤਾਂ ਹੈਗੀ ਪੋਜੀਸ਼ਨ ਇਹ ਵੀ ਗੱਲਬਾਤ ਦਾ ਮਾਹੌਲ ਸਖਾਵਾਂ ਮਾਹੌਲ ਬਣਾਉਣ ਦੇ ਵਿੱਚ ਸਾਰੇ ਪਰਚੇ ਰੱਦ ਕਰੇ ਫੜੇ ਬੰਦੇ ਰਿਹਾ ਕਰੇ ਕੋਈ ਸਮਾਨ ਜ਼ਬਤ ਕੀਤਾ ਉਹ ਰਿਹਾ ਕਰੇ ਤੇ ਆਹ ਜਿਹੜੇ ਕਦਮ ਮੈਂ ਨਾਲ ਗਿਣੇ ਆ ਬਿਜਲੀ ਬੰਦ ਹੈ ਇੰਟਰਨੈਟ ਬੰਦ ਹੈ ਰੇਲਾਂ ਬੰਦ ਕਰਨੀਆਂ ਜਾਂ ਘੇਰਾਬੰਦੀ ਕਰਨੀ ਹੈ ਇਹ ਸਾਰੇ ਕਦਮ ਮੋਦੀ ਹੁਕੂਮਤ ਵਾਪਸ ਲਵੇ ਸਖਾਵਾਂ ਮਾਹੌਲ ਬਣਾਵੇ ਗੱਲਬਾਤ ਕੱਲ ਵਾਲੀ ਫਾਇਦਾ ਤਾਂ ਹੀ ਹੋਊਗਾ। ਆਪਣੀ ਪੋਜੀਸ਼ਨ ਹੈ ਇਹ ਗਾਹਾਂ ਸਾਂਝੇ ਚ ਕੀ ਬਣਦੀ ਹੈ ਆਪਾਂ ਰੱਖਾਂਗੇ ਜੋ ਉੱਥੇ ਜਾ ਕੇ ਵੀ ਪਹਿਲਾਂ ਮਾਹੌਲ ਬਣਾਉਣਾ ਚਾਹੀਦਾ ਤੇ ਨਹੀਂ ਇਸ ਗੱਲ ਨੂੰ ਜਿਹੜੇ ਤੁਹਾਡੇ ਖਦਸ਼ੇ ਆ ਮੈਂ ਸਮਝ ਗਿਆ ਇਹਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜੇ ਗੱਲਬਾਤ ਟੁੱਟ ਜੇ ਮੁੜ ਕੇ ਉਹ ਕਹਿ ਦੇਣ ਤੁਹਾਡੇ ਤੇ ਪਰਚੇ ਬਹਿ ਜਾਓ ਪਾਸੇ ਸਾਡੇ ਨਾਲ ਹੋਈ ਹੈ ਸਾਡੇ ਇਦੋਂ 2000 ਦੇ ਵਿੱਚ ਜੇਠੂ ਕੇ ਕਾਂਡ ਵਾਪਰਿਆ ਅਸੀਂ ਡੀਸੀ ਨਾਲ ਗੱਲਬਾਤ ਕਰਨ ਲਈ ਲੈ ਗੱਲਬਾਤ ਨਹੀਂ ਸਿਰੇ ਚੜੀ ਸਾਨੂੰ ਰਾਸਤੇ ਚੱਕ ਲਿਆ 4 ਆਗੂਆਂ ਨੂੰ ਉਹਨਾਂ ਦੇ ਵਿੱਚ ਮੈਂ ਵੀ ਸੀ ਤੇ ਮਗਰੋਂ ਇੱਧਰ ਆ ਕੇ ਮਤਲਬ ਜੇਠੂ ਕੇ ਕਾਂਡ ਵਰਤਾਤਾ ਸਾਡੇ 2 ਨੌਜਵਾਨ ਸ਼ਹੀਦ ਹੋਏ ਕਿਉਂਕਿ ਨਾ ਹੁਕੂਮਤਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਉਹ ਕਦੋਂ ਵੀ ਸੱਟ ਮਾਰ ਕਿਉਂਕਿ ਇਹ ਲੋਕਾਂ ਦੇ ਦੁਸ਼ਮਣ ਹੈ। ਇਸ ਕਰਕੇ ਤੁਹਾਡਾ ਸੁਝਾਅ ਠੀਕ ਹੈ ਇਹ ਆਪਣਾ ਨਿਰਣਾ ਇਹ ਹੈ ਉਹ ਗਾਹਾਂ ਕੋਈ ਗੱਲ ਨਹੀਂ ਝੱਲਾਂਗੇ ਉਹ ਵੀ ਸਾਰਾ ਕੁਝ ਜੋ ਸਾਂਝਾ ਤੈਅ ਹੋਊ ਉਹਨੂੰ ਲਾਗੂ ਕਰਾਂਗੇ। ਠੀਕ ਹੈ ਹਾਂਜੀ ਸਾਥੀ ਜੀ ਮੇਰਾ ਇੱਕ ਸਵਾਲ ਹੈ ਜੀ ਜਿਵੇਂ ਤੁਸੀਂ ਇਸ਼ਾਰਾ ਮਾਤਰ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹਦਾ ਜਿਹੜਾ ਰੋਲ 26 ਵਾਲੇ ਲਾਲ ਕਿਲੇ ਦੇ ਕਾਂਡ ਦੇ ਵਿੱਚ ਰਿਹਾ ਉਹਨਾਂ ਨਾਲ ਮਿਲ ਕੇ ਸਾਰਾ ਕੰਮ ਕੀਤਾ ਇਹਦੇ ਵਿੱਚ ਜਿਹੜੇ ਸਵਾਲ ਖੜੇ ਹੋਏ ਨੇ ਲੀਡਰਸ਼ਿਪ ਤੇ ਸਰਵਣ ਸਿੰਘ ਪੰਧੇਰ ਤੇ ਸਤਨਾਮ ਪੰਨੂ ਦੇ ਉੱਪਰ ਉਹਦੇ ਤੇ ਉਹ ਗੁਰਾਹਾਂ ਦੀ ਕੀ ਪੋਜੀਸ਼ਨ ਹੈ ਕਿ ਇਹ ਜਿਹੜੇ ਲੀਡਰ ਨੇ ਇਹ ਇਵੇਂ ਹੀ ਰਹਿਣੇ ਚਾਹੀਦੇ ਜਾਂ ਕੋਈ ਨਵੀਂ ਕਿਉਂਕਿ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਆਏ ਹੋਏ ਉਹ ਉਹਨਾਂ ਦਾ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਇਹਦੇ ਵਿੱਚ ਉਹ ਗੁਰਾਹਾਂ ਕੀ ਸਮਝਦੀ ਹੈ ਇਸ ਲੀਡਰਸ਼ਿਪ ਬਦਲਣੀ ਚਾਹੀਦੀ ਹੈ ਜਾਂ ਕਿਸ ਤਰੀਕੇ ਨਾਲ ਦੇਖਦੀ ਹੈ ਜੀ? ਦੇਖੋ ਜੀ ਅਸੀਂ ਇਹ ਦੇਖਦੇ ਹਾਂ ਪਹਿਲੀ ਗੱਲ ਤਾਂ ਇਹ ਹੈ ਵੀ ਜੋ ਕੁਛ ਲੀਡਰਾਂ ਨੇ ਸਾਡੇ ਇੱਧਰ ਕਰੀਆਂ ਗੱਲਾਂ ਵੀ ਉਹਨਾਂ ਨੂੰ ਗਦਾਰੀ ਦਾ ਹਿਸਾਬ ਦੇਤਾ ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ। ਆਪਣੀ ਜਥੇਬੰਦੀ ਵੀ ਕਿ ਤਗੜਾ ਐਡੀ ਛੇਤੀ ਇੰਨਾ ਲੰਮਾ ਇਤਿਹਾਸ ਤੇ ਅਗਲਿਆਂ ਦਾ ਅੰਦੋਲਨ ਲੜ ਰਿਹਾ ਐਡੀ ਛੇਤੀ ਉਹਨੂੰ ਗਦਾਰੀ ਦਾ ਖਿਤਾਬ ਦੇ ਦੇਣਾ ਇਹ ਠੀਕ ਨਹੀਂ। ਅਸੀਂ ਨਹੀਂ ਕਹਿੰਦੇ ਗਦਾਰ ਬਿਲਕੁਲ ਨਹੀਂ ਠੀਕ ਹੈ ਅਸੀਂ ਉਹ ਕਹਿੰਦੇ ਵੀ ਉਹਨਾਂ ਤੋਂ ਕਰਦਿਆਂ ਤੋਂ ਗਲਤੀ ਹੋ ਗਈ ਗਲਤੀ ਦਾ ਕਾਰਨ ਸਰਕਾਰ ਨੂੰ ਮੌਕਾ ਮਿਲ ਗਿਆ ਉਹਨਾਂ ਦੀ ਗਲਤੀ ਦੇ ਕਾਰਨ ਸਰਕਾਰ ਨੂੰ ਉਹਦੇ ਵਿੱਚ ਆਪਦੇ ਬੰਦੇ ਇੱਕ ਰਾਹ ਮਿਲ ਗਿਆ ਤੇ ਉਹ ਗਲਤੀ ਅਸੀਂ ਕਹਿੰਦੇ ਆ ਵੀ ਇੰਨੀ ਕੁ ਗਲਤੀ ਆ ਵੀ ਉਹ ਕੋਈ ਗਦਾਰ ਹੋ ਗਏ ਜਾਂ ਇਦੋਂ ਗਾਂਹ ਵਾਲੀ ਗੱਲ ਵੀ ਜਿਹੜੇ ਲੋਕ ਆ ਉਹ ਤਾਂ ਲੋਕ ਤਾਂ ਸਾਡੇ ਉੱਥੇ ਕਿਸੇ 2 ਲੀਡਰਾਂ ਤੋਂ ਗਲਤੀ ਹੋ ਗਈ ਲੀਡਰ ਸਾਰੇ ਲੋਕ ਤਾਂ ਨਹੀਂ ਸੁਧਾਰ ਲੈਣਗੇ ਸਾਨੂੰ ਜੇ ਅਸੀਂ ਗਏ ਆ ਇਹ ਮੰਨ ਕੇ ਗਏ ਆ ਆਪਣੀ ਪੋਜੀਸ਼ਨ ਆ ਉਹਦੇ ਤੇ ਵੀ ਯਾਰ ਇਸ ਮੰਨ ਕੇ ਆਪਾਂ ਤੁਰ ਤੋਂ ਉਧਰ ਜੱਥਾ ਭੇਜਿਆ ਵੀ ਯਾਰ ਉਹ ਐਸ ਕਰਕੇ ਸੱਟ ਨਾ ਮਾਰਨ ਕਿਉਂਕਿ ਅਸੀਂ ਸਮਝਦੇ ਸਰਕਾਰ ਦੀ ਚਾਲ ਹੁੰਦੀ ਹੈ ਪਹਿਲਾਂ ਉਹਨਾਂ ਨੇ ਗਾਜੀਪੁਰ ਤੇ ਉਹ ਫੈਸਲਾ ਕੀਤਾ ਵੀ ਉਹਨੂੰ ਪੱਟ ਦੇ ਜੀ
ਉਹਦੇ 'ਚ ਕਾਮਯਾਬ ਨਹੀਂ ਹੋਏ। ਇੱਧਰ ਹਮਲਾ ਨਹੀਂ ਕਰਤਾ ਸਿੱਧਾ, ਕਿਉਂਕਿ ਉਹਨਾਂ ਨੂੰ ਇੱਕ ਬਿੱਲ ਮਿਲ ਗਈ ਜਿਹੜੀ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਸ਼ਾਇਦ ਇਹ ਕਿਸਾਨ ਜਥੇਬੰਦੀਆਂ ਗੁਜ਼ਾਰ ਗਏ ਤਾਂ ਇਹਨਾਂ ਨੂੰ ਵੀ ਸ਼ਾਇਦ ਇਹਨਾਂ ਦੀ ਮਦਦ ਤੇ ਆਉਣਗੀਆਂ ਨਹੀਂ, ਉਹ ਜਿਹੜੀ ਉਹਨਾਂ ਨੇ ਹਮਲਾ ਕਰਤਾ। ਉਹ ਪਰ ਹਮਲੇ ਨੂੰ ਸਾਰਿਆਂ ਨੇ ਬਾਕੀ ਗੱਲਾਂ ਛੱਡ ਕੇ ਪਛਾੜਿਆ। ਉਹਦੇ ਨਾਲ ਦੀ ਨਾਲ ਮਤਲਬ ਸਾਰੇ ਲੀਡਰਾਂ ਨੇ ਸਟੈਂਡ ਲਿਆ ਵੀ ਖਬਰਦਾਰ ਜੇ ਬੰਦੇ ਤੇ ਪੁੱਛ ਬਣੋ, ਇਹ ਹਮਲਾ ਸਾਰਿਆਂ ਤੇ ਹੈ। ਉੱਥੇ ਉਹਨਾਂ ਨੂੰ ਪਿੱਛੇ ਹਟਣਾ ਪਿਆ ਤੇ ਆਪਾਂ ਉਦੋਂ ਵੱਧਵਾਂ ਕਦਮ ਲੈ ਕੇ ਇੱਧਰੋਂ ਆਪਦੀ ਇੱਕ ਉਸ ਚੌਕੀ ਨੂੰ ਤਕੜਾ ਕਰਨ ਖਾਤਰ ਟੁਕੜੀ ਭੇਜੀ ਹੈ। ਇਸ ਗੱਲ ਕਰਕੇ ਇਹ ਕੋਈ ਨਹੀਂ, ਕਿਉਂ ਅਸੀਂ ਸਮਝਦੇ ਹਾਂ ਵੀ ਜੇ ਗਾਜੀਪੁਰ ਵਾਲਾ ਪਹਿਲਾਂ ਦਬਾ ਲੈਂਦੇ, ਫਿਰ ਕੁੰਡਲੀ ਵਾਲਾ ਦਬਾ ਲੈਂਦੇ, ਫਿਰ ਸਾਡੀ ਵਾਰੀ ਆਉਣੀ ਸੀ। ਬਿਲਕੁਲ ਬਿਲਕੁਲ ਐ ਹੋ ਸਕਦਾ ਪਹਿਲਾਂ ਸਿੰਘੂ ਵਾਲੇ ਤੇ ਆ ਜਾਂਦੇ, ਫਿਰ ਟਿਕਰੀ ਵਾਲੇ ਦੀ ਵਾਰੀ ਆ ਜਾਂਦੀ। ਇਹ 'ਚ ਕੋਈ ਮਾਮਲਾ ਨਹੀਂ, ਆਪਣੀ ਸਾਫ਼ ਪੋਜੀਸ਼ਨ ਹੈ, ਆਪਣੇ ਬੰਦੇ ਆ, ਕੋਈ ਇਹੋ ਜਿਹਾ ਮਾਮਲਾ ਨਹੀਂ। ਦੋ ਆਗੂਆਂ ਤੋਂ ਕਰਦਿਆਂ ਤੋਂ ਜਾਣੇ ਅਣਜਾਣੇ ਕੋਈ ਗਲਤੀ ਹੋਊਗੀ, ਸੁਧਾਰ ਲੈਣਗੇ, ਕੋਈ ਗੱਲ ਨਹੀਂ, ਉਹ ਐਡੀ ਗੱਲ ਨਹੀਂ। ਉਹ ਐਂ ਅਸੀਂ ਕੋਈ ਮੰਗ ਨਹੀਂ ਕਰਿਆ ਵੀ ਲੀਡਰਸ਼ਿਪ ਦੀ ਤਬਦੀਲੀ, ਉਹਨਾਂ ਲੋਕਾਂ ਨੇ ਦੇਖਣਾ ਕੀ ਬਣਨਾ ਕਿਵੇਂ ਹੈ। ਪਰ ਉਹ ਸਾਡੇ ਨਾਲ ਹੀ ਰਹਿਣਗੇ, ਲੜਾਕੂ ਨਾ ਸਾਡੇ ਨਾਲ ਹਿੱਸਾ ਹੈ ਸੰਘਰਸ਼ ਦਾ, ਉਹ ਸਾਡੇ ਹਿੱਸਾ ਰਹਿਣਗੇ ਲਗਾਤਾਰ। ਆਪਣੀ ਪੋਜੀਸ਼ਨ ਸਾਡੇ ਹੀ ਉਹ ਕਿਸੇ ਕਿਸਮ ਦੀ ਆਂਚ ਨਹੀਂ ਆਉਣ ਦੇਵਾਂਗੇ। ਅਸੀਂ ਕਹਾਂਗੇ ਕੋਈ ਵੀ ਚੌਕੀ ਤੇ ਇਸ ਕਿਸਮ ਦਾ ਵਕਤ ਆਊਗਾ, ਉਹ ਚੌਕੀ ਨੂੰ ਅਸੀਂ ਤਕੜੀ ਕਰਾਂਗੇ, ਆਪਣਾ ਫੈਸਲਾ ਹੈ। ਕੱਲ ਨੂੰ ਅਸੀਂ ਗਾਜੀਪੁਰ ਵੀ ਭੇਜ ਰਹੇ ਹਾਂ, ਉਹ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵੀ ਉਹਨਾਂ ਲੋਕਾਂ ਨਾਲ ਵੀ ਹੌਸਲਾ ਮਿਲੇ। ਇਸ ਕਰਕੇ ਕੋਈ ਗੱਲ ਨਹੀਂ ਇਹੋ ਜੀ, ਆਪਣਾ ਨਿਰਣਾ ਹੈਗਾ ਵੀ ਉਹ ਸਾਡੇ ਹੈ, ਸੰਘਰਸ਼ੀ ਲੋਕ ਹੈ ਉਹ। ਕੋਈ ਗੱਲ ਨਹੀਂ, ਮਾੜੀ ਮੋਟੀ ਗਲਤੀ ਹੋਊਗੀ ਉਹ ਸੂਤ ਹੋ ਜਾਊਗੀ, ਇੰਨੀ ਆਪਣੀ ਪੋਜੀਸ਼ਨ ਬਹੁਤ ਸਾਫ਼ ਆ ਉਹਨਾਂ ਬਾਰੇ। ਜੀ 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 ਹਾਂਜੀ ਪਤਾ ਨਹੀਂ ਇੱਕ ਨਿੱਕੀ ਜਿਹੀ ਗੱਲ ਹੋਰ ਸਾਫ਼ ਕਰ ਦਿਓ ਵੀ ਮਤਲਬ ਜਦੋਂ ਇਹ ਗੱਲ 26 ਨੂੰ ਘਟਨਾ ਵਾਪਰੀ ਆ, 27 ਨੂੰ ਮੁੜ ਕੇ ਉਸ ਵਕਤ ਜਿਹੜਾ ਸੀਗਾ ਸਰਬਨ ਭੰਦੇਰ ਕੱਲਾ ਹੀ ਸੀਗਾ ਤੇ ਉਦੋਂ ਜਿਹੜੀ ਉੱਥੇ ਉਹਨੇ ਗੱਲ ਕੀਤੀ ਆ, ਉਹਨੇ ਸਵਾਲ ਕੀਤੇ ਮੁੜ ਕੇ ਵੀ ਐ ਕਿਉਂ ਵਾਪਰਿਆ, ਇਹ ਕਿਉਂ ਵਾਪਰਿਆ, ਤਾਂ ਉੱਥੇ ਨੇ ਕਿਹਾ ਸੀ ਯਾਰ ਫਰਕ ਰਿਹਾ, ਗਲਤੀ ਤਾਂ ਹੋਈ ਆ। ਉਦੋਂ ਬਾਅਦ ਮੁੜ ਕੇ ਫਿਰ ਉਦੋਂ ਮੁੜ ਕੇ ਜਿਹੜੇ ਕੱਲ ਪਰਸੋਂ ਤੋਂ ਲਾ ਕੇ ਮੁੜ ਕੇ ਵੀ ਜਿਹੜੇ ਉੱਥੇ ਪੱਤਰਕਾਰ ਜਾ ਰਹੇ ਸੀ ਉਹ ਵੀ ਦੇਖ ਰਹੇ ਆ, ਮੁੜ ਕੇ ਉਹਦੇ ਵਿੱਚ ਉਹ ਜਿਹੜੀ ਹੈਗੀ ਉਹ ਗੱਲ ਉਹਨਾਂ ਨੇ ਇਹ ਮੰਨੀ ਨਹੀਂ। ਉਦੋਂ ਬਾਅਦ ਚ ਉਹ ਕਹਿੰਦੇ ਵੀ ਨਹੀਂ ਅਸੀਂ ਠੀਕ ਸੀ। ਮੁੜ ਕੇ ਜਾ ਕੇ ਮੈਂ ਜਾਨੀ ਕਹਿਣ ਦਾ ਮੇਰਾ ਕਹਿਣ ਦਾ ਭਾਵ ਇਹ ਵੀ ਸਾਡੇ ਤੇ ਅਗਲੇ ਇਹ ਸਵਾਲ ਕਰਦੇ ਵੀ ਤੁਸੀਂ ਜਿਹੜੇ ਅਗਰਾਹਾਂ ਆ ਤੁਸੀਂ ਏਡੇ ਸੱਚੇ ਸੁੱਚੇ ਆ, ਮੁੜ ਕੇ ਵੀ ਉਹਦੇ ਚ ਜਦ 27 ਨੂੰ ਨਾ ਮੰਨਦਾ ਜਾਂ ਹੁਣ ਤਾਂ ਗਲਤੀ ਤਾਂ ਹੋਈ ਆ, ਇਹ ਤਾਂ ਕੋਈ ਰੌਲਾ ਹੈ ਨਹੀਂਗਾ, ਇਹ ਗਲਤੀ ਨੂੰ ਨਾ ਮੰਨ ਲੈਣਾ ਚਾਹੀਦਾ, ਕੋਈ ਗੱਲ ਨਹੀਂ। ਬਿਲਕੁਲ ਇਹ ਆ ਦੱਸੋ। ਇਹ ਦੇਖੋ ਮੈਂ ਤਾਂ ਛੋਟਾ ਹੁੰਦਾ ਪੜ੍ਹਦਾ ਰਿਹਾ ਵੀ ਗਲਤੀ ਨੂੰ ਮੰਨ ਲੈਣਾ ਚੰਗੇ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ। ਗਲਤੀ ਹੋ ਜਾਣਾ ਸੁਭਾਵਿਕ ਹੋਣਗੀਆਂ, ਸੁਭਾਵਿਕ ਗੱਲ ਹੈ, ਗਲਤੀ ਹੋਣਾ ਸੁਭਾਵਿਕ ਹੈ। ਹਾਂ ਇਹ ਦੇਖੋ ਜਿੱਥੇ ਗਲਤੀ ਹੋਊਗੀ ਉਹਨੂੰ ਗਲਤੀ ਨੂੰ ਮੰਨ ਲੈਣਾ ਚਾਹੀਦਾ ਹੈ, ਸੱਚ ਨੂੰ ਮੰਨਣਾ ਚਾਹੀਦਾ ਤੇ ਅੱਗੇ ਵਾਸਤੇ ਵਿਸ਼ਵਾਸ ਇਹ ਦਿਵਾਉਣਾ ਚਾਹੀਦਾ ਜਨਤਾ ਨੂੰ ਵੀ ਯਾਰ ਅੱਗੇ ਵਾਸਤੇ ਗਲਤੀ ਨਹੀਂ ਕਰਾਂਗੇ। ਉਹ ਇਹਦੇ ਬਾਵਜੂਦ ਵੀ ਹੋਣਗੀਆਂ ਮੰਨਾਂਗੇ ਵੀ ਗਲਤੀਆਂ ਨੂੰ ਭਾਈ ਲੋਕ ਹੁੰਦੇ ਆ, ਤੁਸੀਂ ਸੁਧਾਰਦੇ ਰਹੋ। ਸਾਡੀਆਂ ਲੋਕਾਂ ਤੇ ਟੇਕ ਰੱਖ ਕੇ ਜਣੀ ਇਹ ਚੱਲਣੀ ਚਾਹੀਦੀ ਹੈ। ਜੇ ਕੋਈ ਅਜੇ ਵੀ ਆਏ ਉਸ ਗੱਲ ਨੂੰ ਗਲਤ ਨਹੀਂ ਮੰਨ ਰਿਹਾ, ਚਲੋ ਉਹ ਤਾਂ ਫਿਰ ਉਹ ਜਾਣੇ। ਇਸ ਕਰਕੇ ਅਸੀਂ ਤਾਂ ਇਹੀ ਕਹਾਂਗੇ ਵੀ ਅਸਲ ਚੰਗੀ ਗੱਲ ਇਹ ਹੁੰਦੀ ਆ ਵੀ ਜੇ ਕੋਈ ਗਲਤੀ ਹੋ ਗਈ ਖੜੇ ਮੱਥੇ ਮੰਨੋ ਉਹਨੂੰ ਤੇ ਮੰਨ ਕੇ ਅੱਗੇ ਵਾਸਤੇ ਕਰੋ ਵੀ ਅੱਗੇ ਵਾਸਤੇ ਗਲਤੀ ਨਾ ਹੋਵੇ, ਆਪਦੇ ਆਪ ਨੂੰ ਵੀ ਸੁਧਾਰੋ ਤੇ ਜਨਤਾ ਨੂੰ ਵੀ ਇਹਦਾ ਵਿਸ਼ਵਾਸ ਦਿਵਾਉਣਾ ਚਾਹੀਦਾ। ਇਹ ਤਾਂ ਇਹੀ ਜਿਹੀ ਬਣਦੀ ਹੈ ਇਹਦੀ ਗੱਲ। ਇਹ ਸਾਡਾ ਅਸੀਂ ਤਾਂ ਸੁਝਾਅ ਜੋ ਗੱਲ ਰੱਖੀ ਹੈ ਵੀ ਜੇ ਤੁਹਾਡੇ ਨਾਲ ਕੋਈ ਗੱਲ ਚੱਲਦੀ ਹੈ ਘੱਟੋ ਵੀ ਸੁਝਾਅ ਵਜੋਂ ਵੀ ਉਹਨਾਂ ਨੂੰ ਸੁਝਾਅ ਦਿੱਤਾ ਜਾਵੇ। ਮੁੜ ਕੇ ਭਾਈ ਜਿਹੜਾ ਦੇਖੋ ਮੇਰਾ ਖਿਆਲ ਵੀ ਉਹ 4-5 ਉਦੋਂ ਬਾਅਦ ਚ ਮੁੜ ਕੇ ਜਿਹੜੇ ਪੱਤਰਕਾਰ ਨਾਲ ਗੱਲ ਹੋਈ ਹੈ, ਫਿਰ ਉਹਨੂੰ ਘੰਟਾ ਬੋਲਣਾ ਪੈਂਦਾ। ਜੇ ਇੱਕ ਵਾਰੀ ਕਰੀਏ ਹਾਂ ਗਲਤੀ ਹੋਈ, ਕੋਈ ਰੌਲਾ ਨਹੀਂ, ਗੱਲ ਨਿਬੜ ਗਈ, ਇਹ ਸਾਨੂੰ ਜਵਾਬ ਨਹੀਂ ਦੇਣਾ ਪੈਂਦਾ। ਉਹ ਐਂ ਤਾਂ ਜੀ ਫਿਰ ਅਗਲੇ ਦੀਆਂ ਆਪਦੀਆਂ ਸਮੱਸਿਆਵਾਂ ਹੈ। ਚਲੋ ਕੋਈ ਨਹੀਂ ਸਾਥੀ, ਸੁਝਾਅ ਕਾਫੀ ਸੁਝਾਅ ਭੇਜੇ ਆਪਾਂ ਇਹਦੇ, ਉਹਨਾਂ ਨੂੰ ਮੇਚ ਨਹੀਂ ਆਉਂਦੇ, ਮਗਰੋਂ ਆ ਜਾਂਦੇ ਹੁੰਦੇ, ਇਹਦੇ ਚ ਵੀ ਸੁਝਾਅ ਭੇਜਾਂਗੇ ਆਪਾਂ, ਕੋਈ ਗੱਲ ਨਹੀਂ। ਸਾਥੀ ਇਹਦੇ ਵਿੱਚ ਇੱਕ ਤੀਸਰਾ ਪੱਖ ਹੈ, ਆਪਾਂ ਜੇ ਇਹ 26 ਜਨਵਰੀ ਵਾਲੀ ਜਿਹੜੀ ਘਟਨਾ ਆ ਇੱਥੇ ਤੱਕ ਕਿਵੇਂ ਪਹੁੰਚੀ, ਇੱਕ ਦੀਪ ਸਿੱਧੂ ਵਾਲਾ ਜਿਹੜਾ ਸਾਰਾ ਹੈਗਾ, ਉਸ ਤੋਂ ਬਾਅਦ ਇਹ ਪੰਦੇਰ ਹੁਰਾਂ ਵਾਲੀ ਜਥੇਬੰਦੀ ਹੈ, ਇੱਕ ਸਾਥੀ ਤੀਜੀ ਜਥੇਬੰਦੀ ਹੈ ਜਿਹਦਾ ਸਾਨੂੰ ਵੈਸੇ ਸਭ ਤੋਂ ਜ਼ਿਆਦਾ ਅਫਸੋਸ ਹੈ। ਅਸੀਂ ਬਹੁਤਾ ਕੁਝ ਨਹੀਂ ਉੱਤੇ ਕਹਿਣਾ ਚਾਹੁੰਦੇ, ਪਰ ਫਿਰ ਵੀ ਗੱਲ ਕਰਨੀ ਜ਼ਰੂਰ ਬਣਦੀ ਹੈ ਕਿ ਜਿਹੜੀ ਲੋਕਾਂ ਦੀ ਜਿਹੜੀ ਯਾਦਾਸ਼ਤ ਇੰਨੀ ਮਤਲਬ ਭੁੱਲ ਕਿਉਂ ਜਾਂਦੇ ਨੇ ਲੋਕ ਇੰਨੀ ਛੇਤੀ। ਕਿਉਂਕਿ ਜਦੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਫੀਸਾਂ ਵਧੀਆਂ ਸੀਗੀਆਂ ਤੇ ਜਦੋਂ ਨੌਜਵਾਨਾਂ ਦਾ ਉੱਥੇ ਸੰਘਰਸ਼ ਚੱਲਦਾ ਸੀ, ਖਾਸ ਕਰਕੇ ਜਿਹੜੀ SFS ਦੀ ਜਥੇਬੰਦੀ ਆ, ਅਗਾਂਹ ਵਧੂ ਜਥੇਬੰਦੀ ਹੈ, ਉਹਦੇ ਵਾਸਤੇ ਉਗਰਾਹਾਂ ਦੇ ਜਿਹੜੇ ਸਾਥੀਆਂ ਨੇ ਜਾ ਕੇ ਉਹਨਾਂ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਸਾਥ ਦਿੱਤਾ ਸੀ ਔਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਜਾ ਕੇ ਮੀਟਿੰਗ ਵੀ ਕੀਤੀਆਂ ਸੀ। ਸੋ ਅਸੀਂ ਵੀ ਉਹਨਾਂ ਨੂੰ ਪਸੰਦ ਕਰਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ, ਪਰ ਜੋ ਉਹਨਾਂ ਦਾ ਇਹ ਦਿੱਲੀ ਦੇ ਵਿੱਚ ਜਿਹੜਾ ਰੋਲ ਰਿਹਾ ਹੈ, ਅਸੀਂ ਕਾਫੀ ਮਤਲਬ ਮਹੀਨਿਆਂ ਤੋਂ ਹੀ ਉਹਨਾਂ ਨੂੰ ਦੇਖ ਰਹੇ ਹਾਂ।
ਉਹ ਵੀ ਨਿੰਦਣਯੋਗ ਬਣਦਾ ਹੈ। ਜਿਸ ਤਰੀਕੇ ਨਾਲ ਉਹਨਾਂ ਨੇ ਵੀ ਉਹਨਾਂ ਦੀਪ ਸਿੱਧੂ ਵਰਗਾ ਤੇ ਨਹੀਂ, ਪਰ ਫਿਰ ਵੀ ਉਹਨਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਥੇਬੰਦੀਆਂ ਦੇ ਆਗੂਆਂ ਦੇ ਖਿਲਾਫ ਵੀ ਉਹ ਬੋਲੇ ਨੇ। ਸੋ ਇਹਦੇ ਬਾਰੇ ਸਾਥੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ, ਇੱਕ ਤਾਂ ਮੈਂ ਕਹਿੰਦਾ ਵੀ ਇਹ ਇਸ ਮੌਕੇ ਫਿਲਹਾਲ ਘੋਲ ਦੀ ਲੋੜ ਹੈਗੀ ਆ ਵੀ ਜਿਹੜੇ ਬਾਦ ਵਿਵਾਦ ਵਾਲੇ ਮਾਮਲੇ ਆ ਉਹਨਾਂ ਤੇ ਬਾਹਲੀ ਟਿੱਪਣੀ ਨਾ ਕੀਤੀ ਜਾਵੇ। ਠੀਕ ਹੈ ਜੀ, ਕਿਉਂਕਿ ਇਹਦਾ ਫਾਇਦਾ ਨਹੀਂ ਹੁੰਦਾ, ਨੁਕਸਾਨ ਘੋਲ ਦਾ ਵੱਧ ਹੋ ਜਾਂਦਾ ਹੈ। ਉਹ ਸੁਝਾਅ ਦੇ ਤੌਰ ਤੇ ਸਾਡੀ ਵੀ ਨਿਗਾਹ ਚਾਹੇ ਉਹਨਾਂ ਸਾਥੀਆਂ ਨੂੰ ਕਰਾਂਗੇ ਬੇਨਤੀ ਵੀ ਯਾਰ ਤੁਸੀਂ ਥੋੜਾ ਜਿਹਾ ਪੀੜੀ ਥੱਲੇ ਸੋਟਾ ਫੇਰੋ, ਸੁਧਾਰੋ। ਇਹਦਾ ਲੋਕ ਲਹਿਰ ਨੂੰ ਨਹੀਂ ਫਾਇਦਾ ਹੋਣਾ। ਤੇ ਇਸ਼ਾਰਾ ਤੁਸੀਂ ਵੀ ਕੀਤਾ, ਸਾਨੂੰ ਵੀ ਪਤਾ ਹੈ। ਤੇ ਠੀਕ ਹੈ ਗੱਲ ਤੁਹਾਡੀ ਇਸ ਗੱਲ ਤੋਂ ਤਾਂ ਠੀਕ ਫਿਕਰਮੰਦ ਹੈ। ਠੀਕ ਹੈ ਸਾਥੀ ਜੀ, ਕਰਾਂਗੇ ਉਹਨਾਂ ਨਾਲ ਵੀ ਕਰਾਂਗੇ। ਹਾਂਜੀ ਕੋਈ ਰੌਲਾ ਨਹੀਂ ਸਾਥੀ ਜੀ, ਕੋਈ ਰੌਲਾ ਨਹੀਂ ਸਾਥੀ ਜੀ। ਮੈਂ ਇੱਕ ਅਖੀਰ ਤੇ ਜਾਣ ਤੋਂ ਪਹਿਲਾਂ ਮੈਂ, ਕਿਉਂਕਿ ਬਾਰ-ਬਾਰ ਇਹ ਸਵਾਲ ਉੱਠ ਰਹੇ, ਲੀਡਰਸ਼ਿਪ ਦੇ ਉੱਪਰ ਸਵਾਲ ਉੱਠ ਰਹੇ ਨੇ, ਔਰ ਇਹ ਗੱਲ ਬਾਰ-ਬਾਰ ਵੀ ਆ ਵੀ ਰਹੀ ਹੈ ਕਿ ਜਿਹੜੇ ਸਾਥੀ ਲੀਡ ਕਰ ਰਹੇ ਨੇ ਉਹਨਾਂ ਦਾ ਬਹੁਤ ਲੰਬਾ ਤਜਰਬਾ। ਮੈਂ ਤੁਹਾਡੇ ਕੋਲੋਂ ਸਾਥੀ ਜੀ, ਮੈਂ ਤੁਹਾਡਾ ਜਿਹੜਾ ਇੱਕ ਪਰਸਨਲ ਜ਼ਿੰਦਗੀ ਬਾਰੇ ਮੈਂ ਥੋੜਾ ਜਾਣਨਾ ਚਾਹਾਂਗਾ ਕਿ ਤੁਸੀਂ ਇਹ ਸੰਘਰਸ਼ ਦੇ ਵਿੱਚ ਕਦੋਂ ਤੁਸੀਂ ਸ਼ਾਮਲ ਹੋਏ, ਔਰ ਕਿਹੜੇ ਵੱਡੇ ਜਿਹੜੇ ਸੰਘਰਸ਼ ਉਗਰਾਹਾਂ ਦੀ ਜਥੇਬੰਦੀ ਦੇ ਤਰਫੋਂ ਤੁਸੀਂ ਪੰਜਾਬ ਦੇ ਵਿੱਚ ਲੜੇ। ਮੈਂ ਥੋੜਾ ਜਿਹਾ ਤੁਹਾਡਾ ਜ਼ਿੰਦਗੀ ਦਾ ਇਹ ਜਿਹੜਾ ਸੰਘਰਸ਼ਮਈ ਸਫ਼ਰ ਆ ਉਹਦੇ ਬਾਰੇ ਜਾਣਨਾ ਚਾਹਾਂਗਾ ਜੀ। ਹਾਂ, ਕੋਈ ਨਹੀਂ। ਦੇਖੋ, ਪਹਿਲੀ ਗੱਲ ਤਾਂ ਸਿਆਣਿਆਂ ਦੀ ਕਹਾਵਤ ਦੀ ਲੋੜ ਕਾਢ ਦੀ ਮਾਂ ਹੈ। ਹਾਂਜੀ। ਮੈਂ ਤਾਂ ਮਿੱਤਰ ਪਿਆਰੋ ਇੱਕ ਲੋੜ ਚੋਂ ਆਇਆ ਸੀ ਜਥੇਬੰਦੀ ਚ ਜੀ। ਛੋਟੀ ਕਿਸਾਨੀ ਚੋਂ ਆਇਆ ਮੈਂ। 5 ਏਕੜ ਤੋਂ ਵੀ ਘੱਟ ਹੈ ਮੇਰੇ ਕੋਲੇ ਜ਼ਮੀਨ। ਕਹਾਂ 2 ਬੱਚੇ ਹੈ, 3 ਭਾਈਆਂ ਸੀ ਜੀ। ਮੈਂ ਵੱਡਾ ਸਾਰਿਆਂ ਤੋਂ, ਜ਼ਿੰਮੇਵਾਰੀ ਪੈ ਗਈ ਸੀ। ਛੋਟੀ ਉਮਰ ਚ ਹੀ ਬਾਪ ਦੀ ਡੈਥ ਹੋ ਗਈ ਸੀ। ਪਿਛੋਕੜ ਮੇਰਾ ਕਾਫੀ ਜਣੀਆਂ ਇਹ ਕਹਿੰਦਾ ਕਹਾਣੀ ਭਰਿਆ। ਪਹਿਲਾਂ ਮੇਰੇ ਬਾਪ ਦੀ ਡੈਥ ਹੋ ਗਈ ਸੀ ਇੱਕ, ਫਿਰ ਦੂਜੇ ਬਾਪ ਦੇ ਲੜ ਲਈ ਜਾਏ ਕਹਿਣਾ ਹੋਵੇ ਮੇਰੀ ਮਾਂ। ਐਂ ਤਾਂ ਲੰਮੀ ਚੌੜੀ ਕਹਾਣੀ ਹੈ, ਮੈਂ ਉੱਧਰ ਨਹੀਂ ਜਾਂਦਾ ਜੀ। ਪਰ ਇਹ ਉਸ ਸੰਕਟ ਤੋਂ ਪਰਿਵਾਰ ਨੂੰ ਕੱਢਣ ਖਾਤਰ ਜਦੋਂ ਮੇਰੇ ਬਾਪ ਦੀ ਮਤਲਬ ਡੈਥ ਹੋ ਗਈ ਤਾਂ ਮੈਂ ਬਾਪ ਦੀ ਜਿਹੜੀ ਵਿਰਾਸਤ ਜਿਹੜੀ ਚੜਾਉਣੀ ਸੀ, ਜਦੋਂ ਮੈਂ ਪਟਵਾਰੀ ਕੋਲੇ ਗਿਆ ਉਹਨਾਂ ਵੇਲਿਆਂ ਦੇ ਵਿੱਚ 1979 ਦੀ ਗੱਲ ਹੈ ਜੀ। ਕਹਿੰਦਾ ਜੀ 12,000 ਰੁਪਇਆ ਮੈਂ ਤੇਰੇ ਬਾਪ ਦੀ ਵਿਰਾਸਤ ਚੜਾਉਣ ਦਾ ਲਊਂਗਾ। ਮੇਰੇ ਮਨ ਤੇ ਬਹੁਤ ਸੱਟ ਵੱਜੀ ਇਸ ਗੱਲ ਦੀ। ਯਾਰ ਹੱਦ ਹੋ ਗਈ। ਮੇਰੀ ਜ਼ਮੀਨ, ਮੈਂ ਮਾਲਕ, ਬਾਪ ਦੀ ਜ਼ਮੀਨ ਪੁੱਤ ਨੇ ਲੈਣੀ ਹੁੰਦੀ ਹੈ, ਇਹਨੂੰ 12,000 ਕਾਹਦਾ। ਤੇ ਉਦੋਂ ਜਥੇਬੰਦੀ ਵੀ ਐ ਚੱਲ ਰਹੀ ਸੀ। 82 ਦੀ ਗੱਲ ਸੀ। 82-83 ਦੇ ਵਿੱਚ ਤੇ ਵੀ ਆ ਜਥੇਬੰਦੀ ਹੈ BKU ਬਣ ਕੇ ਭਾਰਤੀ ਕਿਸਾਨ ਯੂਨੀਅਨ ਉਦੋਂ ਬਣੀ ਹੈ, ਜਿਹਦਾ ਪ੍ਰਧਾਨ ਹੁੰਦਾ ਸੀ ਭੁਪਿੰਦਰ ਸਿੰਘ ਮਾਨ, ਜਿਹੜਾ ਹੁਣ ਕਮੇਟੀ ਚ ਵੀ ਬਣਾਇਆ ਸੀ ਹਾਈ ਕੋਰਟ ਨੇ ਜੀ। ਉਹਦੀ ਮੈਂ ਮੈਂਬਰਸ਼ਿਪ ਲਈ ਸੀ। ਉਦੋਂ 2 ਰੁਪਏ ਮੈਂਬਰਸ਼ਿਪ ਸੀ। ਵੀ ਯਾਰ ਇਸ ਲੋੜ ਚੋਂ ਵੀ ਯਾਰ ਮੇਰੀ ਮਦਦ ਕਰੇ ਜਥੇਬੰਦੀ। ਮੇਰਾ ਇੰਤਕਾਲ ਹੈ, ਜਾਇਜ਼ ਇੰਤਕਾਲ ਹੈ, ਪਟਵਾਰੀ ਕਰਦਾ ਨਹੀਂ। ਬਸ ਉਸ ਤੋਂ ਭਰਾ ਮੇਰੇ ਉੱਪਰ ਚੱਲ ਮੈਨੂੰ ਪਤਾ ਲੱਗ ਗਿਆ ਮੇਰਾ ਇੰਤਕਾਲ ਹੋ ਗਿਆ ਵੀ ਅਸਲੀ ਰਾਹ ਤਾਂ ਆ ਹੈ। ਪਹਿਲਾਂ ਮੈਂ ਸਿੱਖੀ ਵਾਲਾ ਰਾਹ ਵੀ ਫੜਿਆ ਸੀ, ਮੈਂ ਖੰਡ ਪਾਠੀ ਵੀ ਹੈ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਇਹ ਵੀ ਹੈ। ਉਹ ਫਿਰ ਗੁਰੂ ਗ੍ਰੰਥ ਤੋਂ ਵੀ ਸੇਧ ਲਈ ਹੈ ਜੀ। ਬਿਲਕੁਲ। ਪਰ ਉਸ ਤੋਂ ਬਾਅਦ ਪਹਿਲਾ ਜਿਹੜਾ ਵੱਡਾ BKU ਦੀ ਅਗਵਾਈ ਤੇ 1984 ਚ BD ਪਾਂਡੇ ਦਾ ਘਰਾਓ ਸੀ, ਕੱਲਾ ਗੁਰਾਹਾਂ ਵਾਲੀ ਨੂੰ BD ਪਾਂਡੇ ਦਾ ਘਰਾਓ ਕਰਿਆ ਸੀ। ਯਾਦ ਹੋਣਾ ਸਰੋਤਿਆਂ ਦੇ 12 ਮਾਰਚ ਤੋਂ 18 ਮਾਰਚ ਤੱਕ 1984 ਚ। ਉਹ ਮੈਂ ਸਾਰੇ ਚ ਰਿਹਾ। 90 ਚ ਫਿਰ ਵੱਡੇ ਸਾਂਝੇ ਘੋਲ ਚੱਲੇ ਆ। ਉਦੋਂ ਬਾਅਦ ਜਦੋਂ ਗੁਰਾਹਾਂ ਜੀ ਤਾਂ ਫਿਰ ਮੈਂ ਆਗੂ ਸਫਾ ਚ ਆ ਗਿਆ, ਜੇ ਕਹਿਣਾ ਹੋਵੇ। ਮੈਂ ਉਦੋਂ ਜ਼ਿਲ੍ਹਾ ਸਕੱਤਰ ਸੀ। ਠੀਕ। ਇਹ ਸਾਥੀ ਜਿਹੜੇ ਤਾਂ ਫਿਰ ਸਾਰੇ ਜਿਹੜੇ ਸੰਘਰਸ਼ ਤੁਸੀਂ ਸ਼ਾਮਲ ਹੋਏ ਸੀ ਉਹਦੇ ਬਾਰੇ ਵੀ ਦੱਸੋ ਥੋੜਾ ਜਿਹਾ। ਇੰਤਕਾਲ ਦਾ ਕੀ ਬਣਿਆ, ਕਿਸ ਤਰ੍ਹਾਂ ਜੀ? ਜਿਹੜਾ ਤੁਸੀਂ ਹੁਣੇ ਸੰਘਰਸ਼ ਕਹਿੰਦੇ ਸ਼ਾਮਲ ਹੋਏ ਸੀਗੇ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਕਿਹੜਾ ਜਿਹੜਾ ਪਿਛਲਾ? ਹਾਂਜੀ। ਇੱਕ ਤਾਂ 84 ਵਾਲਾ ਮੈਂ ਗਿਣ ਲਿਆ, ਜਿਹੜਾ ਭੁਪਿੰਦਰ ਮਾਨ ਦੀ ਅਗਵਾਈ ਚ ਬਣਿਆ। ਉਦੋਂ ਬਾਅਦ ਲੱਖੋਵਾਲ ਦੀ ਅਗਵਾਈ ਚ 90 ਚ ਲੜਿਆ, ਉਹਦੇ ਵਿੱਚ ਮੈਂ 15 ਦਿਨ ਰਿਹਾ। ਮੀਂਹ ਪੈਂਦਾ ਉੱਥੇ, ਉਹਦੇ ਚ ਵੀ ਰਿਹਾ ਜੀ। ਉਸ ਤੋਂ ਬਾਅਦ ਫਿਰ ਜਥੇਬੰਦੀ ਅੱਡ ਹੋ ਗਈ। ਸਿੱਧੂਪੁਰ ਦੇ ਥੱਲੇ ਵੀ ਕੰਮ ਕੀਤਾ। 2000 ਦੇ ਵਿੱਚ ਜੇਠੂ ਕੇ ਕਾਂਡ ਹੋਇਆ, ਉਦੋਂ ਪਿਸ਼ੌਰਾ ਸਿੰਘ ਸਿੱਧੂਪੁਰ ਦੀ ਅਗਵਾਈ ਸੀ, ਉਹਦੇ ਵਿੱਚ ਮੈਂ ਅੰਦਰ ਰਿਹਾ। 4 ਸਾਥੀ ਅੰਦਰ ਸੀ। 4 ਮਹੀਨੇ ਸਾਨੂੰ ਜੇਲ੍ਹ ਦੇ ਵਿੱਚ ਰੱਖਿਆ। ਉਦੋਂ ਵੱਡੇ ਪਰਚੇ ਪਾਏ ਆ। ਉਦੋਂ ਬਾਅਦ ਮਾਈ ਸਰਖਾਨਾ ਕਾਂਡ ਵਾਪਰਿਆ। ਮਾਈ ਸਰਖਾਨਾ ਕਾਂਡ ਦੇ ਵਿੱਚ ਵੀ ਮੇਰੇ ਤੇ 307 ਦੇ 2 ਪਰਚੇ ਦਰਜ ਹੋਏ 2 ਥਾਣਿਆਂ ਦੇ ਵਿੱਚ, ਉਹ ਵੀ ਸਾਰਾ ਝੱਲਿਆ। ਉਦੋਂ ਬਾਅਦ 2002 ਦੇ ਵਿੱਚ ਆਪਾਂ BKU ਏਕਤਾ ਗੁਰਾਹਾਂ ਬਣਾ ਲਈ। ਫਿਰ ਗੁਰਾਹਾਂ ਦੇ ਚਾਹੇ ਚੱਠੇ ਵਾਲਾ ਘੋਲ ਹੈ, ਚਾਹੇ 2014 ਵਾਲਾ
ਸੈਕਟਰੀਏਟ ਨੂੰ ਘੇਰਦਾ ਘੋੜ ਆ, ਵੱਡੇ ਘੋੜ ਜਿਹੜੇ ਲੜੇ ਆ ਜਿਹਨੇ ਉਹ ਸਾਰਿਆਂ 'ਚ ਅਗਵਾਈ ਕੀਤੀ ਆ, ਉਹਦੇ ਵਿੱਚ ਨਾਲ ਰਹੇ ਆ, ਨਾਲ ਆ ਹੁਣ ਤੱਕ, ਇੱਥੋਂ ਤੱਕ ਜੇ ਆਏ ਆ ਤਾਂ ਇਹ ਜਣੀ ਉਹ ਲੀਡਰਸ਼ਿਪਾਂ 'ਚ ਰਹਿ ਕੇ ਕੰਮ ਕਰ ਰਹੇ ਆ। ਤੇ ਹੁਣ ਵੀ ਜ਼ਿੰਦਗੀ ਦਾ ਫੈਸਲਾ ਵੀ ਰਹਿੰਦੇ ਸਾਹ ਹੈ ਜਿਹੜੇ ਇੱਧਰ ਹੀ ਲਾਵਾਂਗੇ, ਲੋਕਾਂ ਦੇ ਲੇਖੇ ਵੱਡਾ ਹਿੱਸਾ ਜ਼ਿੰਦਗੀ ਦਾ ਜੇ ਕਹਿਣਾ ਹੋਵੇ ਇੱਧਰ ਹੀ ਲਾ ਲਿਆ। ਇਹ ਜਿਹੜੀ ਮੇਰੀ ਜ਼ਿੰਦਗੀ ਆ ਮੋਟੀ ਜਿਹੀ ਤਸਵੀਰ। ਬਿਲਕੁਲ ਬਿਲਕੁਲ ਸਾਥੀ ਜੀ, ਮੇਰੇ ਇੱਕ ਸਵਾਲ ਤੁਹਾਡੀ ਗੱਲ ਤੋਂ, ਕਿਉਂਕਿ ਇਹ ਜਿਹੜੇ ਵਿਰੋਧੀ ਧਿਰਾਂ ਨੇ ਜਿਵੇਂ ਆਪਾਂ ਦੀਪ ਸਿੱਧੂ ਦੀ ਗੱਲ ਕਰੀਏ ਜਾਂ ਉਹਦੇ ਨਾਲ ਜਿਹੜੀਆਂ ਧਿਰਾਂ ਜੁੜੀਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਜਾਣਦੇ ਬਹੁਤ ਚੰਗੀ ਤਰ੍ਹਾਂ, ਉਹਨਾਂ ਦੀ ਤੁਹਾਡੇ ਪ੍ਰੋਗਰਾਮ ਤੋਂ ਅਸੀਂ ਬਾਅਦ ਥੋੜੀ ਗੱਲ ਕਰਾਂਗੇ। ਜਿਹੜਾ ਸਾਥੀ ਜੀ ਬਾਰ-ਬਾਰ ਸਾਨੂੰ ਹਮੇਸ਼ਾ ਸਿੱਖ ਵਿਰੋਧੀ ਕਿਹਾ ਜਾਂਦਾ ਹੈ, ਤੁਸੀਂ ਹੁਣੀ ਆਪਣੀ ਗੱਲ ਦੱਸੀ ਕਿ ਤੁਸੀਂ ਐਜ਼ ਏ ਪਾਠੀ ਵੀ ਤੁਸੀਂ ਆਪਣਾ ਕੰਮ ਕਰ ਚੁੱਕੇ ਹੋ। ਮੈਂ ਤੁਹਾਡੇ ਕੋਲੋਂ ਇੱਕ ਇਹ ਲੋਕਾਂ ਦੇ ਵਾਸਤੇ ਇਹ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਜਿਹੜੇ ਸਾਡੇ ਸਿੱਖ ਅਕੀਦੇ ਨੇ ਉਹਨਾਂ ਬਾਰੇ ਮਤਲਬ ਕਿੰਨੇ ਤੁਸੀਂ ਉਹਨਾਂ ਨੂੰ ਪੜ੍ਹਾਏ ਹੋਏ ਹੋ? ਦੇਖੋ ਜੀ, ਅਸੀਂ ਬਿਲਕੁਲ ਸਿੱਖ ਵਿਰੋਧੀ ਨਹੀਂ। ਪੰਜਾਬ ਦੇ ਕਿਸਾਨੀ ਸਾਰੀ ਸਿੱਖ ਧਰਮ ਨੂੰ ਮੰਨਣ ਵਾਲੀ ਹੈ ਜੀ। ਜੇ ਮੈਂ ਆਪਦੀ ਗੱਲ ਕਰਾਂ, ਸਭ ਤੋਂ ਵੱਧ ਮੈਂ ਸਿੱਖੀ ਦਾ ਪੈਰੋਕਾਰ ਹਾਂ। ਮੈਂ ਤੁਹਾਨੂੰ ਹੁਣ ਸਮਾਂ ਘੱਟ ਹੈ, ਗੁਰੂ ਗ੍ਰੰਥ ਸਾਹਿਬ ਦੀ ਕਿੰਨੀਆਂ ਕਬਾਣੀਆਂ ਤੁਸੀਂ ਦੱਸੋ ਮੇਰੇ ਜਵਾਨੀ ਕੰਠ ਦਾ ਜੀ। ਇਹ ਮੈਂ ਗੁਰਬਾਣੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ। ਇਹਦੇ ਚੋਂ ਗੱਲ ਨਿਕਲ ਗਈ ਆ ਵੀ ਸਿੱਖੀ ਨੂੰ ਕਿੰਨਾ ਅਸੀਂ ਪਿਆਰ ਕਰਦੇ ਹਾਂ। ਇਹ ਤੋਂ ਗਾਲ ਹੀ ਗੱਲ ਹੁੰਦੀ ਹੈ ਸਿੱਖੀ ਸਿਧਾਂਤਾਂ ਤੇ ਚੱਲਣ ਵਾਲੀ। ਬਿਲਕੁਲ ਬਿਲਕੁਲ ਸਿੱਖੀ ਸਿਧਾਂਤਾਂ ਤੇ ਜੇ ਅਸਲੀ ਮਹਿਨਾ 'ਚ ਚੱਲਣਾ ਤਾਂ ਇਹ ਲੜਾਕੂ ਕੌਮ ਹੈ, ਜ਼ਬਰ ਦੇ ਖਿਲਾਫ ਲੜੇ ਹੈ। ਜੇ ਸਿੱਖੀ ਤੋਂ ਦੂਰ ਪਿੱਛੇ ਜਾਣਾ, ਬਾਬੇ ਨਾਨਕ ਨੇ ਇਸ ਤੋਂ ਪਹਿਲਾਂ ਇਸ ਗੱਲ ਤੋਂ ਪਹਿਲਾਂ ਤਾਂ ਬਰਾਬਰਤਾ ਦੇ ਰਾਜ ਦੀ ਗੱਲ ਕੀਤੀ ਹੈ। ਉਦੋਂ ਗਾਹਾਂ ਦੇ ਵੀ ਸਾਡੇ ਗੁਰੂ ਗੋਬਿੰਦ ਸਿੰਘ ਨੇ ਵੀ ਉਹ ਕਾਹੂ ਕੋ ਰਾਜ ਨਾ ਦੇ ਹੈ ਜੋ ਲੈ ਹੈ ਨੇ ਜਬਲ ਸੇ ਲੈ ਹੈ, ਉਹਨੇ ਵੀ ਜੇ ਲੋਕਾਂ ਦੇ ਰਾਜ ਦੀ ਗੱਲ ਕੀਤੀ ਹੈ। ਉਦੋਂ ਗਾਹਾਂ ਬੰਦਾ ਸਿੰਘ ਬਹਾਦਰ ਨੂੰ ਤੋਰਿਆ, ਜ਼ਮੀਨਾਂ ਦੀ ਗੱਲ ਕੀਤੀ ਹੈ। ਬਿਲਕੁਲ ਕੱਲੀ ਸਿੱਖੀ ਕਹਿ ਕੇ ਸਿੱਖੀ ਦਾ ਕੁੱਲ ਪਿਛੋਕੜ ਕੀ ਹੈ? ਅਸੀਂ ਬਿਲਕੁਲ ਸਿੱਖੀ ਦੇ ਵਿਰੁੱਧ ਨਹੀਂ। ਅਸੀਂ ਆਪਦੇ ਆਪ ਨੂੰ ਕਹਾਂਗੇ, ਦੇਖੋ ਕੋਈ ਮੰਨੇ ਵੀ ਅਸੀਂ ਤਾਂ ਸਿੱਖੀ ਦੇ ਪੈਰੋਕਾਰ ਹਾਂ, ਪਰ ਕੋਈ ਸਿੱਖੀ ਕਰਕੇ ਧਰਮ ਕਰਕੇ ਅੱਜ ਘੋਲ ਕਿਹੜਾ ਹੈ? ਜੇ ਅੱਜ ਘੋਲ ਇੱਥੇ ਕੋਈ ਸਿੱਖਾਂ ਦਾ ਬਣਾਉਣਾ ਚਾਹੇ ਇਹਨੂੰ, ਉਹਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ। ਇਹ ਕਿਸੇ ਵੀਰ ਨੂੰ ਕਿਸੇ ਨੂੰ ਗਿਲੇ ਸ਼ਿਕਵੇ ਹੋ ਸਕਦੇ ਆ। ਆਪਣੀ ਸਿਰੇ ਤੋਂ ਅਸੀਂ ਪਿਛਲੇ ਦਿਨਾਂ ਤੇ ਸਾਡੇ ਤੇ ਨੁਕਤਾਚੀਨੀ ਹੋਈ ਹੈ, ਅਸੀਂ ਬੋਲੇ ਸੋ ਲੈਣ ਦਾ ਨਾਰਾ ਨਹੀਂ ਲਾਉਣ ਦਿੰਦੇ ਉੱਥੇ, ਜਦੋਂ ਕਿ ਸਾਡਾ ਮਕਬੂਲ, ਸਾਡੇ ਸਿੱਖੀ ਦਾ ਮਕਬੂਲ ਨਾਰਾ ਹੈ, ਅਸੀਂ ਉਹਨੂੰ ਪਿਆਰ ਕਰਦੇ ਹਾਂ, ਚੜ੍ਹਦੀ ਕਲਾ ਦਾ ਨਾਰਾ ਹੈ। ਪਰ ਅੱਜ ਇੱਥੇ ਅਸੀਂ ਸਿੱਖ ਨਹੀਂ ਨਾ ਬੈਠੇ। ਅੱਜ ਕੋਈ ਉਹ ਬੋਲੇ ਸੋ ਨਿਹਾਲ ਦਾ ਨਾਰਾ ਲਾਊਗਾ, ਕੋਈ ਅੱਲਾ ਉਹੀ ਗੱਲ, ਕੋਈ ਜੈ ਸ਼੍ਰੀ ਰਾਮ ਆਖੂਗਾ, ਕੋਈ ਸਾਡੀ ਘੋਲ ਦਾ ਕੀ ਬਣ ਜੂ। ਇਸ ਤੋਂ ਅਸੀਂ ਬਿਹਤਰ ਇਹ ਚਿੱਟਾ ਇਹ ਕੱਢਿਆ ਵੀ ਯਾਰ ਕੋਈ ਵੀ ਇਹ ਧਾਰਮਿਕ ਇਹਨੂੰ ਰੰਗਤ ਨਾ ਦਿੱਤੀ ਜਾਵੇ। ਧਾਰਮਿਕ ਨਾਰਾ ਜਿਹੜਾ ਉਹਦੇ ਤੋਂ ਗ੍ਰੇਡ ਕਰੋ, ਪਰ ਇਹਦਾ ਅਰਥ ਇਹ ਨਹੀਂ ਬਣ ਜਾਂਦਾ ਵੀ ਅਸੀਂ ਸਿੱਖੀ ਨੂੰ ਨਹੀਂ ਮੰਨਦੇ। ਅਸੀਂ ਸਿੱਖੀ ਨੂੰ ਪੂਰੀ ਮੰਨਦੇ ਹਾਂ, ਸਿੱਖੀ ਦਾ ਸਤਿਕਾਰ ਕਰਦੇ ਹਾਂ। ਇਹ ਅੱਡ ਮਾਮਲਾ ਹੈ, ਧਰਮ ਨੂੰ ਮੰਨਣਾ ਹੈ, ਕਿਹੜੇ ਨੂੰ ਮੰਨਣਾ ਨਹੀਂ ਮੰਨਣਾ। ਸਾਡੀ ਤਾਂ ਜਥੇਬੰਦੀ ਦੇ ਵਿੱਚ ਪਾਏ ਹੋਏ ਆ ਦੋ ਸ਼ਬਦ ਵੀ ਸਾਡੀ ਜਥੇਬੰਦੀ ਧਰਮ ਨਿਰਪੱਖ ਜਥੇਬੰਦੀ ਹੈ ਜੀ। ਇਸ ਕਰਕੇ ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਸੀਂ। ਸਾਡੇ ਇੱਧਰ ਇੱਕ ਵਾਰੀ ਉਹਨਾਂ ਜਿੱਦੇ ਸੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ, ਤੁਸੀਂ ਦੇਖਿਆ ਹੋਣਾ ਜੀ। ਬਿਲਕੁਲ ਦੇਖਿਆ ਜੀ। ਉਹ ਕਹਿੰਦੇ ਸੀ ਵੀ ਇੱਥੇ ਖੰਡ ਪਾਠ ਖੋਲ ਲਈਏ। ਅਸੀਂ ਕਿਹਾ ਵੀ ਖੰਡ ਪਾਠ ਨਹੀਂ ਆਪਾਂ ਖੋਲਦੇ, ਮਨਾਵਾਂਗੇ ਧੂਮਧਾਮ ਨਾਲ ਮਨਾਵਾਂਗੇ, ਪਰ ਕਿਉਂਕਿ ਆਪਾਂ ਸਿੱਖ ਹੈ ਖੰਡ ਪਾਠ ਖੋਲਾਂਗੇ। ਕੋਈ ਦੂਜੇ ਧਰਮ ਵਾਲਾ ਆਜੂ ਫਿਰ ਉਹ ਕੋਈ ਮੈਂ ਕੀਤਾ ਦਾ ਖੋਲਣਾ, ਕੋਈ ਤੀਜਾ ਆਜੂ ਇੱਥੇ ਗਰੜ ਖੋਲਣਾ, ਚੌਥਾ ਆਜੂਗਾ ਕੁਰਾਨ ਸ਼ਰੀਫ ਕਹਿਣਾ। ਸਾਡੇ ਤਾਂ ਉਹ ਹੈਗੇ ਸਾਰੇ ਵੀ ਇਸ ਵਿਵਾਦ ਤੋਂ ਉਹਨਾਂ ਵੀਰਾਂ ਨੂੰ ਬੇਨਤੀ ਕੀਤੀ ਵੀ ਇਹਦਾ ਮਤਲਬ ਹੈ ਉਹ ਉਹਨਾਂ ਦੇ ਪੱਲੇ ਪੈ ਗਈ। ਹੁਣ ਜੇ ਕੋਈ ਇਹਨੂੰ ਆਖੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਜਾਂ ਖੰਡ ਪਾਠ ਦੇ ਵਿਰੋਧੀ ਹੋ ਗਏ, ਇਹਦਾ ਇਹ ਅਰਥ ਥੋੜਾ ਬਣ ਜੂਗਾ। ਇਸ ਗੱਲ ਕਰਕੇ ਬਿਲਕੁਲ ਨਹੀਂ ਸਿੱਖੀ ਦੇ ਵਿਰੋਧੀ, ਬਿਲਕੁਲ ਸਿੱਖ ਧਰਮ ਨੂੰ ਮੰਨਣ ਵਾਲੇ ਆ, ਪਰ ਇੱਥੇ ਇਜਾਜ਼ਤ ਨਹੀਂ ਦਿੰਦੇ ਕਿਉਂਕਿ ਅੱਜ ਘੋਲ ਦੀ ਮੰਗ ਇਹ ਹੈਗੀ ਆ ਵੀ ਇਹਨੂੰ ਕਿਸਾਨ ਘੋਲ ਹੀ ਰਹਿਣ ਦਿੱਤਾ ਜਾਵੇ। ਕਿਸੇ ਇੱਕ ਧਰਮ ਦਾ ਇੱਕ ਫਿਰਕੇ ਦਾ ਘੋਲ ਨਹੀਂ ਬਣਨ ਦੇਵਾਂਗੇ। ਆਹੀ ਕਿਸੇ ਧਰਮ ਦੇ ਰਾਜ ਦੀ ਗੱਲ ਨਹੀਂ ਕਰਨ ਦਿੰਦੇ ਅਸੀਂ ਵੀ ਇੱਕ ਧਰਮ ਦੇ ਰਾਜ ਦੀ ਕੋਈ ਗੱਲ ਕਰੇ ਜੀ, ਉਹ ਇਹ ਕਿਵੇਂ ਠੀਕ ਹੋਇਆ ਭਾਵੇਂ ਕੋਈ ਵੀ ਧਰਮ ਹੈ। ਬਿਲਕੁਲ ਜੀ ਬਿਲਕੁਲ। ਇਸ ਕਰਕੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰਦੇ ਆ। ਉਹਨਾਂ ਗੱਲਾਂ ਨੂੰ ਕੋਈ ਜਾਣੇ ਕੋਈ ਸੋਚ ਕੇ ਕਰਦੇ ਹੁੰਦੇ ਆ, ਕਿਉਂਕਿ ਫਰਕ ਹੁੰਦਾ ਨਾ। ਇੱਕ ਤਾਂ ਕੋਈ ਅਣਜਾਣੇ ਆ ਉਹ ਤਾਂ ਸਮਝ ਜਾਂਦਾ ਹੈ, ਇੱਕ ਕੋਈ ਜਾਣ ਬੁੱਝ ਕੇ ਕਰਦਾ ਉਹਨੇ ਕਰਨੇ ਹੁੰਦਾ, ਉਹਦਾ ਮੂੰਹ ਰੋਕ ਨਹੀਂ ਸਕਦੇ ਆਪਾਂ, ਉਹਦੀ ਮਰਜ਼ੀ ਆਪਦੀ। ਇਸ ਗੱਲ ਕਰਕੇ ਮੈਂ ਬਹੁਤ ਸਾਫ਼ ਕਹਿਣਾ ਚਾਹੁੰਦਾ ਵੀ ਕੋਈ ਸਿੱਖੀ ਵਿਰੋਧੀ ਨਹੀਂ। ਆਪਾਂ ਸਿੱਖ ਧਰਮ ਨੂੰ ਪੂਰੀ ਤਰ੍ਹਾਂ ਮੰਨਦੇ ਆ, ਪੂਰਾ ਸਤਿਕਾਰ ਆਪਣੇ ਮਨ ਨਾਲ, ਹਰ ਧਰਮ ਦਾ ਸਤਿਕਾਰ ਕਰਦੇ ਆਪਾਂ। ਧਰਮ ਕੋਈ ਵੀ ਨਹੀਂ ਮਾੜਾ ਹੁੰਦਾ, ਉਹਦੇ ਚ ਵਿਅਕਤੀ ਮਾੜੇ ਹੁੰਦੇ ਆ, ਕੋਈ ਇਹ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ। ਹਾਂ, ਸਿੱਖ ਇਤਿਹਾਸ ਬਾਰੇ ਬਹੁਤ ਪੜ੍ਹਿਆ ਹੋਇਆ ਮੇਰਾ, ਗੁਰੂ ਗ੍ਰੰਥ ਸਾਹਿਬ ਦਾ 10ਵਾਂ ਗ੍ਰੰਥ ਪੜ੍ਹਿਆ ਹੋਇਆ, ਨਹੀਂ ਤਾਂ ਉਹ ਘੱਟ ਪੜ੍ਹਦੇ ਅਗਲੇ। ਉਹ ਸਾਰੀਆਂ ਘਟਨਾਵਾਂ
ਜੇ ਸਾਡੇ ਗੁਰੂ ਨੂੰ ਕੱਲੇ ਬਾਣੇ ਦੀ ਗੱਲ ਹੁੰਦੀ ਤਾਂ ਉਹ ਮਸ਼ੰਦਾਂ ਨੂੰ ਤੇਲ ਪਾ ਕੇ ਕੁਸਾੜਦਾ। ਹਾਂ, ਬਾਣਾ ਤਾਂ ਬਹੁਤ ਤਕੜਾ ਬੰਦੀ ਸੀ ਉਹ। ਬਿਲਕੁਲ ਹੈ ਬਿਲਕੁਲ। ਤੇ ਸਾਡੇ ਗੁਰੂ ਨੇ ਹਿੰਦੂਆਂ ਦੀ ਰੱਖਿਆ ਕਰਨ ਖਾਤਰ ਪਿਓ ਤੋਰਤਾ ਛੋਟੀ ਉਮਰ 'ਚ। ਦਿੱਲੀ ਜਾ ਕੇ ਦੇ ਸੀ ਤੇਰੇ ਨਾਲ ਪਵਿੱਤਰ ਕਿਹੜਾ। ਵੀ ਇੱਥੇ ਜਾਤਾਂ ਪਾਤਾਂ ਦੀ ਗੱਲ ਨਹੀਂ, ਸਵਾਲ ਤਾਂ ਮਨੁੱਖ, ਉਹ ਤਾਂ ਕਹਿੰਦਾ ਮਾਨਸ ਕੀ ਜਾਤ ਸਭਾ ਏਕ ਹੈ ਪਹਿਚਾਨ ਜੀ ਬਿਲਕੁਲ। ਅਸੀਂ ਉੱਥੇ ਡੰਡਾ ਡਾ ਕੇ ਖੜ ਜਾਂਦੇ ਹਾਂ, ਸਿੱਖੀ ਵਾਲਾ ਜਾਂ ਹੋਰ ਵਾਲਾ, ਇਹ ਗੱਲ ਕੋਈ ਨਹੀਂ ਮੰਨਦੇ। ਹਾਂਜੀ ਹਾਂਜੀ ਬਿਲਕੁਲ ਸਾਥੀ ਜੀ। ਸਾਥੀ ਜੀ, ਅਖੀਰ ਦੇ ਵਿੱਚ ਤੁਸੀਂ ਜਿਹੜੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਸਰੋਤੇ ਸੁਣ ਰਹੇ ਨੇ ਜਾਂ ਬਾਅਦ ਦੇ ਵਿੱਚ ਦੁਨੀਆ ਭਰ ਚ ਸੁਣਨਗੇ, ਸਾਥੀ ਤੁਹਾਡਾ ਕੋਈ ਸਵਾਲ ਤਾਂ ਨਹੀਂ ਹੋਰ ਜੀ? ਨਹੀਂ। ਤੇ ਉਹ ਤੁਸੀਂ ਆਪਣੇ ਵੱਲੋਂ ਤੁਸੀਂ ਸੰਘਰਸ਼ ਦੇ ਵਿੱਚ ਡਟੇ ਹੋਏ ਹੋ, ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਾਰੇ ਸਰੋਤਿਆਂ ਨੂੰ ਆਪਣੇ ਵੱਲੋਂ? ਦੇਖੋ ਜੀ, ਸਾਰੇ ਸਰੋਤਿਆਂ ਨੂੰ, ਦੇਸ਼ ਵਿਦੇਸ਼ ਚ ਬੈਠਿਆਂ ਨੂੰ ਤੁਹਾਡੇ ਇਸ ਆਪਣੇ ਮਾਧਿਅਮ ਰਾਹੀਂ ਅਸੀਂ ਇਹੀ ਸੁਨੇਹਾ ਦੇਵਾਂਗੇ, ਭਾਈ ਬਿਲਕੁਲ ਪੂਰੇ ਟੀਕ ਤੇ ਹੈ ਘੋਲ ਆਪਣਾ। ਇਹਦੇ ਚ ਜਿੰਨਾ ਵੀ ਯੋਗਦਾਨ ਬਣਦਾ ਹੈ, ਜੋ ਵੀ ਜਿਵੇਂ ਕਹਿੰਦੇ ਹੁੰਦੇ ਆ ਸੂਈ ਜੋਗਰ ਹੈ, ਕੋਈ ਸਿਲਾਈ ਜੋਗਰ ਹੈ, ਇਹਦੇ ਚ ਯੋਗਦਾਨ ਪਾਓ, ਕਿਉਂਕਿ ਲੋਕਾਂ ਦਾ ਘੋਲ ਹੈ ਇਹ। ਜੇ ਕੋਈ ਬਾਤ ਵਿਵਾਦ ਵਾਲੀ ਗੱਲ ਹੈ ਉਹਨੂੰ ਇਸ ਮੌਕੇ ਨਾ ਛੇੜਿਆ ਜਾਵੇ, ਬਾਅਦ ਚ ਕਰ ਲਾਂਗੇ ਆਪਣਾ, ਹੋਣਗੇ ਮਸਲੇ ਆਪਸ ਵਿੱਚ ਦੀ। ਅੱਜ ਤਾਂ ਘੋਲ ਦੇ ਪੱਖ ਚ ਹੀ ਜੋ ਡੱਕੇ ਸਿੱਟੀ ਜਾਂਦੇ ਆ, ਉਹੀ ਜਾਂ ਸਾਰੇ ਵੀ ਡੱਕਾ ਸਿੱਟਣਾ ਕਿਸੇ ਰੂਪ ਚ ਇਹ ਘੋਲ ਦਾ ਕਿਵੇਂ ਮਦਦ ਕਰ ਸਕਦਾ ਕੋਈ। ਦੇਖੋ, ਅਸੀਂ ਫੰਡਾਂ ਦੇ ਮਾਮਲੇ 'ਚ ਬੇਨਤੀ ਅਪੀਲ ਕੀਤੀ, ਲੋਕਾਂ ਨੇ ਢੇਰ ਲਾਤੇ ਜੀ। ਪਹਿਲੇ ਦਿਨ ਜੇ ਅਸੀਂ ਆਖਿਆ ਮਾਰੂ ਚਾਹ ਪੀਤੀ, ਹੁਣ ਸਾਡੇ ਕੋਲੇ ਹੁਣ ਤੱਕ ਜੇ ਕਹਿਣਾ ਹੋਵੇ ਜਾਣੀ ਲੱਗ ਨਹੀਂ ਰਿਹਾ ਹਿਸਾਬ ਤੋਂ, ਨਾ ਖੋਆ ਮੁੱਕ ਰਿਹਾ, ਨਾ ਇੱਥੋਂ ਬਦਾਮ ਮੁੱਕ ਰਹੇ ਆ, ਨਾ ਇੱਥੋਂ ਝੁਆੜੇ ਮੁੱਕ ਰਹੇ ਆ, ਕੋਈ ਗੱਲ ਨਹੀਂ ਜਾਣੀ ਐ ਲੋਕਾਂ ਵੱਲੋਂ ਕੋਈ ਗੱਲ ਨਹੀਂ। ਇਹਦੇ ਬਾਵਜੂਦ ਵੀ ਅਸੀਂ ਦੇਵਾਂਗੇ ਸੱਦਾ ਵੀ ਇਸ ਘੋਲ ਦੀ ਕਿੰਨੀ ਕੋਈ ਹਮਾਇਤ ਕਰ ਸਕਦਾ ਹੈ ਕਰੋ, ਜਦ ਕਿ ਜਿੰਨਾ ਵੀ ਕੋਈ ਯੋਗਦਾਨ ਜਾਣ ਪੈਸਾ ਦਾ ਕੋਈ ਹਾਦਾ ਨਾਰਾ ਬੈਠਾ ਮਾਰ ਸਕਦਾ। ਅੱਜ ਮੌਕਾ ਇਹ ਹੈ ਵੀ ਬਾਦ ਵਿਵਾਦ ਵਾਲੀ ਗੱਲ ਛੱਡ ਕੇ ਅੱਜ ਘੋਲ ਦੇ ਪੱਖ 'ਚ ਜੋ ਗੱਲਾਂ ਵਾਪਰਦੀਆਂ, ਘੋਲ ਦੇ ਪੱਖ ਨੂੰ, ਘੋਲ ਨੂੰ ਕੀ ਹਲਾਰਾ ਦੇ ਸਕਦੇ ਆਪਾਂ, ਉਹੀ ਦੇਣ ਸਾਰੇ। ਇਹੀ ਸਾਡੇ ਪੱਖ ਦੀ ਗੱਲ ਹੈ, ਇਹੀ ਮੇਰਾ ਸੱਦਾ ਹੈ, ਇਹੀ ਮੇਰੀ ਕਾਮਨਾ ਤੇ ਇਹੀ ਮੇਰੀ ਆਸ ਵੀ ਹੈ। ਜਿਹੜੇ ਸਿੰਘ ਹਿੱਸੇ ਹੈ ਇਸ ਘੋਲ ਨੂੰ ਇਸੇ ਤਰ੍ਹਾਂ ਹੀ ਲੈ ਕੇ ਘੋਲ ਨੂੰ ਜ਼ਰੂਰ ਚੜ੍ਹਦੀ ਕਲਾ 'ਚ ਜਾਣ ਵਾਸਤੇ ਸਾਰੇ ਆਪਦਾ ਬਣਦਾ ਯੋਗਦਾਨ ਪਾਉਂਦੇ ਰਹੇ ਆ, ਪਾਉਂਦੇ ਰਹਿਣਗੇ। ਸਾਥੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਲਗਭਗ ਤੁਸੀਂ 1 ਘੰਟਾ ਸਾਡੇ ਨਾਲ ਗੱਲਬਾਤ ਕੀਤੀ, ਤੋਂ ਅਸੀਂ ਬਿਲਕੁਲ ਆਉਂਦੇ ਸਮੇਂ ਦੇ ਵਿੱਚ ਵੀ ਹਾਂਜੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਔਰ ਸਾਡਾ ਤੁਹਾਡਾ ਨਾ ਜੋ ਆਪਣਾ ਹੈ ਸਾਂਝਾ, ਤੁਸੀਂ ਵੀ ਕੰਮ ਤੇ ਲੱਗੇ ਹੋਏ ਹੋ, ਸਾਂਝਾ ਕਾਜ ਹੈ ਤੁਹਾਡਾ ਵੀ ਬਹੁਤ ਵੱਡਾ ਉਦਮ ਸਾਡੇ ਨਾਲੋਂ ਜੇ ਐਂ ਕਹਾਂਗੇ ਤਾਂ ਆਪਣਾ ਹੈ ਸਾਰਾ। ਚੰਗੀ ਗੱਲ ਹੈ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ। ਕਾਮਨਾ ਕਰਾਂਗੇ ਤੁਹਾਡਾ ਇਹ ਜਿਹੜਾ ਹੈਗਾ ਸਾਧਨ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਮਿਹਰਬਾਨੀ ਜੀ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਸਾਥੀ ਜੀ, ਸਤਿ ਸ੍ਰੀ ਅਕਾਲ। ਦੋਸਤੋ, ਇਹ ਸਨ ਸਾਥੀ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਕੱਤਰ ਜੀ। ਅਨੂ ਜੀ, ਆਪਾਂ ਇੱਕ ਬ੍ਰੇਕ ਲੈ ਲਈਏ? ਬਿਲਕੁਲ ਜੀ, ਇੱਕ ਗੀਤ ਦੇ ਰੂਪ 'ਚ ਬ੍ਰੇਕ ਲੈਂਦੇ ਹਾਂ, ਫਿਰ ਗੱਲਬਾਤ ਜਾਰੀ ਰੱਖਾਂਗੇ। ਇਹ ਹੁਣ ਸਮੇਂ ਦੀ ਆਵਾਜ਼ ਹੈ, ਜਗਰੂਪ ਚਨੀਰ ਦਾ ਗੀਤ। ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ, ਇਹੋ ਹੀ ਭਾਵਨਾ ਦੱਸਦਾ ਹੈ। ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਦੇਖੇ ਹੋਕਾਂ ਵੇ ਧਰਤੀ ਦੇ ਅਲੋਕਾ। ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਦੇਖੇ ਹੋਕਾਂ ਵੇ ਧਰਤੀ ਦੇ ਅਲੋਕਾ। ਗਰਮ ਲੋਹੇ ਤੇ ਮਾਰ ਹਥੌੜਾ, ਗਰਮ ਲੋਹੇ ਤੇ ਮਾਰ ਹਥੌੜਾ, ਫਿਰ ਕਦੇ ਆਉਣਾ ਮੌਕਾ ਵੇ ਧਰਤੀ ਦੇ ਅਲੋਕਾ। ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਦੇਖੇ ਹੋਕਾਂ ਵੇ ਧਰਤੀ ਦੇ ਅਲੋਕਾ। ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਦੇਖੇ ਹੋਕਾਂ ਵੇ ਧਰਤੀ ਦੇ ਅਲੋਕਾ। ਅਜੇ ਤਾਂ ਭਗਤ ਸਰਾਬੇ ਦੇ ਜੋ ਸੁਪਨੇ ਪਏ ਅਧੂਰੇ, ਜੋ ਸੁਪਨੇ ਪਏ ਅਧੂਰੇ, ਜੋ ਸੁਪਨੇ ਪਏ ਅਧੂਰੇ। ਸੇਸ ਤਲੀ ਤੇ ਰੱਖ ਕੇ ਜਿਹੜੇ ਕਰਨੇ ਆਪਾਂ ਪੂਰੇ, ਜਿਹੜੇ ਕਰਨੇ ਆਪਾਂ ਪੂਰੇ, ਜਿਹੜੇ ਕਰਨੇ ਆਪਾਂ ਪੂਰੇ। ਰੂਡਰਾਂ ਦੀ ਅਜੇ ਵੀ ਜਿਉਂਦੀ, ਰੂਡਰਾਂ ਦੀ ਅਜੇ ਵੀ ਜਿਉਂਦੀ, ਜਿਵੇਂ ਉਦਮ ਹੋਕਾ ਵੇ ਧਰਤੀ ਦੇ ਅਲੋਕਾ।
ਸੁਣੇ ਕੋਈ ਤੇ ਜਾ ਸੈਦੇ ਨੂੰ ਕਹਿਣਾ, ਤੇ ਜਾ ਸੈਦੇ ਨੂੰ ਕਹਿਣਾ, ਤੇ ਜਾ ਸੈਦੇ ਨੂੰ ਕਹਿਣਾ। ਯਾਰੜ ਦਾ ਸਾਨੂੰ 70 ਟੰਗਾ ਪੱਟ ਖੇੜਿਆਂ ਦਾ ਰਹਿਣਾ, ਪੱਟ ਖੇੜਿਆਂ ਦਾ ਰਹਿਣਾ, ਪੱਟ ਖੇੜਿਆਂ ਦਾ ਰਹਿਣਾ। ਨੱਥ ਪਾਣੀ ਅਸਾਂ ਉਸ ਝੋਟੇ ਨੂੰ, ਨੱਥ ਪਾਣੀ ਅਸਾਂ ਉਸ ਝੋਟੇ ਨੂੰ ਜਿਹੜਾ ਵੇਲਾ ਜਰਦਾ ਟੋਕਾ ਵੇ ਧਰਤੀ ਤੇ ਅਲੋਕਾ। ਹੋ ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਦੇਖੇ ਹੋ ਕਾਵੇ ਧਰਤੀ ਦੇ। ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਤੋ ਅਸੀਂ ਕਿਸਾਨੀ ਮਸਲੇ ਤੇ ਜਿਹੜੀ ਕਾਫੀ ਵਧੀਆ ਗੱਲਬਾਤ ਰਹੀ ਸਾਥੀ ਜੀ ਨਾਲ, ਸ਼ਿੰਗਾਰਾ ਸਿੰਘ ਮਾਨ ਸਿੰਘ ਜੀ ਨਾਲ। ਤੋ ਉਹ ਹੀ ਅੱਗੇ ਆਪਣੇ ਤੌਰ ਤੇ ਅੱਗੇ ਗੱਲਬਾਤ ਅਸੀਂ ਵਾਰਤਾਲਾਪ ਜਾਰੀ ਰੱਖਾਂਗੇ। ਹਾਂਜੀ ਅਨੂ ਜੀ, ਮੈਂ ਸਾਥੀ ਜੀ ਮੈਂ ਟਿੱਪਣੀ ਕਰਨੀ ਚਾਹੂੰਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸਰਵਣ ਸਿੰਘ ਪੰਧੇਰ ਤੇ ਸਨਾਮ ਸਿੰਘ ਪੰਧੂ ਜਿਹੜੀ ਉਹਨਾਂ ਦੀ ਗਵਾਹੀ ਕਰ ਰਹੇ ਨੇ। ਇਹ ਨੁਕਤਾ ਕਾਫੀ ਸਮਝਣੇ ਵਾਲਾ ਹੈ ਕਿ ਜਿਹੜਾ ਇਹ ਦੀਪ ਸਿੱਧੂ ਵਾਲਾ ਜਿਹੜਾ ਲਾਣਾ ਹੈ ਉਹ ਕਿਸਾਨੀ ਨੂੰ ਛੱਡ ਕੇ ਹੋਰ ਮਸਲਿਆਂ ਦੇ ਉੱਪਰ ਉਹਨਾਂ ਦਾ ਉਹ ਮੁੱਦਾ ਹੋਰ ਕੋਈ ਲੈ ਕੇ ਚੱਲਦੀ ਸੀ। ਔਰ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਘੱਟੋ ਘੱਟ ਜੇ ਆਪਾਂ ਇਹ ਜਥੇਬੰਦੀ ਦੀ ਗੱਲ ਕਰੀਏ, ਇਹਨਾਂ ਨੇ ਘੱਟੋ ਘੱਟ ਆਪਣਾ ਮੁੱਦਾ ਤਾਂ ਨਹੀਂ ਛੱਡਿਆ ਨਾ। ਨਹੀਂ, ਮੁੱਦਾ ਤੇ ਕਿਸਾਨੀ ਦਾ ਹੀ ਰੱਖਿਆ ਨਾ। ਉਹਨਾਂ ਨੇ ਆਪ ਦਾ ਨਵਾਂ ਬਣਾ ਲਿਆ ਮੁੱਦਾ। ਹਾਂਜੀ, ਪਰ ਜੋ ਉਹ ਧੜਕੇ ਅਸੀਂ ਨਹੀਂ, ਅਸੀਂ ਉੱਥੇ ਅੱਜ ਵੀ ਉੱਥੇ ਖੜੇ ਨਹੀਂ। ਪਰ ਉਹਨਾਂ ਨੇ ਸਾਥੀ ਜੀ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੇ ਉਹ ਖਾਲਿਸਤਾਨ ਵਾਲਾ ਜਾਂ ਉਹ ਜਿਹੜੇ ਇਹਨਾਂ ਨੇ ਚੱਕੇ ਸੀਗੇ ਉਹ ਮੁੱਦਾ ਨਹੀਂ ਉਹਨਾਂ ਨੇ ਚੁੱਕਿਆ। ਉਹਨਾਂ ਨੇ ਸਿਰਫ ਨਿਰੋਲ ਕਿਸਾਨੀ ਦੀ ਗੱਲ ਕੀਤੀ ਹੈ। ਸੋ ਜਿਵੇਂ ਸਾਥੀ ਜੀ ਕਹਿ ਕੇ ਗਏ ਨੇ ਕਿ ਹਰ ਕੋਈ ਇਨਸਾਨ ਗਲਤੀਆਂ ਕਰਦਾ ਹੈ, ਆਪਾਂ ਨੂੰ ਥੋੜਾ ਜਿਹਾ ਕਿਉਂਕਿ ਜਿਵੇਂ ਸਾਥੀ ਨਛੱਤਰ ਸਿੰਘ ਮੇਰੇ ਨਾਲ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇਹ ਜਿਹੜੀ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਇਹ ਬਹੁਤ ਜਨੂਨੀ ਕਿਸਮ ਦੇ ਜਿਹੜੇ ਲੋਕ ਨੇ, ਚੰਗੇ ਕਹਿ ਲਓ ਕਿ ਚੰਗੀ ਨੀਅਤ ਵਾਲੇ ਲੋਕ ਅਸੀਂ ਕਹਿ ਸਕਦੇ ਹਾਂ। ਹਾਂ, ਢੰਗ ਉਹਨਾਂ ਦਾ ਜਿਹੜਾ ਹੈਗਾ ਉਹ ਵੱਖਰਾ ਜਿਹੜਾ ਹੋ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਆਪਣੀਆਂ ਲੱਤਾਂ ਤੇ ਫਿਰ ਖੜਨ ਦਾ ਜਿਹੜਾ ਮੌਕਾ ਉਹ ਦੇਣਾ ਚਾਹੀਦਾ। ਔਰ ਜਿਸ ਤਰੀਕੇ ਦੇ ਨਾਲ ਉਗਰਾਹਾਂ ਨੇ ਉਹਨਾਂ ਦੀ ਬਾਂਹ ਫੜੀ ਹੈ, ਕਿਉਂਕਿ ਇਹ ਗੱਲ ਸਾਥੀ ਜੀ ਬਹੁਤ ਇੰਪੋਰਟੈਂਟ ਹੈ ਕਿ ਇਹਨਾਂ ਨੂੰ ਜਦੋਂ ਮੋਦੀ ਸਰਕਾਰ ਨੂੰ ਲੱਗਿਆ ਕਿ ਜਿਹੜਾ ਇਹਨਾਂ ਨੇ ਗਲਤੀ ਕੀਤੀ ਹੈ 26 ਤਰੀਕ ਨੂੰ ਇਹ ਕਮਜ਼ੋਰ ਹੋਏ ਨੇ, ਔਰ ਉਹ ਕਮਜ਼ੋਰ ਧਿਰ ਨੂੰ ਵੇਖ ਕੇ ਫਿਰ ਇਹਨਾਂ ਨੇ ਆਰਐਸਐਸ ਦੇ ਗੁੰਡਿਆਂ ਤੋਂ ਉਹਨਾਂ ਦੇ ਉੱਪਰ ਜਿਹੜਾ ਹਮਲਾ ਕਰਨਾ ਸ਼ੁਰੂ ਕਰਤਾ ਕਿ ਇੱਕ ਇੱਕ ਕਰਕੇ ਜਿਹੜਾ ਕਮਜ਼ੋਰ ਧਿਰ ਹੋ ਜਾਊਗੀ ਤੇ ਉਹਨਾਂ ਨੂੰ ਆਪਾਂ ਦੱਬੀ ਜਾਵਾਂਗੇ। ਸੋ ਇਹ ਆਪਣੇ ਵਾਸਤੇ ਇੱਕ ਕਾਫੀ ਸਿੱਖਣੇ ਵਾਲੀ ਗੱਲ ਹੈ ਕਿ ਆਪਾਂ ਇਸ ਧਿਰ ਨੂੰ ਆਪਾਂ ਹੇਠਾਂ ਨਹੀਂ ਲੱਗਣ ਦੇਣਾ, ਇਹਨਾਂ ਨੂੰ ਆਪਾਂ ਮੁੜ ਕੇ ਆਪਣੇ ਪੈਰਾਂ ਤੇ ਖੜੇ ਕਰਨਾ ਔਰ ਮਜ਼ਬੂਤ ਕਰਨਾ ਔਰ ਮੁੜ ਕੇ ਇਹੋ ਜਿਹੀ ਜਿਹੜੀ ਗਲਤੀ ਜਿਹੜੀ ਉਹ ਨਾ ਰਿਪੀਟ ਕਰਨਾ। ਪਰ ਇਹਦੇ ਨਾਲ ਸਾਥੀ ਜੀ ਜਿਹੜੀ ਦੂਸਰੀ ਧਿਰ ਹੈ ਉਹਦੇ ਬਾਰੇ ਇਹ ਉਗਰਾਹਾਂ ਦੇ ਵਿਚਾਰ ਨਹੀਂ ਗੇ, ਸਾਡੇ ਖੁਦ ਦੇ ਵਿਚਾਰ ਹੈ। ਉਹਦੇ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਇਹ ਸਮਝਦੇ ਹਾਂ ਕਿ ਅਸਲ ਦੇ ਵਿੱਚ ਜਿਹੜਾ ਇਹ ਦੀਪ ਸਿੱਧੂ ਹੈ ਉਹ ਸਾਰੇ ਮਸਲੇ ਦਾ ਜਿਹੜਾ ਮਾਸਟਰ ਮਾਈਂਡ ਹੈ ਉਹ ਸਰਦਾਰ ਅਜਮੇਰ ਸਿੰਘ ਹੈ, ਨਾਲ ਸੁਖਪ੍ਰੀਤ ਸਿੰਘ ਉਦੋਕੇ ਹੈ। ਔਰ ਅਸੀਂ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗੇ ਕਿ ਜਿਹੜੇ ਇਹਨਾਂ ਨੂੰ ਸਿੱਖਾਂ ਦੇ ਖੈਰ ਅਗਵਾ ਸਮਝਦੇ ਨੇ, ਇਹ ਗੱਲ ਸਾਡੇ ਕੋਲ ਇਹ ਡਿਸਕਸ਼ਨ ਬਹੁਤ ਲੰਬੀ ਹੋ ਸਕਦੀ, ਸਾਡੇ ਕੋਲ 20 ਮਿੰਟ ਨੇ, ਪਰ ਮੈਂ ਦੱਸਣਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਅਜਮੇਰ ਸਿੰਘ ਦੀ ਹਰ ਇੱਕ ਗੱਲ ਸਿੱਧੂ ਨੇ ਉਹੀ ਸਟੇਜ ਤੇ ਕਹੀ ਹੈ ਜਾਂ ਵਾਈਸ ਵਰਸਾ ਜਿਹੜੇ ਉਸ ਟਾਈਮ ਦੇ ਇਹਨਾਂ ਦੀ ਗੱਲਾਂ ਬਾਤਾਂ ਹੁੰਦੀਆਂ ਨੇ, ਇੰਟਰਵਿਊ ਆਉਂਦੀਆਂ ਸਿੱਖ ਸਿਆਸਤ ਤੋਂ, ਇਹ ਬਿਲਕੁਲ ਜਿਵੇਂ ਉਹ ਜਿਹੜਾ ਅਜਮੇਰ ਦੀਪ ਸਿੱਧੂ ਹੈ ਜਿਵੇਂ ਉਹ ਨੌਜਵਾਨ ਅਜਮੇਰ ਸਿੰਘ ਹੋਵੇ, ਉੱਥੋਂ ਹੀ ਸਾਰੀ ਜਿਹੜੀ ਗਾਈਡਲਾਈਨ ਮਿਲਦੀ ਸੀਗੀ। ਕਿਉਂਕਿ ਜਦੋਂ ਅਜਮੇਰ ਸਿੰਘ ਇਹ ਕਹਿੰਦਾ ਹੈ ਕਿ ਮੈਨੂੰ ਗੁੜਤੀ ਸਰਦਾਰ ਜਗਜੀਤ ਸਿੰਘ ਨੇ ਦਿੱਤੀ ਹੈ, ਜਿਨ੍ਹਾਂ ਨੇ ਸਿੱਖ ਇਨਕਲਾਬ ਦੀ ਕਿਤਾਬ ਲਿਖੀ ਹੈ, ਜਿਨ੍ਹਾਂ ਦੀ ਕਿਤਾਬ ਇੱਥੋਂ ਸ਼ੁਰੂ ਹੁੰਦੀ ਹੈ ਕਿ ਸਿੱਖ ਧਰਮਵਾਦ ਦੇ ਵਿੱਚ ਸਿੱਖ ਇੱਕ ਦੱਬੇ ਕੁਚਲਿਆਂ ਦੀ ਲਹਿਰ ਵਾ, ਔਰ ਇਹ ਝੂਠ ਬੋਲਦਾ ਹੈ ਕਿ ਮੈਨੂੰ, ਔਰ ਜਦੋਂ ਕਿਉਂਕਿ ਇਹ ਜਿਹੜਾ ਇਹਨਾਂ ਨੇ ਇੱਕ ਨੈਰੇਟਿਵ ਜਿਹੜਾ ਇੱਕ ਇਹਨਾਂ ਨੇ ਪੰਜਾਬੀ ਚ ਉਹਨੂੰ ਕਵਾਂਗੇ ਜਿਹੜਾ ਸਿੱਧੂ ਵੀ ਬਾਰ-ਬਾਰ ਨੈਰੇਟਿਵ ਵਰਤਦਾ ਹੈ, ਰਚਨਾਤਮਕ ਕੀ ਕਵਾਂਗੇ ਜਿਹਨੂੰ, ਨੈਰੇਟਿਵ ਨੂੰ ਮੈਨੂੰ ਪਤਾ ਨਹੀਂ ਪੰਜਾਬੀ ਚ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਕੰਸੈਂਟ ਜਿਹੜੀ ਮੈਨੂਫੈਕਚਰ ਕੀਤੀ ਜਾਂਦੀ ਹੈ, ਲੋਕਾਂ ਦੀ ਇੱਕ ਸਹਿਮਤੀ ਬਣਾਈ ਜਾਂਦੀ ਹੈ, ਜਿਹੜਾ ਇਹ ਬਾਰ-ਬਾਰ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਕਲਾ ਵਰਤ ਰਹੀ ਹੈ,
ਇਹਨੂੰ ਜਦੋਂ ਕਿਉਂਕਿ ਕਿਸਾਨਾਂ ਦੇ ਆਗੂਆਂ ਨੂੰ ਇਹ ਡਾਇਰੈਕਟਲੀ ਵਿਰੋਧ ਨਹੀਂ ਸੀ ਕਰ ਸਕਦੇ ਇਹ ਔਰ ਇਹਨਾਂ ਨੇ ਬੜੀ ਕੋਝੇ ਤਰੀਕੇ ਨਾਲ ਇੱਕ ਢੰਗ ਲੱਭਿਆ ਕਿ ਇਹ ਕਲਾ ਵਰਤ ਰਹੀ ਹੈ ਕੋਈ ਦੇਵੀ ਸ਼ਕਤੀ। ਮੈਨੂੰ ਕੋਈ ਜਿਹੜਾ ਸਿੱਖ ਸਰੋਤਾ ਸਾਡਾ ਸੁਣ ਰਿਹਾ ਹੈ ਜਿਹਨੂੰ ਸਿੱਖੀ ਦੀ ਥੋੜੀ ਬਹੁਤ ਸਮਝ ਹੈ ਕਿ ਸਿੱਖ ਧਰਮ ਦੇ ਵਿੱਚ ਦੇਵੀ ਸ਼ਕਤੀ ਦਾ ਕੋਈ ਮਾਇਨਾ ਹੈ ਆ, ਕੋਈ ਇਹੋ ਜੀ ਕੋਈ ਕਰਾਮਾਤੀ ਸ਼ਕਤੀ ਦਾ ਕੋਈ ਮਾਇਨਾ ਹੈ ਆ। ਔਰ ਇਹਨਾਂ ਨੇ ਉਹ ਬਾਰ-ਬਾਰ ਉਸ ਜਿਹੜੇ ਸ਼ਬਦ ਵਰਤੇ ਗਏ ਆ ਕਿ ਕਲਾ ਵਰਤ ਰਹੀ ਹੈ, ਇਹਨੂੰ ਜਿਹੜੇ ਨੇ ਗੁਰੂ ਜਿਹੜੇ ਨੇ ਉਹ ਖੁਦ ਅਗਵਾਈ ਕਰ ਰਹੇ ਆ। ਸੋ ਬੇਸਿਕਲੀ ਸਭ ਠੀਕ ਕਰਨਗੇ ਫਿਰ ਮਤਲਬ ਪਰਮਾਤਮਾ ਸਭ ਠੀਕ ਕਰੂਗਾ ਇਸ ਚੀਜ਼ ਨੂੰ ਅਲਟੀਮੇਟਲੀ ਇਹ ਇਦਾਂ ਦਾ ਮੈਸੇਜ ਸੀਗਾ ਤੇ ਫਿਰ ਉਸ ਹਿਸਾਬ ਨਾਲ ਤੇ ਲੋਕਾਂ ਨੂੰ ਸੜਕਾਂ ਤੇ ਉਤਰਨ ਦੀ ਲੋੜ ਨਹੀਂ ਆ। ਇੰਨੇ ਕੜਾਕੇ ਦੀ ਠੰਡ 'ਚ ਉੱਥੇ ਆ ਕੇ ਰਾਤਾਂ ਕੱਟਣ ਦੀ ਬਿਮਾਰ ਹੋਣ ਦੀ ਲੋੜ ਨਹੀਂ ਆ। ਘਰ ਬੈਠੇ ਰਹੀਏ ਤੇ ਆਪੇ ਹੀ ਹੋ ਜੂ ਕਲਾ ਵਰਤ ਜੂਗੀ ਨਾ ਆਪੇ ਤੇ ਬਿੱਲ ਰੱਦ ਹੋ ਜਾਣਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਕੱਲਾ ਇਹ ਅਜਮੇਰ ਸਿੰਘ ਉਹ ਬੰਦਾ ਹੈ ਕਿ ਜਿਹਨੇ ਜਿਸ ਵੀ ਇਹਨੇ ਜਥੇਬੰਦੀ ਦੇ ਵਿੱਚ ਜਾਂ ਜਿਸ ਵੀ ਇਹ ਸਿਧਾਂਤ ਦੇ ਨਾਲ ਇਹਨੇ ਕੰਮ ਕੀਤਾ ਉਹਦਾ ਬੇੜਾ ਗਰਕ ਹੀ ਕੀਤਾ। ਔਰ ਇਹ ਬੰਦਾ ਉੱਥੇ ਆ ਕੇ ਔਰ ਸੁਖਪ੍ਰੀਤ ਬਾਰੇ ਤੇ ਅਸੀਂ ਹੁਣ ਉਸ ਬੰਦੇ ਦੇ ਬਾਰੇ ਕੀ ਕਹੀਏ। ਉਹ ਭਾਰਤ ਜੀ ਦਾ ਮੈਂ ਤੁਹਾਨੂੰ ਅਜਮੇਰ ਦਾ ਮਤਲਬ ਇੱਕ ਨਵਾਂ ਰੂਪ ਦੱਸਦਾ। ਇਹਦਾ ਨਵਾਂ ਰੂਪ ਇਹ ਆ ਕਿ ਇਹ ਬੰਦਾ ਤਕਰੀਬਨ ਜਿਹੜਾ ਹੈਗਾ ਵੀ ਇਹ 80ਵਿਆਂ ਦੇ ਦੌਰਾਨ ਜਿਹੜਾ ਸੀਗਾ ਬੰਦਾ ਇਹ ਲੰਮਾ ਸਮਾਂ ਜਿਹੜਾ ਸੀਗਾ ਇਹਨੇ ਸਾਡੇ ਨਾਲ ਕੰਮ ਕੀਤਾ ਤੇ ਅਸੀਂ ਉਸ ਵਕਤ ਇਸ ਬੰਦੇ ਨੂੰ ਜਾਣੀ ਇਹ ਸਾਡਾ ਇੱਕ ਰੱਬ ਸੀ, ਨਾਸਤਕ ਰੱਬ ਜਿਹਨੂੰ ਆਪਾਂ ਕਹਿੰਦੇ ਉਹ ਸੀ ਇਹ ਬੰਦਾ। ਇਹ ਜੋ ਕੋਈ ਸ਼ਬਦ ਬਾਜੇ ਕੋਈ ਬੋਲ ਦਿੰਦਾ ਸੀਗਾ ਤਾਂ ਉਹਦਾ ਕੋਈ ਵਿਰੋਧ ਨਹੀਂ ਸੀ ਕਰਦਾ, ਨਿਰਵਿਰੋਧ ਜਿਹੜਾ ਸਾਡਾ ਆਗੂ ਸੀ ਬੰਦਾ ਹੈ। ਤੇ ਪਰ ਉਹ ਤੋਂ ਬਾਅਦ ਚ ਮੁੜ ਕੇ ਜਾਣੀ ਵੀ ਲੰਮਾ ਸਮਾਂ ਚੱਲਿਆ ਸਾਡੇ ਨਾਲ ਤੇ ਉਦੋਂ ਇਹ ਨਾ ਤਾਂ ਇਹ ਆਸਤਕ ਸੀਗਾ ਨਾ ਉਦੋਂ ਇਹਦੇ ਜਿਹੜੇ ਮਨ ਦੇ ਵਿੱਚ ਸੀਗਾ ਮੁੜ ਕੇ ਜਿਹੜਾ ਇਹ ਜਿਵੇਂ ਆਪਾਂ ਕਹਿ ਸਕਦੇ ਹਾਂ ਮੁੜ ਕੇ ਵੀ ਧਾਰਮਿਕ ਜਿਹੜੇ ਇਹਦੇ ਕੋਈ ਖਿਆਲ ਨਹੀਂ ਸੀਗੇ। ਪਰ ਉਹ ਤੋਂ ਬਾਅਦ ਚ ਮੁੜ ਕੇ ਜਿਹੜਾ ਹੈਗਾ ਵੀ ਇੱਕ ਮੈਂ ਵੈਸੇ ਇਹਦੇ ਤੇ ਜਾਤੀ ਇਲਜ਼ਾਮ ਨਾ ਹੀ ਲਾਵਾਂ ਚੰਗੀ ਗੱਲ ਨਹੀਂ ਉਹ ਨਹੀਂ ਆਪਾਂ ਕਰਨੀ ਗੱਲ ਪਰ ਇਦਾਂ ਮਤਲਬ ਹੈਗੀ ਕਿ ਜਿਹੜੀ ਮਤਲਬ ਜਿਹੜਾ ਇਹ ਚੱਲਦਾ ਮੁੜ ਕੇ ਜਦੋਂ ਲੀਹ ਪੜ ਗਿਆ ਤਾਂ ਮੈਂ ਸਮਝਦਾ ਵੀ ਉਹ ਮੈਨੂੰ ਇਹ ਚੰਗਾ ਨਹੀਂ ਲੱਗਿਆ। ਮੁੜ ਕੇ ਜਾ ਕੇ ਉਹ ਤੋਂ ਬਾਅਦ ਜਦੋਂ ਇਹ ਗੱਲ ਸੁਣੀ ਆ ਵੀ ਜਿਹੜਾ ਅਜਮੇਰ ਸਿੰਘ ਆ ਵੀ ਉਹਦੇ ਚ ਇਹ ਨੁਕਸ ਪੈ ਗਿਆ। ਅਸੀਂ ਕੋਸ਼ਿਸ਼ ਕੀਤੀ ਆ ਮੁੜ ਕੇ ਉਹਨਾਂ ਉਦੋਂ ਵੀ ਮੁੜ ਕੇ ਵੀ ਯਾਰ ਇਹ ਗਲਤੀ ਹੋਈ ਆ ਵੀ ਇਹਨੂੰ ਘੱਟੋ ਘੱਟ ਵੀ ਇਹਨੂੰ ਇਸ ਢੰਗ ਨਾਲ ਨਹੀਂ ਲੈਣਾ ਚਾਹੀਦਾ। ਜਿਵੇਂ ਅੱਜ ਮੁੜ ਕੇ ਜਿਹੜਾ ਅਸੀਂ ਸ਼ਰਮਨ ਬੰਦੇ ਦੀ ਗੱਲ ਕਰਦੇ ਹਾਂ ਸੇਮ ਇਹ ਗੱਲ। ਪਰ ਇਹਦੇ ਬਾਵਜੂਦ ਵੀ ਬਾਅਦ ਚ ਮੁੜ ਕੇ ਜੇ ਇਹ ਕਹਿ ਦਈਏ ਵੀ ਇਹ ਬੰਦਾ ਮੁੜ ਕੇ ਸਾਡੇ ਨਾਲ ਚੱਲਦਾ ਸਾਡੀ ਲਾਈਨ ਦਾ ਬੰਦਾ ਬਿਲਕੁਲ ਇਹ ਕਮਿਊਨਿਸਟ ਸ਼ਾਨਦਾਰ ਬੰਦਾ ਸੀਗਾ। ਜਦੋਂ ਫਿਰ ਇਹਨੇ ਗਲਤੀ ਕਰ ਲਈ ਗਲਤੀ ਤੋਂ ਬਾਅਦ ਚ ਮੁੜ ਕੇ ਫਿਰ ਇਹ ਨਹੀਂਗਾ ਵੀ ਸਾਡਾ ਵਿਰੋਧੀ ਬਣ ਗਿਆ। ਐਕਚੁਅਲ ਇਹ ਮਤਲਬ ਜਿਹੜਾ ਇਹ ਲਾਈਨ ਦਾ ਵਿਰੋਧੀ ਨਹੀਂ ਸਾਡੀ ਲਾਈਨ ਦਾ ਅੱਜ ਵੀ ਵਿਰੋਧੀ ਨਹੀਂ ਹੈਗਾ। ਐਕਚੁਅਲ ਤਾਂ ਮੁੜ ਕੇ ਹੈਗਾ ਵੀ ਜਿਹੜੇ ਫਿਰ ਜਾਤੀ ਤੌਰ ਸਾਡਾ ਵਿਰੋਧੀ ਬਣ ਗਿਆ ਮੁੜ ਕੇ ਜਿਹੜੇ ਪਰ ਉਹਨਾਂ ਦਾ ਜਵਾਬ ਦੇਣਾ ਪੈਗਾ। ਮੈਂ ਸੱਚੀ ਚ ਐਡ ਕਰਨਾ ਚਾਹੁੰਦਾ ਗੱਲ ਇਹ ਤੁਸੀਂ ਬਹੁਤ ਕਮਾਲ ਦੀ ਗੱਲ ਕੀਤੀ ਹੈ। ਇਹ ਆਪਣੇ ਸਰਦਾਰ ਜਗਜੀਤ ਸਿੰਘ ਤੋਂ ਬਾਅਦ ਦੂਸਰਾ ਜਿਹੜਾ ਇਹਨਾਂ ਨੇ ਆਪਣਾ ਟੀਚਰ ਜਾਂ ਗੁਰੂ ਧਾਰਿਆ ਉਹ ਸੀਗਾ ਭੂਤਵਾੜੇ ਵਾਲਾ ਜੀ ਕੀ ਨਾਮ ਉਹਨਾਂ ਦਾ ਗੁਰਭਗਤ ਸਿੰਘ ਦੀ ਇਹਨਾਂ ਨੇ ਇੰਟਰਵਿਊ ਕੀਤੀਆਂ ਸਿੱਖ ਸਿਆਸਤ ਦੇ ਪਈਆਂ ਹੋਈਆਂ ਉਹ ਜਿਹੜੀ ਉਹਨਾਂ ਦੇ ਮਰਨ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਦੂਸਰੀ ਇੰਟਰਵਿਊ ਆ ਅਜਮੇਰ ਸਿੰਘ ਇੰਟਰਵਿਊ ਕਰ ਰਿਹਾ 4 ਭਾਗਾਂ ਦੀ ਇੰਟਰਵਿਊ ਆ ਉਹ ਉਹਦੇ ਵਿੱਚ ਉਹ ਵਿਸਵਾਦ ਵਗੈਰਾ ਦੀ ਉਹ ਜਿਹੜਾ ਆਪਣਾ ਹੈਗਾ ਨਹੀਂ ਅਮਰੀਕਾ ਜਿਹੜਾ ਬੈਠਾ ਸੀਗਾ ਹਰਭਜਨ ਸਿੰਘ ਯੋਗੀ ਉਹ ਸਾਰੀ ਗੱਲਬਾਤ ਹੁੰਦੀ ਹੈ ਰਿਗਵੇਦ। ਹਾਂ ਉਹ ਇਹ ਜਿਹੜਾ ਗੁਰਭਗਤ ਸਿੰਘ ਆਪਣੀ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਿ ਦੁਨੀਆ ਦੇ ਮਸਲਿਆਂ ਦਾ ਜਿਹੜਾ ਹੱਲ ਵਾ ਉਹ ਮਾਰਕਸਵਾਦ ਤੋਂ ਬਿਨਾਂ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਠੀਕ ਹੈ। ਔਰ ਅਜਮੇਰ ਸਿੰਘ ਉੱਥੇ ਨਾਲ ਸਹਿਮਤ ਹੁੰਦਾ ਹੈ ਔਰ ਫਿਰ ਉਹ ਆ ਕੇ ਮੁੜ ਕੇ ਇੱਥੇ ਆ ਕੇ ਇਹ ਔਰ ਸਾਥੀ ਜਿਹੜੀ ਤੁਸੀਂ ਆਹ ਗੱਲ ਕੀਤੀ ਨਾ ਅਸੀਂ ਰੇਡੀਓ ਤੇ ਬਹੁਤ ਰਿਪੀਟ ਕਰ ਚੁੱਕੇ ਹਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਉਹ ਜਿਹੜਾ ਇਹ ਚ ਜਿਹੜਾ ਬਦਲਾ ਇਹ ਜਿਹੜਾ ਤੁਸੀਂ ਕਹਿ ਰਹੇ ਨਾ ਕਿ ਇਹਦੇ ਕੋਈ ਸਾਡੇ ਨਾਲ ਪਰਸਨਲ ਕਿਹੜਵਾ ਮੈਂ ਉਹਨਾਂ ਥੋੜਾ ਸਹਿਮਤ ਹਾਂ ਕਿਉਂਕਿ ਜਿਹੜੀ ਘਟਨਾ 2003 ਦੀ ਆ ਨਾ ਉਹ ਆਪਣੇ ਆਪ ਦੇ ਵਿੱਚ ਐਡੀ ਵੱਡੀ ਘਟਨਾ ਆ ਜਦੋਂ ਇਹਨੂੰ ਚੰਡੀਗੜ੍ਹ ਦੇ ਵਿੱਚੋਂ ਇਹਨੂੰ ਕਿਉਂਕਿ ਉੱਥੇ ਕਤਲਾਂ ਦੇ ਇਲਜ਼ਾਮ ਨੇ ਉਹ ਲਹਿਰ ਦੇ ਇਹਨੂੰ ਜਦੋਂ ਉੱਥੋਂ ਫੜਿਆ ਜਾਂਦਾ ਆ ਔਰ 2 ਹਫ਼ਤਿਆਂ ਦੇ ਵਿੱਚ ਹੀ ਇਹਨੂੰ ਕਿਹੜੀਆਂ ਸ਼ਰਤਾਂ ਦੇ ਉੱਪਰ ਛੱਡਿਆ ਜਾਂਦਾ ਹੈ। ਉਸ ਤੋਂ ਬਾਅਦ ਇਹ ਜਾਂਦਾ ਅਮਰੀਕਾ ਜਾਂਦਾ ਹੈਗਾ ਉਹਦੇ ਹਰਭਜਨ ਸਿੰਘ ਯੋਗੀ ਨੂੰ ਯਾਰ ਕੌਣ ਨਹੀਂ ਜਾਣਦਾ ਜਿਹੜਾ ਬੰਦਾ ਉਹ ਮੂਰਤੀਆਂ ਦੇ ਸਾਹਮਣੇ ਬਹਿ ਕੇ ਕੀਰਤਨ ਕਰਦਾ ਪੂਰਾ ਉਹ ਇੱਕ ਬਾਹਮਣਵਾਦੀ ਸੋਚਣਾ ਦਾ ਉਹ ਧਾਰਨੀ ਹੈ
ਔਰ ਜਗਜੀਤ ਸਿੰਘ ਚੌਹਾਨ ਦੇ ਨਾਲ ਮਿਲ ਕੇ ਇਹ ਦੋਨੀ ਮਿਲ ਕੇ ਖਾਲਿਸਤਾਨ ਜਿਹੜਾ ਬਿਗਲ ਬਣਾਉਂਦੇ, ਬਾਹਰ ਦੇ ਮੁਲਕਾਂ ਦੇ ਵਿੱਚ ਫੰਡਿੰਗ ਇਕੱਠੀ ਕਰਦੇ ਆ। ਇਹ ਹਰਭਜਨ ਸਿੰਘ ਯੋਗੀ ਜਿਹੜਾ ਅਮਰੀਕਾ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਈਵੇਟ ਸਿਕਿਉਰਿਟੀ ਕੰਪਨੀਆਂ, ਜਿਹੜੇ ਜਿੰਨੇ ਵੀ ਆਪਣੇ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਸਿਕਿਉਰਿਟੀ ਦਾ ਸਾਰਾ ਭਾਰ ਅਕਾਲ ਸਿਕਿਉਰਿਟੀ ਉਹਦੀ ਕੰਪਨੀ ਦਾ ਨਾਂ ਆ। ਬਹੁਤ ਵੱਡੀ ਬਿਲੀਅਨਰ ਇਹਦੀ ਕੰਪਨੀ ਹੈ। ਔਰ ਇਹ ਬੰਦਾ ਉੱਥੋਂ, ਮੈਂ ਹੁਣ ਕੀ ਇਹਨੂੰ ਦੱਸਾਂ, ਸਾਊਥ ਅਮਰੀਕਾ ਦੇ ਵਿੱਚ ਜਦੋਂ ਇਹ ਬਿਲਕੁਲ ਗੱਲ ਉਹਦੇ ਨਾਲ ਮਿਲਦੀ ਜੁਲਦੀ ਹੈ। ਅਮਰੀਕਾ ਨੇ ਜਿਵੇਂ ਇਜ਼ਰਾਈਲ ਬਣਾਇਆ ਗਿਆ ਆ ਫਲਸਤੀਨ ਨੂੰ ਤਬਾਹ ਕਰਕੇ, ਜਿਵੇਂ ਜਿਹੜੇ ਇਹ ਵੈਸਟ ਮੁਲਕ ਨੇ ਉਹਨਾਂ ਨੇ ਕਿਹਾ ਵੀ ਇੱਥੇ ਜਾ ਕੇ ਤੁਸੀਂ ਆਪਣਾ ਇਜ਼ਰਾਈਲ ਬਣਾਓ, ਇਹਨਾਂ ਨੇ ਸਾਊਥ ਅਮਰੀਕਾ ਦੇ ਵਿੱਚ ਅਮਰੀਕਾ ਦੀਆਂ ਏਜੰਸੀਆਂ ਨੇ ਕਿਹਾ ਸੀਗਾ ਕਿ ਉੱਥੇ ਜਾ ਕੇ ਤੁਸੀਂ ਆਪਣਾ ਖਾਲਿਸਤਾਨ ਬਣਾਓ। ਬੋਲੀਵੀਆ ਦੇ ਵਿੱਚ ਮੈਨੂੰ ਯਾਦ, ਇਕਵਾਡੋਰ ਦੇ ਵਿੱਚ, ਔਰ ਬਕਾਇਦਾ ਉੱਥੇ ਜ਼ਮੀਨ ਦਿੱਤੀ ਗਈ ਸੀਗੀ ਕਿਉਂਕਿ ਉੱਥੇ ਇਹਨਾਂ ਨੇ ਡਰੱਗਸ ਨੂੰ ਇੰਪੋਰਟ ਕਰਨ ਦਾ ਧੰਦਾ ਕਰਨਾ ਸੀਗਾ। ਉਹਦੇ ਵਿੱਚ ਹਰਭਜਨ ਸਿੰਘ ਯੋਗੀ ਸ਼ਾਮਲ ਵਾ। ਹਰਭਜਨ ਸਿੰਘ ਯੋਗੀ ਦੀਆਂ CIA ਦੇ ਨਾਲ ਸਿੱਧੀਆਂ ਜਿਹੜੀਆਂ ਇਹਦੀਆਂ ਜੁੜੀਆਂ ਹੋਈਆਂ ਨੇ। ਔਰ ਅਜਮੇਰ ਸਿੰਘ ਉੱਥੋਂ ਉਹ ਬਾਰ-ਬਾਰ ਜਿਹੜਾ ਆਪਣੀ ਪਹਿਲੀ ਮਤਲਬ ਇਹ ਆਪਣੇ ਆਪ ਦੇ ਵਿੱਚ ਹੋਰ ਇੱਕ ਵੱਡੀ ਗੱਲ ਹੈ ਕਿ ਜਿਹੜੇ ਬੰਦੇ ਦੇ ਉੱਪਰ ਕਤਲਾਂ ਦੇ ਇਲਜ਼ਾਮ ਹੋਣ ਲਹਿਰ ਦੇ ਵਿੱਚ, ਉਹਨੂੰ ਬਾਹਰ ਦਾ ਵੀਜ਼ਾ ਕਿਉਂ ਮਿਲਦਾ ਹੈ ਔਰ ਚੰਡੀਗੜ੍ਹ ਤੋਂ ਫੜਿਆ ਜਾਂਦਾ, 2 ਹਫ਼ਤਿਆਂ ਦੇ ਵਿੱਚ ਛੱਡਿਆ ਜਾਂਦਾ ਔਰ ਮਹੀਨੇ ਦੇ ਵਿੱਚ ਇਹ ਅਮਰੀਕਾ ਚਲੇ ਜਾਂਦਾ ਹੈ। ਇਹਨੂੰ ਵੀਜ਼ਾ ਕਿੱਦਾਂ ਮਿਲ ਗਿਆ ਜੀ ਉੱਥੇ ਜਾਣ ਦਾ? ਨਹੀਂ ਮਿਲ ਸਕਦਾ ਮੁੜ ਕੇ। ਫਿਰ ਉਹ ਨਾ ਜਿਹੜੇ ਇਹਦੇ ਗੁਰੂ ਆ ਉਹਨਾਂ ਨੇ ਦਵਾਇਆ, ਮੁੜ ਕੇ ਦਵਾਇਆ ਜੀ ਗੁਰੂ ਆ, ਮੁੜ ਕੇ ਫਿਰ ਇਹ ਲੋਕਾਂ ਦਾ ਕੀ ਲੱਗਦਾ? ਇਹ ਮੁੜ ਕੇ ਜਦੋਂ ਵਾਪਸ ਆਇਆ ਆ, ਇਹ ਪੰਜਾਬ ਦੇ ਵਿੱਚ ਜਿਹੜੇ ਲੋਕ ਪੱਖੀ ਸੰਘਰਸ਼ ਸੀਗੇ, ਹੋ ਸਕਦਾ ਉਹਨਾਂ ਦੀ ਜਿਹੜੀ ਨੁਮਾਇੰਦਗੀ ਕੁਛ ਕਮਿਊਨਿਸਟ ਰੰਗ ਕਰਦੀਆਂ ਹੋਣ, ਉਹਨੂੰ ਢਾਹ ਲਾਉਣ ਵਾਸਤੇ ਇਹਦੀ ਹਰ ਇੱਕ, ਮੈਂ ਸਾਥੀ ਜੀ ਇਹਨੂੰ ਮੈਂ ਬੰਦੇ ਨੂੰ ਜਦੋਂ ਦਾ ਇਹਨੇ ਲੈਕਚਰ ਸ਼ੁਰੂ ਕੀਤੇ, ਮੈਂ ਉਦੋਂ ਦਾ ਬੰਦੇ ਨੂੰ ਫੋਲੋ ਕਰ ਰਿਹਾ। ਇਹ ਇਸ ਹੱਦ ਤੱਕ ਜਾਂਦਾ, ਇਹਦੇ ਪਏ ਨੇ ਹੁਣ ਡਿਲੀਟ ਕਰਤੇ ਹੋਣਗੇ ਮੈਨੂੰ ਪਤਾ ਨਹੀਂ, ਇਹ ਕਹਿ ਰਿਹਾ ਆ ਕਿ RSS ਨਾਲੋਂ ਵੀ ਜਿਹੜੇ ਕਮਿਊਨਿਸਟ ਧਿਰਾਂ ਨੇ ਉਹ ਬੱਤਰ ਨੇ, ਉਹ RSS ਨੂੰ ਉਹ ਕਮਿਊਨਿਸਟ ਧਿਰਾਂ ਨਾਲੋਂ ਵਧੀਆ ਕਹਿ ਰਿਹਾ ਇਹ ਬੰਦਾ। ਔਰ ਇਹ ਵੀ ਜਿਹੜਾ ਦੀਪ ਸਿੱਧੂ ਉੱਥੇ ਜਾ ਕੇ ਕਹਿੰਦਾ ਕਿ ਮੈਂ ਕਿਸੇ ਨੂੰ ਉਕਸਾਇਆ ਨਹੀਂ। ਜਿੱਦਣ 5 ਤਰੀਕ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਾ ਲੋਕਾਂ ਨੂੰ। ਮੈਂ ਕਹਿੰਦਾ ਲਾਹਨਤ ਆ ਆਪਣੇ ਆਪ ਨੂੰ ਇਹ ਸਿੱਖ ਕਹਿੰਦੇ ਨੇ, ਜਦੋਂ ਜਸਟੀਫਾਈ ਕਰ ਰਿਹਾ ਬਾਰ-ਬਾਰ ਜਿਊਇਸ਼ ਲੋਕਾਂ ਦੀ ਗੱਲ ਕਰ ਰਿਹਾ, ਉਹਨਾਂ ਦੀ ਐਗਜ਼ਾਮਪਲ ਦੇਖ ਰਿਹਾ ਕਿ ਜਿਵੇਂ ਜਿਊਇਸ਼ ਲੋਕਾਂ ਨੇ ਆਪਣਾ ਇਜ਼ਰਾਈਲ ਬਣਾਇਆ। ਸ਼ਰਮ ਨਾਲ ਡੁੱਬ ਕੇ ਮਰ ਜਾਓ। ਸਿੱਖਾਂ ਨੂੰ ਫਲਸਤੀਨੀ ਲੋਕਾਂ ਦੇ ਨਾਲ ਹੋਣਾ ਚਾਹੀਦਾ ਹੈ। ਉਹ ਜਿਹੜਾ ਇਜ਼ਰਾਈਲ ਦੇ ਵਿੱਚ ਜਿਹੜਾ ਫਲਸਤੀਨੀ ਲੋਕਾਂ ਦਾ ਘਾਣ ਕਰਕੇ ਜਿਹੜੀ ਉਹਨਾਂ ਨੇ ਆਪਣੀ ਸਟੇਟ ਬਣਾਈ ਆ, ਜੇ ਇਹਦੀ ਤਰਜ਼ ਤੇ ਤੁਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹੋ, ਅਸੀਂ ਉਹਦਾ ਕਦੇ ਹਿੱਸਾ ਨਹੀਂ ਬਣਾਂਗੇ, ਨੈਵਰ। ਲੋਕਾਂ ਨਾਲ ਘਾਣ ਕਰਕੇ ਔਰ ਰੁਕਿਆ ਨਹੀਂ ਆ, ਉਹ ਜਾਰੀ ਆ ਉਹਨਾਂ ਦੇ ਉੱਪਰ। ਸੋ ਸਾਥੀ ਜੀ ਇਹ ਜਿਹੜਾ ਬੰਦਾ ਆ, ਇੱਕ ਬਹੁਤ ਹੀ ਮੈਨੂੰ ਯਾਦ ਆ, ਮੈਨੂੰ ਉਹਨਾਂ ਦਾ ਨਾਮ ਮੈਨੂੰ ਯਾਦ ਭੁੱਲ ਗਿਆ, ਜਿਹੜਾ ਬੰਦਾ ਪਹਿਲਾਂ ਜਦੋਂ ਇਹਨਾਂ ਦਾ ਸ਼ੰਭੂ ਬਾਰਡਰ ਦੇ ਉੱਪਰ ਇਹਨਾਂ ਦਾ ਸੰਘਰਸ਼ ਚੱਲਦਾ ਸੀਗਾ ਦੀਪ ਸਿੱਧੂ ਦਾ, ਉਹ ਬੰਦਾ ਇਹਨਾਂ ਦੇ ਵਿੱਚ ਪਹਿਲਾਂ ਸ਼ਾਮਲ ਸੀਗਾ। ਮੈਨੂੰ ਬਿਲਕੁਲ ਉਹਦਾ ਨਾਮ ਦਿਮਾਗ ਚੋਂ ਨਿਕਲ ਗਿਆ। ਔਰ ਉਹ ਇਹਨਾਂ ਨਾਲ 2-3 ਮਹੀਨੇ ਉਹਨੇ ਕੰਮ ਕੀਤਾ। ਉਹਨੇ ਬਾਹਰ ਆ ਕੇ ਇਹ ਦੱਸਿਆ ਸੀਗਾ ਕਿ ਕੱਲਾ ਦੀਪ ਸਿੱਧੂ ਨਹੀਂ, ਜਿਹੜੇ ਉਹਦੇ ਆਲੇ ਦੁਆਲੇ ਬੰਦੇ ਨੇ, ਉਹ ਕਹਿੰਦਾ ਉਹਨੂੰ ਉੱਥੇ ਸਿੱਟਣਗੇ ਜਿੱਥੋਂ ਮੁੜ ਕੇ ਬੰਦਾ ਉੱਠ ਨਹੀਂ ਸਕਦਾ। ਕਿਉਂਕਿ ਸਾਥੀ ਜੀ ਚੱਕਰ ਕੀ ਹੋਇਆ, ਦੀਪ ਸਿੱਧੂ ਜਿਹੜਾ ਹੈਗਾ ਆ, ਉਹਨੂੰ RSS ਨੇ ਜਾਂ BJP ਨੇ ਭੇਜਿਆ, ਤੇ ਉਹਨੇ ਆਉਂਦਾ ਹੀ ਉਹਨੇ ਧਰਮ ਦਾ ਜਿਹੜਾ ਸੀਗਾ ਉਹ ਜਿਹੜਾ ਸਿੱਕਾ ਸੀ ਉਹ ਵਰਤਣਾ ਸ਼ੁਰੂ ਕਰਤਾ ਆਉਂਦੇ ਹੀ। ਉਹ ਜਿਹੜੀ ਭਾਸ਼ਾ ਸੀ ਉਹਦੀ ਟੋਟਲੀ ਉਹਨੇ ਉਸ ਤਰੀਕੇ ਨਾਲ ਸੰਘਰਸ਼ ਨੂੰ ਲੀਹ ਤੋਂ ਉਤਾਰਨ ਵਾਸਤੇ ਉਹਦੀ ਨਾਲ ਇਹ ਜਿਹੜੇ ਅਜਮੇਰ ਸਿੰਘ ਵਾਲੇ ਗਰੁੱਪ ਆ, ਉਹਨਾਂ ਨੂੰ ਉਹਦੇ ਵਿੱਚ ਉਹ ਸ਼ਾਮਲ ਹੋ ਗਏ। ਉਹਨਾਂ ਨੂੰ ਆਪਣੇ ਹਿਸਾਬ ਨਾਲ ਉਹਨੂੰ ਵਰਤਣਾ ਸ਼ੁਰੂ ਕਰਤਾ। ਸੋ ਉਹ ਬੰਦਾ ਕਹਿ ਕੇ ਗਿਆ ਆ ਵੀ ਇਹਦੇ ਨਾਲ ਜਿਹੜੇ ਮੈਂ ਅੱਜ ਨਾਂ ਲੈਣ ਤੋਂ ਮੈਂ ਹਾਕਮ ਸਿੰਘ, ਹਾਂਜੀ ਹਾਕਮ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ, ਆਪਣੇ ਨਾਲ ਉਹ ਪਿੰਡ ਦਾ ਨਾਂ ਨਾਲ ਲਾਉਂਦੇ ਨੇ ਸ਼ਾਇਦ ਹਾਕਮ ਸਿੰਘ ਹੋ ਸਕਦਾ ਸ਼ਾਇਦ। ਹਾਂ ਮੈਨੂੰ ਨਹੀਂ, ਸ਼ਾਇਦ ਮੈਂ ਗਲਤ ਨਹੀਂ ਗਲਤੀ ਲੱਗ ਰਹੀ ਹੈ ਮੈਨੂੰ, ਗਲਤੀ ਨਹੀਂ ਕੋਈ ਹੋਰ ਨਹੀਂ। ਸੋ ਦੋਸਤੋ ਕਹਿਣ ਦਾ ਭਾਵ ਇਹ ਹੈ ਕਿ ਇਹ ਮੇਰਾ ਖਿਆਲ ਆ ਵੀ ਬਹੁਤ ਚਿਰਾਂ ਤੋਂ, ਜਦੋਂ ਇਹ ਜਿਹੜੀ ਪਹਿਲਾਂ ਵੀ ਸਾਥੀ ਜੀ ਵੀ ਗੱਲ ਕਰਕੇ ਗਏ ਨੇ ਕਿ ਸਿੰਘੂ ਬਾਰਡਰ ਦੇ ਉੱਪਰ ਬਹੁਤ ਵੱਡੀਆਂ ਗਲਤੀਆਂ ਹੋਈਆਂ ਨੇ। ਅਜਮੇਰ ਸਿੰਘ ਵਰਗਿਆਂ ਨੂੰ ਸਟੇਜ ਤੇ ਚੜਾਇਆ ਗਿਆ ਆ,
ਸੁਖਪ੍ਰੀਤ ਉਦੋਕੇ ਵਰਗੇ ਨੂੰ ਸਟੇਜ ਤੇ ਚੜਾਇਆ ਗਿਆ ਆ। ਟਰਾਲੀ ਟਾਈਮਸ ਦੇ ਵਿੱਚ ਜਿਹੜੀ ਪਹਿਲੀ ਇਹਨੇ ਸੰਪਾਦਕੀ ਲਿਖੀ ਆ, ਜਿਹੜੀ ਬਿਲਕੁਲ ਸੰਘਰਸ਼ ਵਿਰੋਧੀ ਸੀਗੀ ਕਿ ਲੋਕਾਂ ਦਾ ਇਹ ਆਪ ਮੁਹਾਰੇ ਆ ਇਕੱਠ ਜਿਹੜਾ ਹੋ ਰਿਹਾ। ਇਹ ਜਿਹੜੀ ਇਹਨਾਂ ਨੇ ਆਪ ਮੁਹਾਰੇ ਨੇ, ਇਹਨੂੰ ਕੋਈ ਦੈਵੀ ਸ਼ਕਤੀ ਇਹਨੂੰ ਕੋਈ ਸੰਚਾਲਨ ਇਹਦਾ ਕਰ ਰਹੀ ਹੈ। ਮਤਲਬ ਇਹਨਾਂ ਨੂੰ ਪੂਰਾ ਅੰਦਾਜ਼ਾ ਸੀਗਾ ਵੀ ਅਸੀਂ ਡਾਇਰੈਕਟਲੀ ਜੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਸੰਘਰਸ਼ ਵਾ, ਜੇ ਇਸ ਸ਼ਾਨਮੱਤਾ ਸੰਘਰਸ਼ ਬਣ ਚੁੱਕਿਆ ਆ, ਜੇ ਆਗੂਆਂ ਦੇ ਇਹ ਡਾਇਰੈਕਟਲੀ ਖਿਲਾਫ ਬੋਲਦੇ ਤੇ ਲੋਕਾਂ ਨੇ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਉੱਥੋਂ ਹੀ ਕੱਢ ਦੇਣਾ ਸੀਗਾ। ਔਰ ਇਹਨਾਂ ਨੇ ਬੜੀ ਛਾਤਰਤਾ ਨਾਲ ਸਾਥੀ ਜੀ ਇਹਨਾਂ ਨੇ ਸੰਘਰਸ਼ ਦੇ ਖਿਲਾਫ ਜਿਹੜਾ, ਮੇਰਾ ਖਿਆਲ ਆਪਾਂ ਨੂੰ ਅਜਮੇਰ ਤੋਂ ਬਾਅਦ ਵਿੱਚ ਮੁੜ ਕੇ ਨਾ ਆਪਣੇ 2-3 ਗੱਲਾਂ ਹੋਰ ਕਰਨਾ ਚਾਹੀਦੀਆਂ। ਅਜਮੇਰ ਤੋਂ ਬਾਅਦ ਵਿੱਚ ਜਿਹੜਾ ਸਿੱਖ ਚਿਹਰਾ ਨਾ, ਇਹ ਇਕੱਲਾ ਨਹੀਂ ਹੈਗਾ, ਸਿਰਫ ਹੈ 2-3 ਹੀ। ਇੱਕ ਅਜੇਪਾਲ ਸਿੰਘ ਬਰਾੜ ਹੈ ਜੀ। ਅੱਜ ਮੈਂ ਗੱਲ ਕਰਨਾ ਚਾਹੁੰਦੀ, ਇਹ ਜਿਹੜਾ ਅਜੇਪਾਲ ਸਿੰਘ ਬਰਾੜ ਹੈ, ਇਹ ਮੋਹਾਲੀ ਚੰਡੀਗੜ੍ਹ ਤੋਂ ਹੈ ਜੀ। ਇਹ ਇਨਸਾਨ ਕੁਝ ਬਹੁਤਾ ਇਹਦੇ ਬਾਰੇ ਅਸੀਂ ਨਹੀਂ ਜਾਣਦੇ, ਪਰ ਘੱਟੋ ਘੱਟ ਇੰਨਾ ਜਾਣਦੇ ਹਾਂ ਕਿ ਇਹ ਆਟੋ ਪਾਰਟਸ ਦੀ ਇਹਦੀ ਬਹੁਤ ਕੋਈ ਵੱਡਾ ਇਹਦਾ ਕਾਰੋਬਾਰ ਹੈ, ਬਹੁਤ ਅਮੀਰ ਬੰਦਾ ਹੈ। ਔਰ ਸਾਨੂੰ ਇਦਾਂ ਲੱਗ ਰਿਹਾ ਹੈ ਕਿ ਸ਼ਾਇਦ ਉਹ ਵਾਲਾ ਜਿਹੜਾ ਚੈਨਲ ਹੈ ਉਹ ਫੰਡਿੰਗ ਦਾ ਉਹ ਚੈਨਲ ਹੈ ਆ, ਇਦਾਂ ਸਾਨੂੰ ਲੱਗ ਰਿਹਾ ਹੈ ਕਿ ਜਿਹੜੀ ਫੰਡਿੰਗ ਆ ਸ਼ਾਇਦ ਇਹ ਅਜੇਪਾਲ ਜਿਹੜਾ ਬਰਾੜ ਆ ਉਹਦੇ ਜਿਹੜੀ ਪੱਖੋਂ ਹੋ ਰਹੀ ਹੈ। ਹਾਂਜੀ ਸਾਥੀ ਜੀ ਤੁਸੀਂ ਗੱਲ ਕਰੋ। ਵੀ ਉਹ ਇਦਾਂ ਸੀਗਾ, ਮਤਲਬ ਜਾਣੀ ਵੀ ਜਿਹੜਾ 2-3 ਹੈਗੇ ਆ ਮੁੜ ਕੇ ਸੁਖਜੀਤ ਉਦੋਕੇ ਜਾਂ ਜਿਹੜਾ ਮੁੜ ਕੇ ਜਿਹੜਾ ਹੈਗਾ ਵੀ ਆਪਾਂ ਕਹਿ ਦੋ ਵੀ ਇਹ ਜਿਹੜਾ ਅਜਮੇਰ ਆ ਜਾਂ ਇਹ ਜਿਹੜੀ ਤਕਰੀਬਨ ਇਹ 2 ਬੰਦੇ ਜਿਹੜੇ ਹੈਗੇ ਆ, ਇਹ ਤਾਂ ਹੈਗੇ ਆ ਉਹਨਾਂ ਵਜੇ ਇਹ ਚਿਹਰਾ ਤਾਂ ਇਹੀ ਆ ਇਹਨਾਂ ਕੋਲੇ। ਉਦੋਂ ਬਾਅਦ ਚ ਮੁੜ ਕੇ ਜਿਵੇਂ ਪਰਮਜੀਤ ਫਗਵਾੜਾ ਆ ਗਿਆ ਜਾਂ ਦੀਪ ਸਿੱਧੂ, ਲੱਖਾ ਸਧਾਣਾ, ਇਹ ਤਾਂ ਉਦੋਂ ਬਾਅਦ ਚ ਮੁੜ ਕੇ ਇਹ ਤਾਂ ਸਟੇਟ ਦੀ ਲੋੜ ਦੇ ਵਿੱਚੋਂ ਮੁੜ ਕੇ ਖੜੇ ਕੀਤੇ ਤੇ ਮੁੜ ਕੇ ਫਿਰ ਇਹਨੂੰ ਇਹ ਕਿਹਾ ਵੀ ਤੁਸੀਂ ਫਲਾਣੇ ਪਾਸੇ ਉਹਨੂੰ ਤੋਰੇ ਆ ਵੀ ਤੁਹਾਨੂੰ ਇੱਥੋਂ ਜਿਹੜੀ ਹੈਗੀ ਆ ਵੀ ਤੁਹਾਨੂੰ ਅਗਵਾਈ ਮਿਲ ਸਕਦੀ ਹੈ। ਇਸ ਵਾਸਤੇ ਮੁੜ ਕੇ ਵੀ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਜਦੋਂ ਅਸੀਂ 26 ਨਵੰਬਰ ਨੂੰ ਜਿਹੜੇ ਹੈਗੇ ਆ ਜਿਹੜੇ ਇੱਧਰਲੇ ਪਾਸੇ ਦਿੱਲੀ ਨੂੰ ਤੁਰੇ ਆ, ਤਾਂ ਉਦੋਂ 26 ਨਵੰਬਰ ਦੇ ਵਿੱਚ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦਾ ਇਹ ਸੀਗਾ ਕਿ ਅਸੀਂ ਮੁੜ ਕੇ ਜਿਹੜੇ ਹੈਗੇ ਆ ਜਿਹੜੇ ਆਹ 3 ਕਾਨੂੰਨ ਆ, ਜਿਹੜੇ ਕੁੱਲ 5 ਕਾਨੂੰਨ ਆ, 3 ਜਿਹੜੇ ਕਾਨੂੰਨ ਬਣ ਚੁੱਕੇ, ਜਿਹੜੇ 2 ਦੇ ਜਿਹੜੇ ਹੈਗੇ ਆ ਵੀ ਉਹਨਾਂ ਦੇ ਉਹ ਹਜੇ ਕਾਨੂੰਨ ਨਹੀਂ ਬਣੇ, ਵੀ ਇਹਨਾਂ ਨੂੰ ਅਸੀਂ ਰੱਦ ਕਰਾਉਣਾ। ਤਾਂ ਉਦੋਂ ਬਾਅਦ ਚ ਜਦੋਂ 26 ਦਸੰਬਰ ਨੂੰ ਮੁੜ ਕੇ ਜਿਹੜੇ ਹੈਗੇ ਆ ਵੀ ਅਸੀਂ ਦਿੱਲੀ 'ਚ ਪਹੁੰਚ ਗਏ ਆ, ਤਾਂ ਉਦੋਂ ਤੋਂ ਲਾ ਕੇ ਹੁਣ ਤੱਕ ਜਿਹੜਾ ਸੀਗਾ ਉਹ ਕਾਨੂੰਨਾਂ ਬਾਰੇ ਜਿਹੜੀ ਹੈਗੀ ਉਹ ਗੱਲਬਾਤ ਚੱਲਦੀ ਹੈ, ਉਹਦੇ ਤੇ ਸਰਕਾਰ ਦੇ ਸਾਡਾ ਟਕਰਾਅ ਚੱਲ ਰਿਹਾ। ਤਾਂ ਉਹ ਤੋਂ ਬਾਅਦ ਚ ਮੁੜ ਕੇ ਜਾਣੀ ਵੀ ਜਦੋਂ ਆ ਕੇ ਭਾਵੇਂ ਲੱਖੇ ਸਿਧਾਣੇ ਹੁਣ ਜਿਹੜੇ ਹੈਗੇ 26 ਨਵੰਬਰ ਦੇ ਵਿੱਚ ਜਿਹੜੇ ਸੀਗੇ ਨਵੰਬਰ ਦੇ ਵਿੱਚ, ਇਹ ਉਦੋਂ ਸਾਡੇ ਨੂੰ ਪਹਿਲਾਂ ਇੱਥੇ ਆ ਗਏ ਸੀ। ਪਰ ਉਹ ਤੋਂ ਬਾਅਦ ਚ ਮੁੜ ਕੇ ਜਦੋਂ ਇਹਨਾਂ ਦੇ ਆਉਣ ਦੇ ਨਾਲ ਜਦੋਂ ਹੁਣ ਆ ਕੇ 25 ਜਿਹੜੀ ਹੈਗੀ ਆ ਸਾਡੀ ਜਨਵਰੀ ਆਈ ਆ, 25 ਜਨਵਰੀ ਵਿੱਚ ਮੁੜ ਕੇ ਆ ਕੇ ਜਦੋਂ ਜਿਹੜੇ ਸੀਗੇ ਵੀ ਸਭ ਤੋਂ ਪਹਿਲਾਂ ਜਦੋਂ ਹੁਣ ਤੱਕ ਦੇ ਜਿਹੜੇ ਸਾਡੀਆਂ 32 ਜਥੇਬੰਦੀਆਂ ਉਹਨਾਂ ਦਾ ਜਿਹੜਾ ਉਹਨਾਂ ਨੇ ਜਿਹੜੀ ਹੈਗੀ ਆ ਵੀ ਉਹ ਪਹਿਲਾਂ ਜੋ ਮੰਗਿਆ ਸੀ ਸਰਕਾਰ ਤੋਂ ਇਜਾਜ਼ਤ ਮੰਗੀ ਆ ਵੀ ਅਸੀਂ ਜਿਹੜਾ ਇਹਦੇ ਜਿਹੜਾ ਸ਼ਹਿਰ 'ਚ ਜਾਣਾ ਚਾਹੁੰਦੇ ਆ, ਉਹਨਾਂ ਨੇ ਦਿੱਤਾ। ਪਹਿਲਾਂ ਜੋ ਮੁੜ ਕੇ ਜਿਹੜਾ ਉਹਨਾਂ ਨੇ ਦੱਸਿਆ ਭਾਈ ਉਹਨੇ ਗਿਣਤੀ ਕਰਾਈ ਵੀ ਤੁਹਾਡਾ 47 ਜਿਹੜਾ ਹੈਗਾ ਕਿਲੋਮੀਟਰ ਦਾ, ਜੇ ਤੁਸੀਂ ਚਾਹੋ ਤਾਂ ਇਹਦੀ 47 ਤੁਹਾਡੇ ਹੋ ਸਕਦਾ ਟਰੈਕਟਰ ਤੁਹਾਡਾ 1.5 ਲੱਖ 2 ਲੱਖ ਅਜੇ ਵੀ ਨਹੀਂ ਆਉਣਾ। ਤਾਂ ਸਾਡੀਆਂ ਜਥੇਬੰਦੀਆਂ ਨੇ ਸਮਝੌਤਾ ਕੀਤਾ ਤੇ ਉਹ ਚਾਹੇ 5 ਦਿਨ ਪਹਿਲਾਂ ਕੋਈ ਹੋਰ ਹੋਇਆ ਹੋਵੇ, 10 ਦਿਨ ਪਹਿਲਾਂ ਹੋਇਆ ਹੋਵੇ, ਤੇ ਘੱਟੋ ਘੱਟ ਬੱਤੀਆਂ ਨੇ ਸਮਝੌਤਾ ਕੀਤਾ। ਤਾਂ ਉਹਦੇ ਵਿੱਚ ਮੁੜ ਕੇ ਕੀ ਹੋਇਆ ਤੇ ਉਦੋਂ ਬਾਅਦ ਚ ਉਦੋਂ ਫਿਰ ਉਹ ਜਿਹੜੀ ਸਰਕਾਰ ਨਾਲ ਉਹਨੇ ਸਹਿਮਤੀ ਬਣਾਈ ਆ। ਉਦੋਂ ਬਾਅਦ ਚ ਮੁੜ ਕੇ ਆ ਕੇ ਵੀ ਜਦੋਂ ਇਹ 25 ਦੀ ਰਾਤ ਨੂੰ ਜਦੋਂ ਮੁੜ ਕੇ ਜਿਹੜਾ ਹੈਗਾ ਵੀ ਇਹ ਉੱਥੇ ਇਹ ਜਿਹੜੀ ਮੀਟਿੰਗ ਸਾਦੇ ਆ 25 ਦੀ ਰਾਤ ਨੂੰ ਮੁੜ ਕੇ ਜਿਹੜੇ ਹੈਗੇ ਪੁਲਿਸ ਦੀ ਗੱਡੀ ਆਉਂਦੀ ਆ, ਉਹ ਚਾਹਲਾ ਅਫਸਰ ਆਉਂਦੇ ਆ, ਉਹਦੇ ਵਿੱਚ ਆ ਕੇ ਜਿਹੜੀ ਮੁੜ ਕੇ ਹੈਗੀ ਆ ਇਹਨਾਂ ਨਾਲ ਗੱਲ ਹੁੰਦੀ ਆ। ਉਹ ਗੱਲ ਦੇ ਵਿੱਚ ਮੁੜ ਕੇ ਆ ਕੇ ਮੁੜ ਕੇ ਉਹਨੂੰ ਇਹਨਾਂ ਜਿਹੜਾ ਹੈਗਾ ਇਹ ਦੱਸਿਆ ਜਾਂਦਾ ਮੁੜ ਕੇ ਵੀ ਟਰੈਕਟਰ ਕਿੱਥੇ ਖੜੇ ਆ, ਤੁਸੀਂ ਕਦੋਂ ਨਿਕਲਣਾ, ਕੀ ਗੱਲਬਾਤ ਆ। ਵੀ ਇਹਨਾਂ ਨੇ 10:30 ਵਜੇ ਨੂੰ ਆ ਕੇ ਜਿਹੜਾ ਲੱਖਾ ਸਿਧਾਣਾ ਇਹ ਆ ਕੇ ਉੱਥੇ ਐਲਾਨ ਕਰਤਾ ਵੀ ਭਾਈ ਤੁਹਾਡੀ ਗੱਲ ਮੰਨੀ ਗਈ ਆ, ਤੁਸੀਂ 10 ਦੀ ਬਜਾਏ ਤੁਸੀਂ ਜਿਹੜਾ ਹੈਗਾ 7 ਵਜੇ ਇੱਥੇ ਆਉਣਾ ਹੈਗਾ, ਇੱਥੋਂ ਇੰਨੇ ਕਿਲੋਮੀਟਰ ਜਿਹੜੇ ਹੈਗੇ ਉਹ ਟਰੈਕਟਰ ਖੜੇ ਆ, ਤੇ ਉਹਦੇ ਨਾਲ ਜਿਹੜੇ ਉਹ ਟਰੈਕਟਰ ਖੜੇ ਤੁਸੀਂ 7 ਵਜੇ ਤੋਂ ਆ ਕੇ ਨਿਕਲ ਜਾਣਾ। ਤਾਂ ਉਹਦੇ ਨਾਲ ਕੀ ਹੋਇਆ ਜਦੋਂ ਉਹਨਾਂ ਨੇ ਇਹ ਗੱਲ ਹੋ ਗਈ ਵੀ 7 ਵਜੇ ਤੱਕ ਆਉਣਾ, ਤਾਂ ਉਹਦੇ ਨਾਲ ਅਗਵਾ ਵੜ ਕੇ ਵੀ ਜਿਹੜੀ ਉਹ ਕਾਹਦੀ ਬਾਬਤ ਜਾ ਰਹੇ ਉਹ 7 ਵਜੇ ਨੂੰ, ਜਦੋਂ ਕਿ ਬਾਕੀ ਜਥੇਬੰਦੀਆਂ ਜਿਨ੍ਹਾਂ ਨੇ ਜਿਹੜੀਆਂ 26 ਨਵੰਬਰ ਤੋਂ ਲੈ ਕੇ ਤੱਕ ਪਹੁੰਚੀਆਂ, ਜਿਨ੍ਹਾਂ ਨੇ ਇਹ ਕਾਨੂੰਨਾਂ ਦੇ ਬਾਬਤ ਮੁੜ ਕੇ ਜਿਹੜਾ ਹੈਗਾ ਇੱਥੇ ਜਿਹੜਾ ਸੰਘਰਸ਼ ਵਿੱਢਿਆ ਹੋਇਆ, ਉਹਨਾਂ ਤੋਂ ਉਲਟ ਜਾ ਕੇ ਵੀ ਉਸ ਜਗ੍ਹਾ ਰਾਤ ਨੂੰ 10:30 ਵਜੇ ਮੁੜ ਕੇ ਜਾ ਕੇ ਪਹਿਲਾਂ ਤਾਂ ਇਹਨਾਂ ਨੇ ਮੁੜ ਕੇ ਜਿਹੜੀ ਸੀ ਉਹ ਜਿਹੜੀ 32 ਮੈਂਬਰੀ ਕਮੇਟੀ ਆ ਉਹ ਭੰਗ ਕੀਤੀ ਆ। ਫਿਰ ਇਹਨਾਂ ਨੇ 5 ਜਿਹੜੀ ਮੈਂਬਰੀ ਕਮੇਟੀ ਉਹ ਆਪਦੀ ਬਣਾਈ ਆ, ਫਿਰ ਉਹਨਾਂ ਦੇ ਆਧਾਰ ਦੇ ਉੱਤੇ ਮੁੜ ਕੇ ਜਾ ਕੇ ਇਹਨਾਂ ਨੇ ਉਹਨਾਂ ਦਾ ਜਿਹੜਾ ਏਜੰਡਾ ਸੀ 32 ਜਥੇਬੰਦੀਆਂ ਦਾ, ਉਹਨੂੰ ਮੁੜ ਕੇ ਜਿਹੜਾ ਸੀ ਉਹਨੂੰ ਸਾਬੋਤਾਜ ਕੀਤਾ, ਉਹਨੂੰ ਪਾਸੇ ਕੀਤਾ। ਉਹ ਕਰਨ ਤੋਂ ਬਾਅਦ ਮੁੜ ਕੇ ਫਿਰ ਇਹਨੇ ਕਿਹਾ ਮੁੜ ਕੇ ਵੀ ਨਹੀਂ, ਆਪਣਾ ਕੰਮ ਜਿਹੜਾ ਮੁੜ ਕੇ ਜਿਹੜਾ ਇਹਨਾਂ ਜਿਹੜੀ ਕਿਸਾਨੀ ਦੇ ਨਾਲ ਜਿਹੜੀਆਂ ਮੰਗਾਂ ਹੈ ਜਾਂ ਜਿਹੜੀ ਜ਼ਮੀਨ ਦਾ ਮਾਮਲਾ ਜਾਂ ਜਿਹੜੇ ਕਾਨੂੰਨਾਂ ਦਾ ਮਾਮਲਾ, ਉਹਨੂੰ ਛੱਡ ਕੇ ਮੁੜ ਕੇ ਇਹਨਾਂ ਨੇ ਜਿਹੜਾ ਸੀਗਾ ਇਹਨੂੰ ਧਾਰਮਿਕ ਮਾਮਲਾ ਜਿਹੜਾ ਸ਼ੁਰੂ ਕੀਤਾ। ਇਹ ਕਹਿਤਾ ਮੁੜ ਕੇ ਵੀ ਆਪਾਂ ਉਹਨਾਂ ਨੇ ਘੱਟੋ ਘੱਟ ਰਾਤ ਨੂੰ 2 ਵਜੇ ਤੱਕ ਸਪੀਕਰ ਦੇ ਵਿੱਚ ਬਹੁਤ ਰੌਲਾ ਪਾਇਆ
ਇਹਨਾਂ ਬੱਤਿਆਂ ਨੂੰ ਗਾਲਾਂ ਬਹੁਤ ਜ਼ਿਆਦਾ ਕੱਢੀਆਂ, ਲੋਕਾਂ ਨੇ ਸੁਣਿਆ, ਸਾਰਾ ਕੁਝ ਸੁਣਿਆ ਜੀ, ਹਾਂ। ਤੇ ਉਦੋਂ ਬਾਅਦ ਚ ਮੁੜ ਕੇ ਉਹਦੇ ਵਿੱਚ ਇਹ ਕਿਹਾ ਮੁੜ ਕੇ ਵੀ ਤੜਕੇ ਭਾਈ ਅਸੀਂ 7 ਵਜੇ ਜਿਹੜਾ ਜਾਣਾ, ਅਸੀਂ ਇਹਨਾਂ ਦੀ ਜਿਹੜੀ ਲਾਈਨ ਉਹ ਨਹੀਂ ਮੰਨਦੇਗੇ, ਤੇ 7 ਵਜੇ ਮੁੜ ਕੇ ਜਾ ਕੇ ਜਿਹੜਾ ਅਸੀਂ ਜਿਹੜਾ ਹੈਗਾ ਲਾਲ ਕਿਲ੍ਹਾ ਅਸੀਂ ਉਹਦੇ ਉੱਤੇ ਜਿਹੜਾ ਕਬਜ਼ਾ ਕਰਨਾ। ਇਹ ਕਬਜ਼ੇ ਦੀਆਂ ਜਿਹੜੀਆਂ ਗੱਲਾਂ ਸੀਗਾ ਇਹਨਾਂ ਕੋਲ ਆਈਆਂ। ਹੁਣ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਕੀ ਜਿਹੜੀ ਗੱਲ ਦੀ ਬਾਤ ਆ ਸਾਡੀਆਂ 32 ਕਿਸਾਨ ਜਥੇਬੰਦੀਆਂ ਇੱਥੇ ਆਈਆਂ ਸੀ, ਕੀ ਉਹ ਜਿਹੜੀਆਂ ਸੀਗੀਆਂ ਉਹ ਜਿਹੜੇ ਕਾਨੂੰਨ ਆ ਉਹ ਵਾਪਸ ਹੋ ਗਏ, ਜੋ ਰੱਦ ਹੋ ਗਏ? ਜੇ ਨਹੀਂ ਹੋਏ ਤਾਂ ਫਿਰ ਕੀ ਜਿਹੜਾ ਕਿਲੇ ਉੱਤੇ ਮੁੜ ਕੇ ਜਿਹਨਾਂ ਨੇ ਝੰਡਾ ਚਲਾਇਆ ਸੀਗਾ ਉਹ ਰਹਿ ਗਿਆ? ਵੀ ਘੱਟੋ ਘੱਟ ਵੀ ਇਸ ਗੱਲ ਦੇ ਵਿੱਚ ਇਹ ਗੱਲ ਧਿਆਨ ਦੇਣੀ ਚਾਹੀਦੀ ਆ ਕਿ ਜੇਕਰ ਇਹਨਾਂ ਨੇ ਝੰਡਾ ਚਲਾਇਆ ਸੀ ਤਾਂ ਫਿਰ ਉਹਦੀ ਰਾਖੀ ਕਰਨੀ ਚਾਹੀਦੀ ਸੀ। ਜੇ ਉਹ ਰਾਖੀ ਨਹੀਂ ਕਰ ਸਕਦੇ ਤਾਂ ਮੁੜ ਕੇ ਫਿਰ ਇਹਦਾ ਅਸੀਂ ਇਹ ਸਮਝਾਂਗੇ ਕਿ ਇਹ ਲੋਕ ਜਿਹੜੇ ਇਹਨਾਂ ਲੋਕਾਂ ਨੇ ਸਾਡੇ ਕਿਸਾਨੀ ਘੋਲ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਪਿੱਠ ਛੁਰਾ ਮਾਰਿਆ। ਇਹਨਾਂ ਲੋਕਾਂ ਨੇ ਜਿਹੜੀ ਕਿਸਾਨਾਂ ਦੀ ਘੋਲ ਨਾਲ ਹਿੰਦੁਸਤਾਨ ਦੇ ਕਿਸਾਨੀ ਘੋਲ ਨਾਲ ਹਿੰਦੁਸਤਾਨ ਦੇ ਕਿਸਾਨਾਂ ਨਾਲ ਜਿਹੜਾ ਸੀਗਾ ਗਦਾਰੀ ਕੀਤੀ ਆ। ਲੋਕਾਂ ਨਾਲ ਜਿਹੜੀ ਇਹਨਾਂ ਨੇ ਗਦਾਰੀ ਕੀਤੀ ਆ। ਘੱਟੋ ਘੱਟ ਵੀ ਜਿਹੜੇ ਇਹਨਾਂ ਦੇ ਹੱਕ 'ਚ ਜਿਹੜੇ ਹੈਗੇ ਆ ਉਹ ਸਵਾਲ ਉਠਾਉਣ ਵਾਲੇ ਆ, ਉਹ ਇਹਨਾਂ ਨੂੰ ਇਹ ਤਾਂ ਪੁੱਛ ਲੈਣ ਵੀ ਜੇਕਰ ਤੁਸੀਂ ਦਿੱਲੀ ਨੂੰ ਚੱਲੇ ਸੀ ਤਾਂ ਜਿਹੜਾ ਕੁਛ ਮੁੜ ਕੇ ਜਿਹੜੀਆਂ 32 ਕਿਸਾਨ ਜਥੇਬੰਦੀਆਂ ਜੋ ਕੁਛ ਕਰ ਰਹੀਆਂ ਸੀ ਉਹਨਾਂ ਦਾ ਤੁਸੀਂ ਵਿਰੋਧ ਕਿਉਂ ਕੀਤਾ? ਕੀ ਤੁਹਾਡੀ ਕੋਈ ਗੱਲਬਾਤ ਹੋਈ? ਇਹੀ ਗੱਲ ਕਹਿ ਦੇਣੀ ਮੁੜ ਕੇ ਜਾ ਕੇ ਵੀ ਅਸੀਂ ਨਹੀਂ ਮੰਨਦੇ। ਕਿ ਨਹੀਂ ਮੰਨਦੇ ਤਾਂ ਤੁਸੀਂ ਆਏ ਕਿਹਦੇ ਨਾਲ ਸੀ? ਕੀ ਤੁਹਾਡਾ ਕੋਈ ਆਪਦਾ ਏਜੰਡਾ ਸੀ? ਜਿਹੜੇ ਏਜੰਡੇ ਤੇ ਆਏ ਉਹ ਏਜੰਡੇ ਨੂੰ ਛੱਡਿਆ ਤੇ ਇਹਦਾ ਮਤਲਬ ਇਹ ਆ ਵੀ ਇਹਨਾਂ ਲੋਕਾਂ ਨੇ ਜਿਹੜੀ ਹੈਗੀ ਆ ਇਹ ਜਿਹੜੀ ਗਦਾਰੀ ਕੀਤੀ ਆ। ਇਸ ਵਾਸਤੇ ਜਿਹੜੇ ਅੱਜ ਜਿਹੜੇ ਪੱਖ 'ਚ ਖੜੇ ਆ ਤਾਂ ਮੈਂ ਉਹਨਾਂ ਨੂੰ ਇੱਕ ਸਵਾਲ ਕਰਦਾ ਕਿ 80 ਦੇ ਦਹਾਕੇ ਦੌਰਾਨ ਜਦੋਂ ਭਿੰਡਰਾਂਵਾਲਾ ਆਉਂਦਾ ਸੀਗਾ ਉਹਨੇ ਮੁੜ ਕੇ ਜਿਹੜਾ ਸੀਗਾ ਵੀ ਇਹ ਜਿਹੜੀ ਆ ਉਸ ਵਕਤ ਦੇ ਮੁੜ ਕੇ ਜਿਹੜਾ ਵੀ ਉਹਨੇ ਕਿਹਾ ਸੀ ਵੀ ਖਾਲਿਸਤਾਨ ਲੈਣਾ, ਕਿ ਉਹ ਖਾਲਿਸਤਾਨ ਲੈ ਲਿਆ? ਤੇ ਅੱਜ ਵੀ ਇਹ ਗੱਲ ਉੱਥੇ ਹੀ ਖੜੀ ਆ। ਇਸ ਵਾਸਤੇ ਮੁੜ ਕੇ ਉਦੋਂ ਨਹੀਂ ਮਿਲਿਆ ਤੇ ਮਿਲਣਾ ਹੁਣ ਵੀ ਨਹੀਂ। ਇਹ ਹੋਇਆ ਵੀ ਨੁਕਸਾਨ ਕਰਤਾ, ਪੈਸਿਆਂ ਦਾ ਨੁਕਸਾਨ ਹੋਇਆ, ਸਾਡੇ ਬੰਦੇ ਜਿਹੜੇ ਪੌਣੇ 200 ਬੰਦੇ ਦੀ ਮੌਤ ਹੋ ਗਈ, ਉਹ ਬੰਦੇ ਸ਼ਹੀਦ ਹੋ ਗਏ। ਤੇ ਉਹ ਤੋਂ ਬਾਅਦ ਚ ਮੁੜ ਕੇ ਜਿਹੜਾ ਸੀਗਾ ਵੀ ਘੱਟੋ ਘੱਟ ਇਹਨਾਂ ਲੋਕਾਂ ਤੋਂ ਇਹ ਸਵਾਲ ਕੀਤਾ ਜਾਣਾ ਚਾਹੀਦਾ ਵੀ ਭਾਈ ਸੱਜਣੋ, ਜੇ ਤੁਸੀਂ ਕੁਝ ਨਹੀਂ ਕਰ ਸਕਦੇ ਘਰੀ ਬਹਿ ਜਾਓ, ਜੇ ਘਰ ਨਹੀਂ ਬਹਿ ਸਕਦੇ ਤਾਂ ਘੱਟੋ ਘੱਟ ਵੀ ਜ਼ਮੀਨ ਜਿਹੜੀ ਆ ਸਾਡੀ ਉਹਨੂੰ ਬਚਾਉਣ ਵਾਸਤੇ ਜਿਹੜੇ ਕਾਨੂੰਨ ਆ ਇਹਨਾਂ ਨੂੰ ਜਿਹੜਾ ਰੱਦ ਕਰਾਉਣ ਵਾਸਤੇ ਇਧਰ ਜ਼ੋਰ ਲਾਓ ਤੇ ਇਸ ਪਾਸੇ ਧਿਆਨ ਦਿਓ। ਜਿਹੜੇ ਮੁੜ ਕੇ ਦੇ ਹੱਕ ਦੇ ਵਿੱਚ ਜਿਹੜੇ ਹੈਗੇ ਆ ਉਹ ਫਤਵੇ ਦਿੰਦੇ ਆ, ਉਹ ਇਹਨਾਂ ਗੱਲਾਂ ਧਿਆਨ ਦੇਣ ਤੇ ਜੇ ਨਹੀਂ ਤਾਂ ਇਹਦਾ ਜਵਾਬ ਦੇਣ। ਇਸ ਵਾਸਤੇ ਅਸੀਂ ਬੇਨਤੀ ਕਰਦੇ ਆ ਕਿ ਲੋਕਾਂ ਦੇ ਜਿਹੜੇ ਹੈਗੇ ਤੁਸੀਂ ਲੋਕਾਂ ਦੇ ਜਿਹੜੇ ਪੱਖ 'ਚ ਖੜੋ, ਇਹ ਕਾਨੂੰਨਾਂ ਦੇ ਪੱਖ 'ਚ ਖੜੋ। ਇਹ ਲੰਮਾ ਸੰਘਰਸ਼ ਆ, ਇਹ ਤਿੰਨਾਂ ਕਾਨੂੰਨਾਂ ਨਾਲ ਭਾਈ ਇਹ ਨਿਬੜਦਾ ਨਹੀਂਗਾ। ਬਹੁਤ ਕੁਝ ਕਰਨਾ ਪੈਣਾ ਹਜੇ ਤੋਂ ਬਾਅਦ ਦੇ ਵਿੱਚ। ਸੋ ਇਹ ਬੇਨਤੀ ਮੈਂ ਕਰੂੰਗਾ ਵੀ ਘੱਟੋ ਘੱਟ ਵੀ ਭਾਈ ਜਿਹੜੀ ਇਹਨਾਂ ਦੇ ਪੱਖ 'ਚ ਖੜਨਾ ਉਹਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਦਾ ਐਨਾਲਿਸਿਸ ਕਰੋ ਯਾਰ, ਇਹਦੀ ਪੜਚੋਲ ਕਰੋ, ਕੋਈ ਬੁਰਾ ਭਲਾ ਨਾ ਕਹੋ। ਬਿਲਕੁਲ ਜੀ। ਇਹਦੇ ਨਾਲ ਦੀ ਨਾਲ ਆਪਣੇ ਕੋਲ ਜਿਹੜੇ ਆਪਣੇ ਲੋਕ ਇਹ ਪ੍ਰਚਾਰ ਕਰ ਰਹੇ ਨੇ ਦੁਨੀਆ ਤੇ, ਸਾਡਾ ਨਿਸ਼ਾਨ ਸਾਹਿਬ ਨਾਲ ਸਾਡਾ ਕੋਈ ਰੌਲਾ ਨਹੀਂ, ਸਾਡਾ ਭਾਰਤ ਬੱਚੇ ਨੂੰ ਆ। ਹਾਂਜੀ ਬਿਲਕੁਲ। ਪਰ ਦੁਨੀਆ ਦੇ ਵਿੱਚ ਜਿਹੜੀਆਂ ਖਬਰਾਂ ਲੱਗੀਆਂ ਨੇ ਉਹਨੂੰ ਐ ਕਰੇ ਵੀ ਵੇਖੋ ਨਿਸ਼ਾਨ ਸਾਹਿਬ ਚੜ ਗਿਆ, ਦੁਨੀਆ ਦੇ ਵਿੱਚ ਖਬਰਾਂ ਲੱਗੀਆਂ। ਉਹ ਭਰਾਵੋ ਇਹੀ ਤੇ ਕਰਨਾ ਚਾਹੁੰਦੇ ਸੀ, ਉਹ ਦੁਨੀਆ ਦੇ ਵਿੱਚ ਉਹੀ ਤੇ ਖਬਰਾਂ ਲਵਾਉਣੀਆਂ ਚਾਹੁੰਦੇ ਸੀ। ਕਿਸਾਨੀ ਘੋਲ ਤੋਂ ਧਿਆਨ ਜਿਹੜਾ ਸਾਰਿਆਂ ਦਾ ਹਟੇ, ਜਿਹੜਾ ਦਬਾਅ ਬਣਿਆ ਸੀਗਾ ਉਹ ਦੁਬਾਰਾ ਤੋਂ ਸਾਨੂੰ ਥੋੜਾ ਜਿਹਾ ਬੈਕਫੁੱਟ ਤੇ ਆ ਗਏ ਆ। ਪਰ ਕੋਈ ਨਹੀਂ, ਜਿੱਦਾਂ ਸਾਥੀ ਜੀ ਨੇ ਸਾਨੂੰ ਸ਼ੁਰੂ 'ਚ ਦੱਸਿਆ ਕਿ ਦੁਬਾਰਾ ਉੱਥੇ ਤੱਕ ਅਸੀਂ ਪਹੁੰਚ ਗਏ ਆ 2-4 ਦਿਨਾਂ 'ਚ। ਇੱਕ ਮੈਂ ਆਖਰੀ ਗੱਲ ਉਹਨੂੰ ਜੀ ਹੋਰ ਕਹਿਣੀ ਚਾਹੂੰਗਾ, ਅਸੀਂ 84 ਰਿਪੀਟ ਨਹੀਂ ਹੋਣ ਦੇਣਾ। ਇਹ ਲੱਖੇਜ਼ਾਨ ਜਿਹੜੀ ਨਵੀਂ ਵੀਡੀਓ ਆਈ ਹੈ ਉਹ 'ਚ ਧਮਕੀਆਂ ਦੇ ਰਿਹਾ ਇਹ ਜਦੋਂ ਪਹਿਲਾਂ ਕਿਸਾਨਾਂ ਤੇ ਪਰਚੇ ਹੋਏ ਸੀਗੇ ਉਦੋਂ ਕਹਿ ਰਿਹਾ ਸੀਗਾ ਕਿ ਮੈਂ ਲੱਤਾਂ ਤੋੜ ਦੂੰ, ਅੱਖਾਂ ਕੱਢ ਲੂੰ ਜਿਹੜੇ ਕਿਸਾਨੀ ਜਥੇਬੰਦੀਆਂ ਦੇ ਆਗੂਆਂ ਤੇ ਕੁਝ ਕਹਿਣਗੇ। ਇਹ ਹੁਣ ਬਾਹਰ ਆ ਕੇ ਪੂਰਾ ਡਰਾਮਾ ਕਰ ਰਿਹਾ ਹੈ, ਰੋਣ ਦਾ ਡਰਾਮਾ ਕਰ ਰਿਹਾ, ਪੂਰੀ ਐਕਟਿੰਗ ਕਰ ਰਿਹਾ ਹੈ ਔਰ ਕਹਿੰਦਾ ਮੈਂ ਬਾਹਰ ਆ ਕੇ ਮੈਂ ਵੇਖੂੰਗਾ। ਇਹ ਮੁੜ ਕੇ ਇਹ ਸਮਾਂ ਏਦਾਂ ਨਹੀਂ ਹੁੰਦਾ ਕਿ ਉਹੀ ਸਮਾਂ ਬਾਰ-ਬਾਰ ਰਿਪੀਟ ਹੋਵੇ। ਦੁਨੀਆ ਬਹੁਤ ਬਦਲ ਚੁੱਕੀ ਹੈ, ਬਹੁਤ ਕੁਝ ਸਾਹਮਣੇ ਆ ਚੁੱਕਿਆ। ਲੋਕਾਂ ਨੇ 84 ਵਾਲੇ ਸਾਰੇ ਸੰਘਰਸ਼ ਦਾ ਐਨਾਲਿਸਿਸ ਕਰ ਚੁੱਕੇ ਨੇ। ਉਹ ਏਦਾਂ ਰਿਪੀਟ ਨਹੀਂ ਹੋਣੀਆਂ ਹੈਗੀਆਂ ਗੱਲਾਂ। ਇਹ ਅਸੀਂ ਜਾਂ ਸਾਡੇ ਕਿਸਾਨ ਜਥੇਬੰਦੀਆਂ ਨੇ ਉਹਨੂੰ ਕੋਈ ਇਹੋ ਜਿਹੀ ਧਮਕੀ ਨਹੀਂ ਦਿੱਤੀ ਅੱਜ ਕੱਲ, ਤੇ ਇਹ ਤੁਸੀਂ ਵੀ ਇਹੋ ਜਿਹੀਆਂ ਧਮਕੀਆਂ ਨਾ ਦਿਓ। ਇਹ ਸਮਾਂ ਬਦਲ ਚੁੱਕਿਆ, ਇਹਨਾਂ ਗੱਲਾਂ ਦਾ ਕੋਈ ਮਹਿਨ ਨਹੀਂ ਰਹਿ ਗਿਆ। ਇਹ ਸਿਧਾਂਤਕ ਜਿਹੜੀ ਲੜਾਈ ਲੜੀ ਜਾਣੀ ਆ, ਇਹ ਇਦਾਂ ਦੇ ਇਹ ਡਾਂਗ ਸੋਟੇ ਤੇ ਮਾਰ ਮਰਾਉਣ ਵਾਲੀਆਂ ਗੱਲਾਂ ਇਹ ਨਾ ਕੀਤੀਆਂ ਜਾਣ। ਅਸੀਂ ਕਿਸਾਨ ਜਥੇਬੰਦੀਆਂ ਨੂੰ ਇੱਕ ਬੇਨਤੀ ਕਰਦੇ ਆ ਕਿ ਜਿਹੜਾ ਜਿੱਥੋਂ ਤੱਕ ਲੱਖੇ ਸਿਧਾਣੇ ਦਾ ਸਵਾਲ ਆ, ਇਹਨੂੰ ਨਿਰਪੱਖ ਕਹਿ ਕੇ ਮੁੜ ਕੇ ਜਿਹੜਾ ਸਾਡੇ ਮੁੜ ਕੇ ਦੁਬਾਰਾ ਇਸ ਪਾਸੇ ਨੂੰ ਜਿਹੜਾ ਹੈ ਮੂਵ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਸੱਜਣੋ, ਇੱਕ ਬੰਦਾ ਜੇ ਸਾਡੇ ਵਿੱਚ ਨਹੀਂ ਰਹੂਗਾ, ਨਹੀਂ ਕੰਮ ਕਰੂਗਾ, ਉਹ ਜਿਉਂਦਾ ਰਹੇ ਮਰ ਜਾਏ, ਕੋਈ ਫਰਕ ਨਹੀਂ ਪੈਣ ਲੱਗਾ। ਪਰ ਇੱਕ ਤੇ ਇਹ ਨਾ ਹੋਵੇ ਕਿ ਅਸੀਂ 2-4 ਸਾਲਾਂ ਤੱਕ ਮੁੜ ਕੇ ਦੁਬਾਰਾ ਜਿਹੜਾ ਹੈਗਾ ਉਹ ਦੀਪ ਸਿੱਧੂ ਫੇਰ ਬਣ ਜੇ। ਲੱਖਾ ਸਣਾ ਵਿਸ਼ਵਾਸ ਇਹਦਾ ਕੋਈ ਨਹੀਂਗਾ। ਇਹ ਬੰਦਾ ਉਹਨਾਂ ਦਾ ਜਿਹੜਾ ਬੰਦਾ ਹੁਣ ਪਤਾ ਨਹੀਂ ਕਿੰਨੇ ਕਤਲ ਕੀਤੇ ਆ, ਕਤਲਾਂ ਵਿੱਚੋਂ ਮੁੜ ਕੇ ਜਿਹੜਾ ਹੈਗਾ ਦੋਹਾਂ ਸਰਕਾਰਾਂ ਨੇ ਮੁੜ ਕੇ ਤੇ ਕਤਲ ਵਾਪਸ ਲਏ ਆ। ਤੇ ਲੱਗਦਾ ਕਿਸੇ ਦਾ ਕੀ ਹੈ ਇਸ ਵਾਸਤੇ ਇਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ। ਇੱਕ ਬੰਦਾ ਘੱਟ ਜਿਹੜਾ ਰੱਖ ਲਓ, ਪਰ ਇਹ ਬੰਦਾ ਇਹਨਾਂ ਸਫਾਂ 'ਚ ਜਿਹੜੀਆਂ ਸਫਾਂ ਲੋਕਾਂ ਦੀਆਂ, ਜਿਹੜੇ ਲੋਕਾਂ ਦੇ ਜਿਹੜੇ ਹੈਗੇ ਆਗੂ ਆ,
ਉਹਨਾਂ ਸਭਾ ਦੇ ਵਿੱਚ ਘੱਟੋ ਘੱਟ ਵੀ ਇਹ ਨਿੰਦਿਆ ਜਾਣਾ ਚਾਹੀਦਾ, ਘੱਟੋ ਘੱਟ ਵੀ ਜਿਹੜੇ ਇਹਨੂੰ ਪਾਸੇ ਰੱਖਣਾ ਚਾਹੀਦਾ, ਤੇ ਜਿਹੜੇ ਇਹਦੇ ਹੱਕ ਦੇ ਵਿੱਚ ਬੋਲਦੇ ਆ ਉਹ ਘੱਟੋ ਘੱਟ ਇਸ ਗੱਲ ਦੀ ਸੰਗ ਮੰਨਣ ਵੀ ਯਾਰ ਹੁਣ ਤੱਕ ਜਿਹੜਾ ਕੁਝ ਹੋਇਆ, ਜਿਹੜਾ ਕੁਝ ਸਾਹਮਣੇ ਆ ਗਿਆ, ਅਸੀਂ ਇੱਥੇ ਸਿੱਧੇ ਇਲਜ਼ਾਮ ਲਾਉਂਦੇ ਆ ਮੁੜ ਕੇ ਵੀ ਟਰੈਕਟਰ ਲਿਆ ਕੇ ਘੜਿਆ ਜਾਂ ਕਹਿੰਦਾ ਅੱਧਾ ਕਿਲੋਮੀਟਰ ਤੋਂ ਜਾ ਵੜਿਓ, ਲੈ ਕੇ ਉਹਨੂੰ ਬੰਦੇ ਨੂੰ ਇਹ ਆਪ ਜਾਂਦਾ, ਦੋਵੇਂ ਬੰਦੇ ਲੈ ਕੇ ਜਾਂਦੇ ਆ ਜਿਹੜਾ ਦੇ ਹੱਥ ਸੀ ਟਾਈਮ ਖਤਮ ਹੋ ਗਿਆ। ਹਾਂ ਬਿਲਕੁਲ ਜੀ, ਸਾਡਾ ਸਮਾਂ ਸਮਾਪਤ ਹੈ। ਬੀਤੇ ਕੱਲ ਅਸੀਂ ਹਰ ਐਤਵਾਰ ਦੀ ਤਰ੍ਹਾਂ ਇੱਥੇ ਜਿਹੜਾ ਭਾਰਤੀ ਕਮਿਸ਼ਨ ਦਾ ਹਾਈ ਕਮਿਸ਼ਨ ਦਾ ਦਫ਼ਤਰ ਆ ਉੱਥੇ ਸੀਗੇ 1:30 ਵਜੇ ਦੁਪਹਿਰੇ। ਸਾਡਾ ਉਹ ਤਰੀਕਾ ਆ ਕਿਸਾਨਾਂ ਨਾਲ ਸੋਲੀਡੈਰਿਟੀ ਕਰਨ ਦਾ ਜਿਹੜੇ ਉੱਥੇ ਬਾਰਡਰਾਂ ਤੇ ਬੈਠੇ ਨੇ। ਤਾਂ ਅਗਲੇ ਐਤਵਾਰ ਵੀ ਅਸੀਂ ਫਿਰ 1:30 ਵਜੇ 133 ਓਨੀਹੰਗਾ ਮਾਲ, ਓਨੀਹੰਗਾ ਆਕਲੈਂਡ ਵਿਖੇ ਹੋਵਾਂਗੇ। ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਸਾਥ ਦਿਓ। ਇੰਨੀ ਦੂਰ ਬੈਠੇ ਇਹੋ ਜਿਹੇ ਸਾਡੇ ਕੋਲ ਤਰੀਕੇ ਨੇ, ਇਹੋ ਜਿਹੇ ਸਾਧਨ ਨੇ ਕਿ ਅਸੀਂ ਸਮਰਥਨ ਕਰ ਸਕੀਏ ਉਸ ਘੋਲ ਦਾ। ਔਰ ਕਾਫੀ ਵਾਰੀ ਇਹ ਵੀ ਰਿਕੁਐਸਟ ਹੁੰਦੀ ਹੈ ਕਿ ਇੱਥੋਂ ਦੀ ਪਾਰਲੀਮੈਂਟ ਨੂੰ ਕਹੋ ਕਿ ਉਹ ਉੱਥੇ ਸਰਕਾਰ ਦੇ ਖਿਲਾਫ ਕੁਛ ਕਰਨ। ਮੈਂ ਯਾਦ ਦਿਵਾ ਦੇਵਾਂ ਕਿ ਨਿਊਜ਼ੀਲੈਂਡ ਸਰਕਾਰ ਵੀ WTO ਦੀ ਮੈਂਬਰ ਆ ਤੇ ਉਹਨੇ ਵੀ ਗੈਟ ਦਾ ਸਮਝੌਤਾ ਸਾਈਨ ਕੀਤਾ ਹੋਇਆ ਸੀਗਾ। ਸੋ ਇਹ ਇਦਾਂ ਨਹੀਂ ਕਰਨਗੇ, ਇਹਨਾਂ ਕੋਲੋਂ ਇਹ ਆਸ ਛੱਡ ਦਈਏ ਤਾਂ ਖੁਦ ਆਪਣੇ ਤਰੀਕਿਆਂ ਨਾਲ ਅਸੀਂ ਜਿੰਨਾ ਕਿ ਸੋਲੀਡੈਰਿਟੀ ਕਰ ਸਕਦੇ ਹਾਂ ਕਰੀਏ। ਤਾਂ ਅਗਲੇ ਐਤਵਾਰ ਮਿਲਾਂਗੇ ਜੀ, ਤੇ ਉਸ ਤੋਂ ਬਾਅਦ ਅਗਲੇ ਸੋਮਵਾਰ ਇਸ ਰੇਡੀਓ ਸਟੇਸ਼ਨ ਤੇ ਮਿਲਾਂਗੇ ਜੀ। ਨਾਰਾ ਖਿਲਾਉਣਾ ਚਾਹੂੰਗਾ ਜੈਮਲ ਸਿੰਘ ਪੱਡਾ, 10 ਸੈਕਿੰਡ ਨੇ, ਜਲਦੀ ਨਾ ਹਿੰਦੂ ਰਾਜ ਨਾ ਖਾਲਿਸਤਾਨ, ਰਾਜ ਕਰੇ ਮਜ਼ਦੂਰ ਕਿਸਾਨ। ਬਿਲਕੁਲ ਜੀ, ਧੰਨਵਾਦ, ਅਲਵਿਦਾ। ਰੇਡੀਓ ਇਨਕਲਾਬ।